ਇਹਨਾਂ ਵੱਲੋਂ ਸ਼ਬਦਾਵਲੀ ਬੋਲੀ ਗਈ ਆ ਭਾਈ ਅਮਰੀਕ ਸਿੰਘ ਵੱਲੋਂ ਬਾਬਾ ਹਰਨਾਮ ਸਿੰਘ ਦੇ ਪ੍ਰਤੀ, ਉਹ ਇੱਕ ਭਾਸ਼ਾ ਤਾਂ ਮੈਂ ਕਹਿੰਦਾ ਆਮ ਬੰਦੇ ਦੀ ਵੀ ਨਹੀਂ ਹੋ ਸਕਦੀ। ਇਸ ਕਰਕੇ ਦੱਸਦੇ ਕਿਉਂਕਿ ਆਮ ਤੌਰ ਤੇ ਸੰਗਤਾਂ ਨੂੰ ਜਾਂ ਜਿਹੜੇ ਕੁਛ ਤਰ੍ਹਾਂ ਦੇ ਲੋਕ ਹੁੰਦੇ ਉਹ ਕਹਿੰਦੇ ਹੁੰਦੇ ਲੈ ਵੀ ਬੋਲੀ ਜਾਂਦੇ ਆ, ਨਾ ਕੋਈ ਦੇਣਾ ਨਾ ਲੈਣਾ। ਨਹੀਂ ਭਾਈ, ਲੈਂਦੇ ਵੇ ਤੇ ਦਿੰਦੇ ਵੀ ਆ, ਐਸੀ ਗੱਲ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਦਮਦਮੀ ਟਕਸਾਲ ਨੂੰ ਲੈ ਕੇ ਅੱਜ ਕੱਲ੍ਹ ਬਹੁਤ ਸਾਰੇ ਸਵਾਲ ਚੱਕੇ ਜਾ ਰਹੇ ਨੇ। ਬੇਸ਼ੱਕ ਉਹ ਇਲਜ਼ਾਮ ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਲਗਾਏ ਜਾਂਦੇ ਹੋਣ ਜਾਂ ਮਸਲਾ ਭਾਈ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਦਾ ਹੋਵੇ, ਪਰ ਦਮਦਮੀ ਟਕਸਾਲ ਦੇ ਸਿੰਘ ਸਮੇਂ-ਸਮੇਂ ਸਿਰ ਇਹਨਾਂ ਦੇ ਹਰ ਸਵਾਲ ਦੇ ਜਵਾਬ ਇਹਨਾਂ ਨੂੰ ਦੇ ਰਹੇ ਨੇ। ਆਓ ਮਾਰਦੇ ਹਾਂ ਇੱਕ ਨਜ਼ਰ ਕਿ ਕੀ ਕਹਿ ਰਹੇ ਨੇ ਇਸ ਸਾਰੇ ਮਸਲੇ ਦੇ ਉੱਤੇ ਦਮਦਮੀ ਟਕਸਾਲ ਦੇ ਸਿੰਘ ਅਤੇ ਜਾਗੋ ਵਾਲੇ ਜੱਥੇ ਦੇ ਸਿੰਘ। ਹਾਂਜੀ, ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਖਾਲਸਾ ਜੀ, ਆਪਾਂ ਅੱਜ ਗੱਲਬਾਤ ਕਰਾਂਗੇ। ਜਿਵੇਂ ਕਿ ਆਪ ਜੀ ਨੂੰ ਪਤਾ ਹੀ ਆ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਜੋ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਉਹਨਾਂ ਵੱਲੋਂ ਜੋ ਕਥਾ ਦੇ ਵਿੱਚ ਬ੍ਰਹਮ ਕਵਚ ਦੇ ਬਾਬਤ ਜੋ ਨਹੀਂ ਆਪਣੇ ਵਿਚਾਰ ਦਿੱਤੇ ਸਨ, ਉਸ ਤੋਂ ਬਾਅਦ ਗਿਆਨੀ ਜੀਵਾ ਸਿੰਘ ਜੀ ਤੇ ਗਿਆਨੀ ਸਾਹਿਬ ਸਿੰਘ ਜੀ ਵੱਲੋਂ ਇੱਕ ਪੋਸਟਰ ਵੀ ਪਾਇਆ ਗਿਆ ਸੀ। ਜੇਕਰ ਕਿਸੇ ਨੂੰ ਇਤਰਾਜ਼ ਆ ਜਾਂ ਕਿਵੇਂ ਵੀ ਕੋਈ ਵਿਚਾਰ ਕਰਨੀ ਚਾਹੁੰਦਾ ਹੋਵੇ ਤਾਂ ਉਹਨਾਂ ਲਈ ਸੱਦਾ ਪੱਤਰ ਉਹਨਾਂ ਨੇ ਸੋਸ਼ਲ ਮੀਡੀਆ ਦੇ ਵਿੱਚ ਇੱਕ ਪੋਸਟਰ ਪਾਇਆ ਸੀ। ਤੇ ਉਸ ਤੋਂ ਉਪਰੰਤ ਆਪ ਜੀ ਨੂੰ ਪਤਾ ਹੀ ਆ, ਫਿਰ ਗੁਰਪ੍ਰੀਤ ਸਿੰਘ ਕੈਲੀਫੋਰਨੀਆ, ਉਹਨਾਂ ਨੇ ਜੋ ਗੱਲਬਾਤ ਕੀਤੀ ਉਹ ਸਾਰਿਆਂ ਦੇਖੀ ਸੁਣੀ ਆ, ਉਹਨਾਂ ਦੀ ਆਪਾਂ ਵਾਰ-ਵਾਰ ਗੱਲ ਨਹੀਂ ਕਰਨੀ। ਪਰ ਇੱਕ ਇਹ ਜਿਹੜੀ ਅੱਜ ਵੀਡੀਓ ਬਣਾਉਣ ਲੱਗੇ ਆ, ਆਪਾਂ ਪਹਿਲਾਂ ਵੀ ਇਹੋ ਹੀ ਕਹਿੰਦੇ ਆ ਵੀ ਜਿਹੜਾ ਆਪਾਂ ਇਹ ਜਿਹੜਾ ਸੋਸ਼ਲ ਮੀਡੀਆ ਦਾ ਆਪਾਂ ਆਸਰਾ ਕਿਉਂ ਲੈਂਦੇ ਆ, ਇਹਦੇ ਵਿੱਚ ਆਪਾਂ ਗੱਲ ਜੋ ਪੰਥ ਦੀ ਕਰਦੇ ਆ ਤੇ ਹਰ ਇੱਕ ਜਥੇਬੰਦੀ ਦਾ ਸਤਿਕਾਰ ਕਰਦੇ ਆ ਤੇ ਕਰਦੇ ਸੀ ਹਾਂ ਤੇ ਰਹਾਂਗੇ। ਪਰ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਪਿਛਲੇ ਕੀ ਕੱਲ ਦੇ ਦਿਨ ਵਿੱਚ ਤੁਸੀਂ ਦੇਖਿਆ ਹੋਣਾ ਸ਼ਾਇਦ, ਚਲੋ ਸ਼ੇਅਰ ਤੁਸੀਂ ਆਪੇ ਹੀ ਕਰ ਦਿਓ, ਮੈਂ ਇੱਧਰਲੇ ਪਾਸੇ ਨਹੀਂ ਲੱਗਣਾ ਸ਼ੇਅਰ ਕਰਨ ਵਾਲੇ ਪਾਸੇ, ਤੇ ਬਾਕੀ ਬਾਅਦ ਵਿੱਚ ਹੀ ਤੁਸੀਂ ਸ਼ੇਅਰ ਆਪੇ ਕਰ ਲੈਣੀ, ਜਾਂ ਕਿਵੇਂ ਵੀ ਤੁਹਾਨੂੰ ਚੰਗੀ ਲੱਗੇ ਜਾਂ ਨਹੀਂ ਵੀ ਚੰਗੀ ਲੱਗੇ। ਤੇ ਗੱਲ ਉਹੀ ਫਿਰ ਜਿਸ ਤਰ੍ਹਾਂ ਆਪਾਂ ਵੱਡਿਆਂ ਦਾ ਸਤਿਕਾਰ ਕਰਦੇ ਹਾਂ, ਪਹਿਲਾਂ ਵੀ ਕਰਦੇ ਰਹੇ ਹਾਂ, ਹੁਣ ਵੀ ਕਰਦੇ ਹਾਂ। ਤੇ ਪਰ ਜਿਵੇਂ ਤੁਸੀਂ ਦੇਖਿਆ ਪਹਿਲਾਂ ਇਹ ਗੁਰਪ੍ਰੀਤ ਕੈਲੀਫੋਰਨੀਆ ਵੱਲੋਂ ਇਸ ਤਰ੍ਹਾਂ ਦੀ ਲੈਂਗੁਏਜ ਵਰਤੀ ਗਈ ਗਿਆਨੀ ਜੀਵਾ ਸਿੰਘ ਲਈ, ਬਾਬਾ ਬੰਤਾ ਸਿੰਘ ਲਈ, ਤੇ ਹੁਣ ਭਾਈ ਅਮਰੀਕ ਸਿੰਘ ਜੀ ਅਜਨਾਲਾ, ਜਿਨ੍ਹਾਂ ਦਾ ਦਾਸ ਨੇ ਅੱਜ ਤਾਈਂ ਕਦੇ ਵੀ ਕੋਈ ਇਸ ਤਰ੍ਹਾਂ ਦੀ ਉਹਨਾਂ ਦੇ ਬਾਬਤ ਗੱਲ ਨਹੀਂ ਕੀਤੀ। ਜੇਕਰ ਬਰਗਾੜੀ ਮੋਰਚੇ ਜਾਂ ਸਰਬੱਤ ਖਾਲਸੇ ਦੀ ਵੀ ਗੱਲ ਹੁੰਦੀ ਸੀ, ਅਸੀਂ ਦੂਸਰੇ ਦੋ ਜਥੇਦਾਰਾਂ ਤੱਕ ਗੱਲ ਜ਼ਰੂਰ ਕਰਦੇ ਰਹੇ, ਉਹਨਾਂ ਦਾ ਨਾਮ ਲੈ ਕੇ ਵੀ, ਪਰ ਇਹਨਾਂ ਦਾ ਕਦੇ ਅੱਜ ਤਾਈਂ ਨਾਮ ਨਹੀਂ ਲਿਆ। ਤੇ ਪਰ ਹੁਣ ਬਹੁਤ ਜ਼ਰੂਰੀ ਇਹ ਇੱਕ ਨਾਮ ਲੈਣਾ ਪੈ ਗਿਆ, ਕਿਉਂਕਿ ਹੁਣ ਜਿਹੜੀ ਉਹਨੇ ਦੂਸ਼ਣਬਾਜ਼ੀ ਬਾਬਾ ਹਰਨਾਮ ਸਿੰਘ ਜੀ ਤੇ ਕੀਤੀ ਆ, ਇਹ ਇੱਕ ਟਕਸਾਲ ਦੇ ਸਿੱਖ ਦੀ ਭਾਸ਼ਾ ਨਹੀਂ ਹੈਗੀ। ਇੰਨੇ ਪਿਛਲੇ ਸਾਲਾਂ ਤੋਂ ਜੋ ਇਹਨਾਂ ਨੇ ਬਾਬਾ ਹਰਨਾਮ ਸਿੰਘ ਜੀ ਹੁਣਾਂ ਬਾਪ ਤੋਂ ਕਹਿੰਦੇ ਰਹੇ, ਅਸੀਂ ਵੀ ਕਦੇ ਇਹਨਾਂ ਨੂੰ ਕੁਝ ਇਸ ਤਰ੍ਹਾਂ ਦੀ ਭੈੜੀ ਲੈਂਗੁਏਜ ਜਾਂ ਕਦੇ ਵੀ ਕੋਈ ਇਸ ਤਰ੍ਹਾਂ ਦੀ ਪੋਸਟ ਨਹੀਂ ਪਾਈ ਅੱਜ ਤਾਈਂ। ਕਿਉਂਕਿ ਤੁਹਾਨੂੰ ਯਾਦ ਹੋਣਾ ਪਿੱਛੇ ਜੇ ਮਹਾਂਪੁਰਖਾਂ ਵੱਲੋਂ ਤੇ ਬਾਬਾ ਹਰਨਾਮ ਸਿੰਘ ਜੀ ਹੁਣਾਂ ਵੱਲੋਂ ਤੇ ਭਾਈ ਅਮਰੀਕ ਸਿੰਘ ਜੀ ਹੁਣਾਂ ਵੱਲੋਂ ਇਹ ਇੱਕ ਪੋਸਟਾਂ ਪਾਈਆਂ ਗਈਆਂ ਸੀ ਵੀ ਦੋਨਾਂ ਜਿੱਦਾਂ ਇਹਨਾਂ ਦੇ ਸਿੰਘ ਵੀ ਜਾਂ ਉਧਰੋਂ ਸਿੰਘ ਵੀ ਕੋਈ ਇਸ ਤਰ੍ਹਾਂ ਦੀ ਪੋਸਟ ਆਪਸ ਵਿੱਚ ਹੀ ਨਾ ਪਾਉਣ। ਤੇ ਅੱਜ ਤੱਕ ਉਹ ਦਾਸ ਨੇ ਕਦੇ ਨਾ ਇਸ ਤਰ੍ਹਾਂ ਦੀ ਪੋਸਟ ਪਾਈ ਵੀ ਨਹੀਂ। ਤੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ
ਇਹ ਜਿਹੜੀਆਂ ਆ ਭੇਡਾਂ ਆ ਜਾਂ ਭੇਡਾਂ ਦਾ ਉਸਤਾਦ ਆ, ਇਹਨਾਂ ਵੱਲੋਂ ਜਿਹੜਾ ਪਹਿਲਾ ਇੱਕ ਗੈਂਗ ਫਿਰਦਾ ਇਹਨਾਂ ਦਾ, ਉਹਨਾਂ ਵੱਲੋਂ ਕਈ ਵਾਰੀ ਕੁਐਸਚਨ ਵੀ ਸਾਨੂੰ ਲਾਈਵ ਵਿੱਚ ਪੁੱਛੇ ਜਾਂਦੇ ਸੀ। ਅਸੀਂ ਇਹੋ ਹੀ ਕਹਿੰਦੇ ਸੀ ਜਿਹੜੇ ਸੰਪਰਦਾਵਾਂ ਦੇ ਕੁਐਸਚਨ ਹਨ, ਉਹਨਾਂ ਦੀਆਂ ਜਿਹੜੀਆਂ ਗੱਲਾਂ ਹਨ ਮਹਾਂਪੁਰਖ ਉੱਥੇ ਕਰਨਗੇ। ਜਿਹੜੇ ਕਈ ਪੰਥਕ ਫੈਸਲੇ ਰੁਕੇ ਹੋਏ ਹਨ ਉਹ ਪੰਥ ਹੀ ਕਰੂਗਾ। ਤੇ ਪਰ ਹੁਣ ਜਿਹੜੀ ਇਹਨਾਂ ਵੱਲੋਂ ਸ਼ਬਦਾਵਲੀ ਬੋਲੀ ਗਈ ਆ ਭਾਈ ਅਮਰੀਕ ਸਿੰਘ ਵੱਲੋਂ ਬਾਬਾ ਹਰਨਾਮ ਸਿੰਘ ਦੇ ਪ੍ਰਤੀ, ਉਹ ਇੱਕ ਭਾਸ਼ਾ ਤਾਂ ਮੈਂ ਕਹਿੰਦਾ ਆਮ ਬੰਦੇ ਦੀ ਵੀ ਨਹੀਂ ਹੋ ਸਕਦੀ, ਕਿਉਂਕਿ ਇਹ ਕਹਿੰਦੇ ਰਹੇ ਆ ਇੰਨੇ ਸਾਲਾਂ ਤੋਂ ਅਸੀਂ ਬਾਬਾ ਠਾਕੁਰ ਸਿੰਘ ਜੀ ਹੁਣਾਂ ਦੇ ਬਚਨਾਂ ਤੇ ਮੈਂ ਚੱਲਦਾ, ਉਹਨਾਂ ਦੇ ਬਚਨਾਂ ਤੇ ਪਹਿਰਾ ਦਿੰਦਾ ਜੀ। ਪਰ ਅੱਜ ਇਹ ਜੋ ਸ਼ਬਦਾਵਲੀ ਉਹਨਾਂ ਨੂੰ ਬੋਲੀ ਆ, ਜੇਕਰ ਉਹਨੀ ਵਿਚਾਰ ਕਰਨ ਜਾ ਸਕਦੇ ਆ ਤੇ ਇੱਕ ਬਹਾਨਾ ਲਾ ਦਿੱਤਾ ਵੀ ਮੈਂ ਇਸ ਕਰਕੇ ਵਿਚਾਰ ਕਰਨ ਨਹੀਂ ਜਾਣਾ, ਤੇ ਉਹ ਤੁਹਾਡੀ ਮੌਜ ਆ ਜਾਣਾ ਜਾਂ ਨਹੀਂ ਜਾਣਾ। ਪਰ ਇਹ ਇੱਕ ਦਮਦਮੀ ਟਕਸਾਲ ਦੇ ਵਿਦਿਆਰਥੀ ਦਾ ਜਾਂ ਮਹਾਂਪੁਰਸ਼ਾਂ ਦੀ ਸੰਗਤ ਕਰਨ ਵਾਲੇ ਦੇ ਬਚਨ ਨਹੀਂ ਹੋ ਸਕਦੇ ਕਿਸੇ ਦੇ ਪ੍ਰਤੀ। ਇਹ ਤਾਂ ਹੁਣ ਸੰਗਤ ਨੇ ਵੀ ਫੈਸਲਾ ਕਾਫੀ ਹੱਦ ਤੱਕ ਕਰੇ ਲਿਆ ਆ ਵੀ ਮੁਖੀ ਕੌਣ ਨੇ ਜਾਂ ਕਿਵੇਂ ਨੇ। ਇਹ ਸੰਗਤ ਜੀ ਜਿਹੜਾ ਮੁਖੀਆਂ ਦਾ ਰੌਲਾ ਇਹ ਅੱਜ ਦਾ ਨਹੀਂ ਰਿਹਾ, ਇਹ ਆਪਣਿਆਂ ਨੇ ਪਹਿਲਾਂ ਪਾਇਆ। ਇਹਦੇ ਵਿੱਚ ਕੋਈ RSS ਹੋਰ BSF ਕੋਈ ਦੂਜੀ ਧਿਰ ਨਹੀਂ ਆਉਂਦੀ। ਤੇ ਬਾਬਾ ਕਰਤਾਰ ਸਿੰਘ ਜੀ ਹੁਣਾਂ ਦੇ ਵੀ ਮਹਾਂਪੁਰਖਾਂ ਦੇ ਜੀ ਜੇ ਬਰਛੀ ਲਾਈ ਗਈ ਸੀ ਤੇ ਉਹ ਆਪਣਿਆਂ ਨੇ ਲਾਈ ਗਈ ਸੀ, ਕੋਈ ਬਾਹਰੋਂ ਨਹੀਂ ਆਏ ਸੀ। ਹਾਂਜੀ, ਅੱਜ ਜੇ ਦੁਬਾਰਾ ਉਹੀ ਦਮਦਮੀ, ਮੈਂ ਕੈਪਸ਼ਨ ਵੀ ਲਿਖੀ ਆ, ਜਿਹੜੀ ਦਮਦਮੀ ਟਕਸਾਲ ਦੇ ਹੈੱਡਕੁਆਟਰ ਤੇ ਹੀ ਬਾਰ-ਬਾਰ ਇਹ ਕਿਉਂ ਅਟੈਕ ਹੁੰਦੇ ਜਾਂਦੇ, ਟੀਕਾ ਟਿੱਪਣੀਆਂ ਉੱਥੇ ਕਿਉਂ ਹੁੰਦੀਆਂ? ਹਾਂਜੀ, ਇਹ ਉੱਥੇ ਤਾਂ ਹੁੰਦੀ ਆ ਜੀ ਕਿਉਂਕਿ ਉੱਥੋਂ ਹੀ ਯੋਧੇ, ਕਥਾਵਾਚਕ, ਗਿਆਨੀ ਆਉਣ ਵਾਲੀਆਂ ਸਮੇਂ ਦੇ ਵਿੱਚ ਪੈਦਾ ਹੋ ਰਹੇ ਨੇ। ਇਸੇ ਕਰਕੇ ਬਾਰ-ਬਾਰ ਉੱਥੇ ਅਟੈਕ ਹੁੰਦਾ। ਜੇਕਰ ਉੱਥੇ ਜਿੱਦਾਂ ਅਸੀਂ ਆਮ ਕਹਿ ਦਿੰਦੇ ਹਾਂ ਜੀ ਧੁੰਮਾ ਕੁਛ ਕਰਦਾ ਨਹੀਂ, ਫਲਾਨਾ ਧਮਕਾਨਾ, ਬਹੁਤ ਸਾਰਿਆਂ ਦੇ ਸੁਣਿਆ ਨਾ, ਇਹੀ ਕਹਿੰਦੇ ਜੀ ਉਹ ਕਰਦਾ ਕੁਛ ਨਹੀਂ। ਜੇ ਉਹ ਕੋਈ ਕੁਝ ਕਰਦਾ ਨਾ ਹੋਵੇ ਤੇ ਸਾਰਿਆਂ ਦਾ, ਆਪਣਿਆਂ ਦਾ ਵੀ ਤੇ ਪੰਥ ਵਿਰੋਧੀਆਂ ਦਾ ਵੀ ਜ਼ੋਰ ਕਿਉਂ ਇੰਨਾ ਲੱਗਾ ਹੋਇਆ ਕੱਲੀ ਹੀ ਟਕਸਾਲ ਤੇ? ਹਾਂਜੀ, ਅੱਜ ਜੇ ਆ ਫੇਸਬੁੱਕ ਤੇ ਅਸੀਂ ਵੀ ਬੋਲੀ ਜਾਂਦੇ ਆ ਜਾਂ ਹੋਰ ਵੀ ਕਈ ਸਾਡੇ ਪੰਥ ਦੇ ਹਿੱਤ ਵਿੱਚ ਕਹਿੰਦੇ ਨੇ ਅਸੀਂ ਬਈ ਪੰਥ ਲਈ ਕੰਮ ਕਰਦੇ ਆ, ਜਾਂ ਕੋਈ ਰੇਡੀਓ ਨਵੇਂ ਵੀ ਚੱਲੇ ਨੇ, ਉਹ ਤਾਂ ਹੁਣ ਪਤਾ ਲੱਗਾ ਵੀ ਆ ਜਿਹੜਾ ਖੋਤੀ ਪ੍ਰਚਾਰਕ ਸੀ, ਸੱਚ ਦਾ ਪ੍ਰਚਾਰਕ ਹਨਾ, ਉਹਨੂੰ ਤਾਂ ਹੁਣ ਲੱਗਾ ਨਾ ਹਰ ਕੋਈ ਕਿਸੇ ਤਰ੍ਹਾਂ ਵੀ ਉਹਨੂੰ, ਜਿਵੇਂ ਅੱਗੇ ਆਪਾਂ ਕਹਿੰਦੇ ਆ ਵੀ ਉਹਨੂੰ ਬੋਲਣ ਲਈ ਜਾਂ ਕਿਵੇਂ ਵੀ ਉਹਦਾ ਜੋ ਸ਼ਬਦਾਵਲੀ ਵੀ ਆ, ਚਲੋ ਆਪਾਂ ਵਰਤ ਵੀ ਲੈਂਦੇ ਕਈ ਵਾਰੀ ਉਹਨਾਂ ਲਈ, ਭੇਡਾਂ ਲਈ ਵੀ ਜਾਂ ਹੋਰ ਵੀ। ਪਰ ਉਹ ਤਾਂ ਪਹਿਲਾਂ ਉਹਨੂੰ ਰੋਕਥਾਮ ਉਹਦੀ ਕਿਨੇ ਲਾਈ ਸੀ? ਹਾਂਜੀ, ਉਦੋਂ ਵੀ ਬੜਾ ਰੌਲਾ ਪਿਆ ਸੀ, ਹਾਏ ਧੱਕਾ ਕਰਤਾ। ਹੁਣ ਤਾਂ ਇਹ ਵੀ ਕਈ ਕਰੀ ਜਾਂਦੇ ਆ ਧੱਕਾ ਕਰਤਾ। ਸਾਡੇ ਜਿਹੜੇ ਪੰਥ ਦੇ ਹਮਦਰਦ ਰੇਡੀਓ ਵੀ, ਉਹਨਾਂ ਤੇ ਵੀ ਮੈਂ ਪਿਛਲੇ ਦਿਨਾਂ 'ਚ 6 ਜੂਨ ਦੇ ਜਿਹੜੇ ਘੱਲੂਘਾਰੇ ਦੇ ਦਿਨਾਂ ਵਿੱਚ ਸੁਣਿਆ ਜੀ ਧੱਕਾ ਦੋਨਾਂ ਵੱਲੋਂ ਗਲਤੀ ਹੋਈ ਆ। ਹਾਂਜੀ, ਤੇ ਪਰ ਇਹ ਅੱਗੇ ਤਾਂ ਚਲੋ ਇਹ ਕਹਿੰਦੇ ਸੀ ਮੈਂ ਬਾਬਾ ਠਾਕੁਰ ਸਿੰਘ ਜੀ ਹੁਣਾਂ ਦੇ ਬਚਨਾਂ ਤੇ ਪਹਿਰਾ ਦਿੰਨਾ, ਭਾਈ ਅਮਰੀਕ ਸਿੰਘ ਜੀ ਇਹ ਕਹਿੰਦੇ ਸੀ। ਪਰ ਅੱਜ ਸਾਨੂੰ ਬੜੇ ਹੀ ਅਫਸੋਸ ਦੇ ਨਾਲ ਇਹਨਾਂ ਨੂੰ ਕਹਿਣਾ ਪੈ ਰਿਹਾ ਕਿ ਆਹ ਜਿਹੜੀ ਲੈਂਗੁਏਜ ਆ ਇਹ ਜੀ ਬਾਬਾ ਠਾਕੁਰ ਸਿੰਘ ਜੀ ਹੁਣੀ ਦੱਸ ਕੇ ਗਏ ਸੀ। ਤੇ ਜੇ ਗੱਲ ਕਰੀਏ ਬਾਬਾ ਜਰਨੈਲ ਸਿੰਘ ਜੀ ਹੁਣਾਂ ਦੀ, ਆਪਾਂ ਕਹਿੰਦੇ ਤਾਂ ਹਾਂ ਮੈਂ ਉਹਨਾਂ ਦੀ ਸੋਚ ਦੇ ਪਹਿਰਾ ਦਿੰਨੇ। ਹਰ ਕੋਈ ਅੱਜ ਕਹਿੰਦਾ ਟੀ-ਸ਼ਰਟਾਂ ਤੇ ਵੀ ਫੋਟੋਆਂ ਲਾ ਕੇ ਫਿਰਦੇ ਨੇ ਨੌਜਵਾਨ, ਤੇ ਸਾਡੇ ਪ੍ਰਚਾਰਕ ਵੀ ਉਹਨਾਂ ਦਾ ਨਾਂ ਲੈ ਕੇ ਢਾਡੀ ਰਾਗੀ ਬੜਾ ਆਪਣੇ ਪਰਿਵਾਰ ਵੀ ਪਾਲੇ ਤੇ ਆਪਣੀਆਂ ਫੇਸਬੁੱਕ ਤੇ ਗਾਣਿਆਂ ਦੇ ਨਾਲ ਆਪਣਾ ਰਿਕਾਰਡ ਵੀ ਬਣਾਇਆ। ਤੇ ਉਹਨਾਂ ਦੇ ਫੋਲੋਵਰ ਵੀ ਅੱਜ ਕੱਲ੍ਹ ਲੱਖਾਂ ਹੀ ਬੰਦੇ ਉਹਨਾਂ ਦੇ ਮਗਰ ਸੁਣਦੇ ਨੇ। ਤੇ ਕਿਉਂ ਸੀ? ਕਿਉਂਕਿ ਦਮਦਮੀ ਟਕਸਾਲ ਦਾ ਇਤਿਹਾਸ ਆ, ਉਹ ਯੋਧਿਆਂ ਦਾ ਇਤਿਹਾਸ ਉਹਨਾਂ ਨੂੰ ਸੁਣਾ ਕਰਕੇ। ਤੇ ਜੇਕਰ ਅੱਜ ਦਮਦਮੀ ਟਕਸਾਲ ਦੇ ਉਸੇ ਹੈੱਡਕੁਆਟਰ ਨੂੰ ਕੋਈ ਕਿੰਤੂ ਪਰੰਤੂ ਕਰਦਾ ਤੇ ਸਭ ਫੇਸਬੁੱਕ ਵਾਲਿਆਂ ਨੂੰ ਦੰਦਾਂ ਥੱਲੇ ਜੀਭਾਂ ਦਿੱਤੀਆਂ ਆ। ਕੀ ਗੱਲ ਅੱਜ ਸਿੱਖ ਇੰਨਾ ਕਮਜ਼ੋਰ ਹੋ ਗਿਆ?
ਉਹ ਤੁਸੀਂ ਤਾਂ ਦੂਸਰਿਆਂ ਦੀਆਂ ਧੀਆਂ ਭੈਣਾਂ ਬਚਾਉਣ ਵਾਲੇ ਬਾਬਾ ਦੀਪ ਸਿੰਘ ਦੇ ਵਾਰਸ ਹੋ। ਉਹ ਤੁਸੀਂ ਤਾਂ ਆਪਣਿਆਂ ਦੀਆਂ ਧੀਆਂ ਭੈਣਾਂ ਦੀਆਂ ਦੁਆਲੇ ਲੱਗ ਗਏ ਹੋਏ। ਇਹ ਬਾਬਾ ਜਰਨੈਲ ਸਿੰਘ ਦੀ ਸੋਚ ਆ, ਇਹ ਬਾਬਾ ਠਾਕੁਰ ਸਿੰਘ ਦੀ ਸੋਚ ਸੀ। ਬਾਬਾ ਜਰਨੈਲ ਸਿੰਘ ਨੇ ਹੁਣਾਂ ਦੇ ਮਹਾਂਪੁਰਖਾਂ ਨੇ ਤਾਂ ਬਾਬਾ ਕਰਤਾਰ ਸਿੰਘ ਦੇ ਸਮੇਂ ਦੇ ਕੋਈ ਕਿਸੇ ਗੱਲ ਕਾਰਨ ਉੱਥੋਂ ਜਥੇ ਦੇ ਵਿੱਚੋਂ ਸਿੰਘ ਘਰ ਵੀ ਭੇਜ ਦਿੱਤੇ ਸੀ, ਤੇ ਬਾਬਾ ਜੀ ਨੇ ਤਾਂ ਉਹਨਾਂ ਨੂੰ ਜਥੇ ਵਿੱਚ ਦੁਬਾਰਾ ਲਿਆ ਕਰਕੇ ਤੇ ਉਹਨਾਂ ਨੂੰ ਅਮਰ ਸ਼ਹੀਦ ਬਣਾ ਦਿੱਤਾ। ਇਹ ਪਹਿਰਾ ਦਿੰਨੇ ਆ ਅਸੀਂ ਅੱਜ ਬਾਬਾ ਜਰਨੈਲ ਸਿੰਘ ਠਾਕੁਰ ਸਿੰਘ ਉਹਨੇ ਮਹਾਂਪੁਰਖਾਂ ਦੀ ਸੋਚ ਤੇ। ਪਰ ਬੜੀ ਹੀ ਸਾਨੂੰ ਅੱਜ ਆ ਵੀਡੀਓ ਇੰਨੀ ਦੁਖੀ ਹਿਰਦੇ ਨਾਲੇ ਬਣਾਉਣੀ ਪੈ ਰਹੀ ਆ ਬਈ ਹੱਦ ਹੋ ਗਈ। ਇੱਕ ਲਿਮਟ ਹੁੰਦੀ ਈਰਖਾ ਦੀ। ਹਾਂਜੀ, ਅਸੀਂ ਉੱਦਾਂ ਕਹਿੰਦੇ ਆ ਮਹਾਂਪੁਰਖਾਂ ਦੀ ਅਸੀਂ ਸੰਗਤ ਕੀਤੀ ਹੋਈ ਆ, ਪਰ ਇਹ ਜਿਹੜੇ ਦੇਖੋ ਅੱਜ ਮੈਂ ਵੀਡੀਓ ਵੀ ਚਲਾਈ ਸੀ ਪਿਛਲੇ ਦਿਨਾਂ ਵਿੱਚ, ਮੁਖੀ ਦਾ ਬੜਾ ਕਈ ਸਾਲਾਂ ਤੋਂ ਰੌਲਾ ਪੈਂਦਾ ਆ ਰਿਹਾ। ਉਹ ਸਾਡੇ ਅੱਜ ਜਿਹੜੇ ਵਿੱਚ ਉੱਥੇ ਜਦੋਂ ਬਾਬਾ ਹਰਨਾਮ ਸਿੰਘ ਜੀ ਹੁਣਾਂ ਨੂੰ ਮੁਖੀ ਬਣਾਇਆ ਗਿਆ ਉਦੋਂ ਵੀ ਵਿੱਚ ਸਿੰਘ ਮੌਜੂਦ ਨੇ, ਅੱਜ ਉਹ ਜਿਉਂਦੇ ਨੇ। ਅਸੀਂ ਇਸ ਕਰਕੇ ਕਦੇ ਇਹ ਮੁਖੀ ਦਾ ਰੌਲਾ ਕਦੇ ਗੱਲ ਕੀਤੀ ਨਹੀਂ ਵੀ ਚਲੋ ਆਪਣਿਆਂ ਵਿੱਚ ਫਸਾਦ ਪੈਂਦਾ, ਪਰ ਅੱਜ ਤੁਸੀਂ ਦੂਸਰੀਆਂ ਦੀਆਂ ਧੀਆਂ ਬਚਾ ਕੇ ਲਿਆਉਣ ਵਾਲੇ, ਅੱਜ ਅਸੀਂ ਆਪਣੀਆਂ ਹੀ ਸਿੱਖਾਂ ਆਪਣੀਆਂ ਹੀ ਪਰਿਵਾਰਾਂ ਤੇ ਅਸੀਂ ਇਸ ਤਰ੍ਹਾਂ ਦੀਆਂ ਸ਼ਬਦਾਵਲੀਆਂ ਬੋਲਣ ਲੱਗ ਗਏ। ਇੰਨੀ ਈਰਖਾ ਜੀ। ਹਾਂਜੀ, ਇੰਨੀ ਤਾਂ ਈਰਖਾ ਸਾਹਿਬ ਆਪਾਂ ਕਹਿੰਦੇ ਆ ਪਿਰਥੀਆਂ ਨੇ ਵੀ ਨਹੀਂ ਸ਼ਾਇਦ ਕੀਤੀ ਹੋਣੀ। ਸਿਰਫ ਇਹੋ ਹੀ ਆ ਵੀ ਜਿਹੜੇ ਮੁਖੀ ਤੇ ਮੁਖੀ ਤਾਂ ਹੁਣ ਤੁਸੀਂ ਵੀ ਆਪਣੇ ਜਗ੍ਹਾ ਜਿਹੜਾ ਆਪਣੇ ਤੁਸੀਂ ਅਸਥਾਨ ਬਣਾਏ ਹੋਇਆ, ਤੇ ਬਾਕੀ ਵੀ ਜਿਹੜੇ ਹੋ ਰਿਹਾ ਸਾਰੇ ਟਕਸਾਲ ਨੂੰ ਅਸਥਾਨਾਂ ਵਾਲੇ ਕਹਿੰਦੇ ਅਸੀਂ ਵੀ ਮੁਖੀਆਂ। ਇਹ ਤਾਂ ਹੁਣ ਸੰਗਤ ਵੇਖ ਲਵੇ ਕਿਹੜਿਆਂ ਨੇ ਕੀ ਕੀਤਾ, ਕਿੰਨੇ ਕੀ ਕੀਤਾ। ਹਾਂਜੀ, ਬਾਬਾ ਹਰਨਾਮ ਸਿੰਘ ਹੋਣਾ ਦੇ ਕਿੰਨੇ ਉਹਨਾਂ ਦੇ ਕਾਰਜ ਕੀਤੇ। ਮੈਂ ਬਾਰ-ਬਾਰ ਨਹੀਂ ਬੋਲਣਾ, ਲੋਕਾਂ ਨੂੰ ਕਹਿਣਾ ਜੀ ਫੇਸ ਤੁਹਾਡੇ ਵੱਲੋਂ ਹੋ ਜਾਂਦਾ ਜੀ, ਕਮੈਂਟ ਵੀ ਸ਼ਾਇਦ ਪੁੱਠੇ ਸਿੱਧੇ ਆਉਣਗੇ ਹਨਾ ਜੀ, ਇੱਕ ਨੂੰ ਇਹ ਤਾਂ ਸੰਗਤ ਨੇ ਦੇਖ ਲੈਣਾ, ਤੇ ਬਾਕੀ ਕਾਫੀ ਹੱਦ ਤੱਕ ਵੇਖ ਵੀ ਲਿਆ ਨਾ। ਵਜੇ ਬਾਕੀ ਰਹਿੰਦੀ ਆ ਜਿਹੜਾ ਹੁਣ ਇਹ ਜਿਹੜੀ ਸ਼ਬਦਾਵਲੀ ਬੋਲੀ ਗਈ ਆ ਜੀ, ਇਹ ਆਪਣਿਆਂ ਦੀ ਨਹੀਂ। ਮੈਂ ਫੇਰ ਬਾਰ-ਬਾਰ ਇਹੀ ਕਹਿਣਾ ਜੀ, ਜਿਹੜੇ ਅਸੀਂ ਦੂਸਰਿਆਂ ਦੀਆਂ ਧੀਆਂ ਭੈਣਾਂ ਬਚਾ ਕੇ ਲਿਆਉਣ ਵਾਲੇ ਬਾਬਾ ਦੀਪ ਸਿੰਘ ਦੇ ਅਸੀਂ ਵਾਰਸ ਕਹਾਉਣ ਵਾਲੇ ਮਹਾਂਪੁਰਖ ਬਾਬਾ ਠਾਕੁਰ ਸਿੰਘ ਦਾ ਨਾਮ ਲੈ ਕੇ ਉਹਨਾਂ ਦੀ ਅਸੀਂ ਸੋਚ ਤੇ ਪਹਿਰਾ, ਉਹਨਾਂ ਦੇ ਬਚਨਾਂ ਤੇ ਪਹਿਰਾ ਦੇਣ ਵਾਲੇ ਆ। ਇਹ ਭਾਈ ਅਮਰੀਕ ਸਿੰਘ ਜੀ, ਮੈਂ ਹੱਥ ਜੋੜ ਕੇ ਮਾਫੀ ਮੰਗ ਕੇ ਇਹੋ ਗੱਲ ਕਰਦਾ, ਬਹੁਤਿਆਂ ਨੂੰ ਸ਼ਾਇਦ ਗੁੱਸਾ ਵੀ ਲੱਗੇ। ਇਹ ਲੱਗਦਾ ਨਹੀਂ ਵੀ ਇਹ ਬਾਬਾ ਠਾਕੁਰ ਸਿੰਘ ਦੇ ਸੇਵਕਾਂ ਦੇ ਬਚਨ ਹੋਣਗੇ। ਇੱਕ ਈਰਖਾ ਦੀ ਲਿਮਟ ਹੁੰਦੀ ਆ। ਤੁਸੀਂ ਸਾਡੇ ਤੋਂ ਉਮਰ 'ਚ ਵੀ ਪਤਾ ਨਹੀਂ ਕਿੰਨੇ ਵੱਡੇ ਆ, ਤੁਹਾਡੇ ਕਾਰਜ ਪੰਥ ਪ੍ਰਤੀ ਵੀ ਜਿਹੜੇ ਕੀਤੇ ਹੋਏ ਪਤਾ ਨਹੀਂ ਕਿੰਨੇ ਨੇ, ਪਰ ਜਿਹੜੀ ਅੱਜ ਇਹ ਲੈਂਗੁਏਜ ਬਾਬਾ ਹਰਨਾਮ ਸਿੰਘ ਜੀ ਜਿਨ੍ਹਾਂ ਨਾਲੇ ਬੋਲੀ ਆ, ਇਹ ਬਾਬਾ ਦੀਪ ਸਿੰਘ ਦੇ ਵਾਰਸਾਂ ਦੀ ਲੈਂਗੁਏਜ ਨਹੀਂ ਹੈਗੀ। ਨਿੰਦਕਾਂ ਤੇ ਬੋਲਣੀ ਸੀ ਉਹ ਵੱਖਰੀ ਗੱਲ ਆ। ਬਾਕੀ ਇਹ ਗੱਲ ਸੰਗਤ ਜੀ ਦੱਸ ਜਾਂ, ਜਿਹੜਾ ਨਿੰਦਕਾਂ ਨੂੰ ਵੀ ਸਮਾਨ ਦਿੱਤਾ ਗਿਆ ਨਾ ਬਾਬਾ ਹਰਨਾਮ ਸਿੰਘ ਜੀ ਦੇ ਪ੍ਰਤੀ ਬੋਲਣ ਦਾ, ਉਹ ਆਪਣਿਆਂ ਵੱਲੋਂ ਹੀ ਦਿੱਤਾ ਗਿਆ ਸੀ, ਕਿਸੇ ਦੂਸਰੇ ਵੱਲੋਂ ਵੀ। ਤਾਂ ਹੀ ਉਹ ਅੱਜ ਚੀਕਦਾ, ਉਹ ਕਿਉਂਕਿ ਉਹਨੇ ਨਾਲੇ ਇਕੱਠੇ ਹੋ ਕੇ ਉਹ ਤੋਂ ਬੁਲਵਾ ਲਿਆ ਸੀ ਉਹਨੂੰ, ਵਰਤ ਕੇ ਅੱਜ ਉਹ ਇਕੱਲਾ ਰਹਿ ਗਿਆ। ਇਹ ਜਿਹੜਾ ਸੱਚ ਦਾ ਪ੍ਰਚਾਰਕ, ਇਹ ਵੀ ਪਹਿਲਾਂ ਆਪਣਿਆਂ ਨੇ ਸਾਰਾ ਸਮਾਨ ਉਹਨੂੰ ਦਿੱਤਾ ਸੀ ਹਨਾ। ਇਹ ਬਹੁਤ ਕਈ ਮੈਂ ਘੱਟੋ ਘੱਟ ਮਹੀਨਾ 1.5-2 ਮਹੀਨਿਆਂ ਤੋਂ ਮੈਂ ਆਪਣੇ ਜਿਹੜੇ ਸਿੰਘ ਜਾਣ ਪਛਾਣ ਵਾਲੇ ਮੈਂ ਉਹਨਾਂ ਨਾਲ ਗੱਲ ਕਰਦਾ ਸੀ। ਮੈਂ ਕਿਹਾ ਹੁਣ ਆਹ ਮੁੱਦਾ ਉੱਠਣਾ ਦੁਬਾਰਾ, ਫੇਰ ਤੁਹਾਨੂੰ ਮੈਂ ਦੱਸ ਦਿੰਦਾ। ਉਹਨਾਂ ਨਾਲ ਵਿਚਾਰ ਕਰਦੇ ਹੁੰਦੇ ਸੀ ਵੀ ਹੁਣ ਇਹਨਾਂ ਨੂੰ ਥਾਪੀ ਦਿੱਤੀ ਜਾਣੀ ਆ ਹਨਾ। ਬਾਕੀ ਇਹ ਜਿਹੜੀਆਂ ਗੱਲਾਂ ਕਾਫੀ ਹੱਦ ਤੱਕ ਕਲੀਅਰ ਹੋ ਗਈ ਆ। ਜਿੱਦਾਂ ਹੁਣ ਗੁਰਪ੍ਰੀਤ ਕੈਲੀਫੋਰਨੀਆ ਵੀ ਕਹਿੰਦਾ ਸੀ, ਪਤਾ ਨਹੀਂ ਬਾਬਾ ਹਰਨਾਮ ਸਿੰਘ ਦੇ ਮਗਰ ਕਿਹੜੀ ਸੋਚ ਆ, ਉਹ ਕਿਉਂ ਇਦਾਂ ਕਰਦਾ। ਗੱਲ ਤਾਂ ਹੋਈ ਸੀ ਬ੍ਰਹਮ ਕਵਚ ਦੀ। ਜੇ ਤੁਹਾਡੇ 'ਚ ਇੰਨੀ, ਮੈਂ ਨਹੀਂ ਕਹਿੰਦਾ ਤੁਹਾਡੇ 'ਚ ਜੋ ਵੀ ਤੁਹਾਨੂੰ ਪਤਾ ਨਹੀਂ ਕੁਛ ਗੁਰਬਾਣੀਆਂ ਬਾਰੇ ਨਹੀਂ ਪਤਾ, ਜੇ ਪਤਾ ਸੀ ਤਾਂ ਬੈਠ ਕੇ ਗੱਲ ਕਰਨ ਨੂੰ ਕਿਹਾ ਸੀ। ਉਹਨਾਂ ਨੇ ਕਿਸੇ ਨੂੰ ਗਾਲਾਂ ਤਾਂ ਨਹੀਂ ਕੱਢੀਆਂ ਸੀ। ਹਾਂਜੀ, ਜੇ ਬਾਣੀ ਦਾ ਸੀ ਉਹਨੇ ਕਹਿਤਾ ਵੀ ਇਹ ਮਹਾਂਪੁਰਖਾਂ ਬਾਬਾ ਹਰਨਾਮ ਸਿੰਘ ਉਹਨਾਂ ਨੇ ਇਹ ਕਹਿਤਾ ਸੀ ਵੀ ਇਹ ਜਿਹੜੀ ਬਾਣੀ ਆ ਇਹ ਸ਼੍ਰੀ ਦਸਮ ਦੇ ਵਿੱਚ ਦਰਜ ਨਹੀਂ ਹੈਗੀ ਹਨਾ। ਜਿਨ੍ਹਾਂ ਕੋਲ ਕਹਿੰਦੇ ਦਰਜ ਆ, ਜਿੱਥੇ ਨਹੀਂ ਦਰਜ ਉਹ ਬਹਿ ਕੇ ਫੈਸਲਾ ਕਰ ਲੈਂਦੇ ਕਿ ਆ ਜਿਹੜੀਆਂ ਦੂਸ਼ਣਬਾਜ਼ੀਆਂ ਹਨਾ। ਇਹ ਹੁਣ ਕਹਿੰਦਾ ਇਹ ਗੁਰਪ੍ਰੀਤ ਆ ਨਾ ਵੀ ਪਤਾ ਨਹੀਂ ਇਹਦੇ ਮਗਰ ਕਿਹੜੀ ਤਾਕਤ ਆ, ਵੀ ਇਹ ਕਿਹਨਾਂ ਲਈ ਕੰਮ ਕਰਦਾ। ਹਾਂ, ਜੇ ਇਹ ਬਾਬਾ ਹਰਨਾਮ ਸਿੰਘ ਜੀ ਹੁਣੀ ਇਹ ਸ਼ਹੀਦਾਂ ਦੀ ਯਾਦ ਬਣਾ ਸਕਦੇ ਆ, ਮਹਾਂਪੁਰਖਾਂ ਦੇ ਉਹਨਾਂ ਦੇ ਨਗਰ ਦੇ ਵਿੱਚ ਉਹਨਾਂ ਦਾ ਜਨਮ ਸਥਾਨ ਬਣਾ ਸਕਦੇ ਆ,
ਫਿਰ ਤਾਂ ਚੰਗੀ ਗੱਲ ਹੀ ਹੈ। ਜੇ ਸਰਕਾਰਾਂ ਸਾਡੇ ਪੰਥ ਦਾ ਕੰਮ ਕਰਦੀਆਂ ਫਿਰ ਤਾਂ ਤੁਹਾਡੇ ਵਰਗੇ ਪੰਥਕਾਂ ਦੀ ਲੋੜ ਹੀ ਕੋਈ ਨਹੀਂ ਮੈਨੂੰ ਲੱਗਦਾ ਪੰਥ ਨੂੰ। ਹਾਂਜੀ, ਫਿਰ ਤਾਂ ਤੁਹਾਡੇ ਵਰਗੇ ਪੰਥਕਾਂ ਦੀ ਲੋੜ ਹੀ ਨਹੀਂ। ਤੇ ਅੱਜ ਤਾਂ ਤੁਸੀਂ ਵੀ ਦੱਸ ਦਿਓ ਵੀ ਤੁਸੀਂ ਅੱਜ ਤਾਈਂ ਕਿਹੜੀ ਜਿਨ੍ਹਾਂ ਦੇ ਮਹਾਂਪੁਰਖਾਂ ਦੀਆਂ ਪੋਸਟਰ ਲਾ ਕੇ ਪਿਛਲੇ ਕਈ ਸਾਲਾਂ ਤੋਂ ਜਿਨ੍ਹਾਂ ਨੇ ਪੋਸਟਰ ਲਾ ਕੇ ਸਾਰੀ ਸੰਗਤ ਨੂੰ ਬੇਵਕੂਫ ਵੀ ਬਣਾਇਆ, ਉਹ ਵੀ ਦੱਸ ਦੇਣ ਅੱਜ ਤਾਈਂ ਮਹਾਂਪੁਰਖਾਂ ਦੇ ਲਈ, ਸ਼ਹੀਦਾਂ ਲਈ ਉਹਨੇ ਕੀ ਕੀਤਾ। ਬਾਕੀ ਇਹ ਜਿਹੜਾ ਬਹੁਤ ਸਾਰੇ ਕਈ ਲੋਕ ਹੋਰ ਵੀ ਕਹਿੰਦੇ ਨੇ ਜੀ ਇਹ 6 ਜੂਨ ਦੇ ਵਿੱਚ ਜਿਹੜਾ ਵਿਵਾਦ ਛੇੜਤਾ, ਇਹਦੇ ਵਿੱਚ ਵਿਵਾਦ ਕਿਹੜਾ ਹੈ ਭਾਈ? ਹਨਾ, ਵਿਵਾਦ ਛੇੜਨ ਵਾਲਾ ਤਾਂ ਹੋਰ ਦੂਸਰੀ ਅੱਗੇ ਸੰਪਰਦਾਵਾਂ ਨੂੰ ਇੰਨਾ ਭੌਂਕਦਾ ਹੀ ਰਿਹਾ ਜੀ। ਉੱਥੋਂ ਐ ਅਮਲੀ ਬਣ ਕੇ ਆਉਂਦੇ ਸ਼੍ਰੀ ਅਨੰਦਪੁਰ ਸਾਹਿਬ ਤੋਂ, ਇਹ ਐ ਕਿਉਂ ਘੋਟਦੇ ਆ, ਇਹ ਐ ਕਿਉਂ ਕਰਦੇ ਆ, ਤੇ ਕਿੰਨਾ ਕੁ ਆਪਾਂ ਉਹਨਾਂ ਨੂੰ ਅੱਗੇ ਉਹਨਾਂ ਨੇ ਇਹ ਬਾਕੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਕਿੰਨਾ ਕੁ ਕਰ ਲਿਆ, ਕੀ ਕੁਝ ਕਰ ਲਿਆ। ਜਦੋਂ ਕੋਈ ਹੈੱਡਕੁਆਰਟਰ ਦਮਦਮੀ ਟਕਸਾਲ ਦੀ ਜਿੱਥੇ ਮਹਿਤੇ ਦੀ ਗੱਲ ਆਉਂਦੀ ਆ ਫਿਰ ਤੇ ਸਾਰੇ ਸ਼ੇਰ ਆ। ਦੂਜੀ ਗੱਲ ਜਿਹੜਾ ਆਪਾਂ ਕਰਨੀ ਚਾਹੁੰਦੇ ਆ ਨਾ, ਜਿਹੜੇ ਯਾਰ ਭੇਡਾਂ ਦੇ ਇਹ ਪੇਜ ਬਣਾਏ ਹੋਏ ਆ, ਇੱਥੇ ਦਾ ਵੀ ਪੇਜ ਬਣਿਆ ਹੋਇਆ ਜੀ, ਉਹ ਫਲਾਨੀ ਹੋ ਗਈ ਧਮਕਾਨੀ ਹੋ ਗਈ। ਤੁਸੀਂ ਥੋੜੇ ਇਹ ਨਾ ਸੋਚੋ, ਇਹ ਅੱਗੇ ਪੰਥ 'ਚ ਇੱਦਾਂ ਦਾ ਮਾੜਾ ਮੋਟਾ ਚੱਲਦਾ ਰਿਹਾ, ਬਹੁਤ ਵਾਰੀ ਹੁੰਦਾ ਰਿਹਾ। ਤੁਸੀਂ ਇਹ ਨਾ ਸੋਚੋ ਵੀ ਤੁਹਾਨੂੰ ਭੁੱਲ ਜਾਣਾ ਕਿਸੇ ਨੂੰ। ਤੁਸੀਂ ਹੁਣ ਸ਼ੇਰ ਨਾ ਬਣੋ ਇਹਨਾਂ ਦੀਆਂ ਦੁਬਾਰਾ ਫੋਟੋਆਂ ਇਹ ਵੀਡੀਓ ਚਾੜ ਕੇ ਹੈ ਨਾ, ਤੁਸੀਂ ਸ਼ੇਰ ਨਾ ਬਣੋ। ਤੁਸੀਂ ਉੱਥੇ ਭੇਡਾਂ ਵਾਲਾ ਹੀ ਕੰਮ ਤੁਹਾਡਾ ਰਹਿਣਾ। ਤੁਸੀਂ ਨਾ ਉਹ ਬਹੁਤਾ ਦੇਖੋ ਵੀ ਸ਼ਾਇਦ ਪਤਾ ਨਹੀਂ ਹੁਣ ਕੀ ਹੋ ਜਾਣਾ, ਐ ਹੋ ਜਾਣੀ, ਕੁਝ ਨਹੀਂ ਹੋਣਾ। ਇੱਦਾਂ ਦਾ ਪੰਥ ਦੇ ਵਿੱਚ ਬਹੁਤ ਕੁਝ ਅੱਗੇ ਪਹਿਲਾਂ ਵੀ ਹੁੰਦਾ ਰਿਹਾ। ਇਹਦੇ ਵਿੱਚ ਤਾਂ ਹੁਣ ਪਰਖ ਆਪੇ ਹੋ ਜਾਣੀ ਆ। ਜਿਹੜੀ ਏਡੀ ਭੈੜੀ ਸ਼ਬਦਾਵਲੀ ਬੋਲ ਸਕਦੇ ਆ ਕਿਸੇ ਲਈ, ਉਹ ਕਿੰਨੇ ਕੁ ਸੁਹਿਰਦ ਹੋਣਗੇ। ਹਨਾ, ਮਹਾਂਪੁਰਖਾਂ ਲਈ ਇਹ ਮੈਂ ਫਿਰ ਬਾਰ-ਬਾਰ ਮੈਂ ਇਹੋ ਕਹਿਣਾ, ਜਿਹੜੀ ਇਹ ਬਾਬਾ ਦੀਪ ਸਿੰਘ ਦੇ ਵਾਰਸਾਂ ਦੀ ਲੈਂਗੁਏਜ ਨਹੀਂ ਹੈਗੀ। ਇਹ ਬਾਬਾ ਠਾਕਰ ਸਿੰਘ ਜੀ ਉਹਨਾਂ ਦੇ ਮਹਾਂਪੁਰਖਾਂ ਦੇ ਜਿਹੜਾ ਉਹਨਾਂ ਦੇ ਬਚਨਾਂ ਤੇ ਪਹਿਰਾ ਦੇਣ ਵਾਲਿਆਂ ਦੀ ਲੈਂਗੁਏਜ ਨਹੀਂ ਹੈਗੀ ਭਾਈ ਅਮਰੀਕ ਸਿੰਘ ਜੀ। ਇਹ ਉਹਨਾਂ ਦੀ ਲੈਂਗੁਏਜ ਨਹੀਂ ਜਿਹੜੀ ਤੁਸੀਂ ਅੱਜ ਬਾਬਾ ਹਰਨਾਮ ਸਿੰਘ ਉਹਨਾਂ ਦੇ ਪ੍ਰਤੀ ਬੋਲੀ ਆ। ਇਹ ਇੱਕ ਗਿਣੀ ਮੱਥੀ ਸਾਜ਼ਿਸ਼ ਆ ਜੀ। ਪਹਿਲਾਂ ਇਹ ਗੁਰਪ੍ਰੀਤ ਵੱਲੋਂ ਇਹਨੂੰ ਚਾਲੂ ਕੀਤਾ ਗਿਆ, ਅਸੀਂ ਉੱਥੇ ਦੇ ਗਿਆਨੀਆਂ ਬਾਬਤ ਬੋਲਾਂਗੇ। ਤੁਸੀਂ ਅੱਗੇ ਇਹ ਸਟੈਪ ਲਿਓ, ਕਿਉਂਕਿ ਇਹਦੇ ਵੱਲੋਂ ਬਾਰ-ਬਾਰ ਇਹੋ ਹੀ ਗੁਰਪ੍ਰੀਤ ਵੱਲੋਂ ਵੀ ਭਾਈ ਜਨਾਲਾ ਸਾਹਿਬ ਉਹਨਾਂ ਦਾ ਨਾਮ ਲੈਣਾ, ਫਿਰ ਹੋਰ ਵੀ ਕਈ ਜਥੇਬੰਦੀਆਂ ਦਾ, ਤੇ ਉਸ ਤੋਂ ਬਾਅਦ ਲਾਸਟ ਵਾਲੀ ਵੀਡੀਓ ਦੇ ਵਿੱਚ ਇਹਦਾ ਢਾਡੀ ਤਰਸੇਮ ਸਿੰਘ ਮੋਹਰਾ ਵਾਲੀ ਦੇ ਵੇਦ ਵੱਲੋਂ ਨਾਮ ਲਿਆ ਗਿਆ ਸੀ ਵੀ ਉਹਨੂੰ ਵੀ ਟੈਗ ਕਰ ਦਿਓ, ਫਲਾਨੇ ਨੂੰ ਵੀ ਟੈਗ ਕਰ ਲਿਓ। ਇਹ ਸੋਚਦੇ ਆ ਵੀ ਸਾਡੇ ਨਾਲ ਫਲਾਨਾ ਵੀ ਹੈਗਾ, ਫਲਾਨਾ ਵੀ ਹੈਗਾ, ਫਲਾਨਾ ਵੀ ਹੈਗਾ। ਪਰ ਇੱਕ ਮੈਂ ਬੇਨਤੀ ਦੱਸ ਦਿੰਦਾ ਜੀ, ਮਹਿਤੇ ਦੇ ਵਿੱਚ ਬਾਬਾ ਜਰਨੈਲ ਸਿੰਘ ਮਹਾਂਪੁਰਖਾਂ ਦੇ, ਬਾਬਾ ਠਾਕਰ ਸਿੰਘ ਹੋਣਾ ਜੀ, ਉਹਨਾਂ ਦੇ ਹਜੇ ਉੱਥੇ ਬੰਦਗੀ ਵਾਲੇ ਕਮਰੇ ਉੱਥੇ ਸ਼ਹੀਦਾਂ ਦੇ, ਤੇ ਬਾਕੀ ਹੋਰ ਕਿੰਨੇ ਅਨੇਕਾਂ ਸ਼ਹੀਦ ਜਿਹੜੇ ਹੋਏ ਆ ਉਹਨਾਂ ਦਾ, ਉਹ ਅੱਜ ਵੀ ਉੱਥੇ ਬੈਠੇ ਨੇ। ਜਿਵੇਂ ਕਿ ਜੂਨ 1984 ਦੇ ਵਿੱਚ ਇਹ ਬਾਬਾ ਦੀਪ ਸਿੰਘ ਨੇ ਅੱਗੇ ਟੈਂਕ ਨਹੀਂ ਲੰਘਣ ਦਿੱਤਾ, ਤੇ ਮਹਿਤੇ ਦੇ ਵਿੱਚ ਮੇਰਾ ਆਪਣਾ ਵਿਸ਼ਵਾਸ ਆ, ਬਾਕੀ ਮੈਨੂੰ ਬਾਕੀਆਂ ਦਾ ਪਤਾ ਨਹੀਂ, ਤੇ ਮਹਿਤੇ ਦੇ ਵਿੱਚ ਵੀ ਉੱਥੇ ਦੇ ਸ਼ਹੀਦਾਂ ਦਾ ਪੂਰਾ ਪਹਿਰਾ ਆ, ਉਹਦੇ ਵੱਲ ਕੋਈ ਉਂਗਲ ਨਹੀਂ ਕਰ ਸਕਦਾ। ਉਹ ਭਾਵੇਂ ਆਪਣੇ ਹੋਣ ਜਾਂ ਇਸ ਸਿੱਖੀ ਲਿਬਾਸ ਦੇ ਵਿੱਚ ਕੋਈ ਦੂਸਰੇ ਤੀਸਰੇ ਹੋਣ, ਹਨਾ, ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ। ਸਾਡੇ ਪਿਛਲੇ 10 ਸਾਲਾਂ ਦੇ ਦੇਖਦਿਆਂ ਦੇ ਵਿੱਚ ਹੀ ਹੋਇਆ। ਜਿਹੜੇ ਉਹਨਾਂ ਨੂੰ ਮੂੰਹ ਚੱਕ ਕੇ ਮਹਿਤੇ ਵੱਲ ਨੂੰ ਭੌਂਕਦੇ ਨੇ, ਤੇ ਉਹ ਤੁਸੀਂ ਆਪ ਵੀ ਵੇਖ ਲਿਓ, ਸਾਰੀ ਸੰਗਤ ਨੂੰ ਵੀ ਪਤਾ ਉਹਨਾਂ ਦਾ ਅੱਜ ਕਿੱਥੇ ਹਾਲ ਆ, ਕਿੱਥੇ ਕੋ ਬੈਠੇ ਨੇ। ਹਾਂਜੀ, ਬਾਕੀ ਦੁਨੀਆ ਭਰ ਦੇ ਵਿੱਚ ਇਸ ਵੇਲੇ ਸਿੱਖੀ ਦਾ ਬੋਲਬਾਲਾ ਹੋ ਰਿਹਾ। ਗੋਰੇ ਵੀ ਤੁਹਾਡੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਗਏ, ਪਰ ਸਾਡੇ ਬੰਦੇ ਹਜੇ ਵੀ ਦਾੜੇ ਵੀ ਚਿੱਟੇ ਹੋ ਗਏ, ਹਜੇ ਉੱਥੇ ਹੀ ਸੋਚ ਬੈਠੀ ਆ। ਸਾਡੀ ਸੋਚ ਹਜੇ ਤੱਕ ਨਹੀਂ ਵਧੀ। ਅਸੀਂ ਹਜੇ ਵੀ ਉੱਥੇ ਦੇ ਉੱਥੇ ਹੀ ਬੈਠੇ ਆ ਵੀ ਪਤਾ ਉਹ ਇੰਨਾ ਠੀਕ ਆ, ਹੁੰਦੀ ਆ ਬੰਦੇ ਦੇ ਵਿੱਚ, ਮੈਂ ਈਰਖਾ ਕਹਿ ਸਕਦੇ ਆ, ਪਰ ਈਰਖਾ ਦੀ ਕੋਈ ਲਿਮਿਟ ਤਾਂ ਰੱਖੋ ਯਾਰ। ਤੁਸੀਂ ਆਪਣੇ ਆਪ ਨੂੰ ਦਮਦਮੀ ਟਕਸਾਲ, ਉਹ ਯੋਧਿਆਂ ਦੀ ਖਾਨ ਦੇ ਸਟੂਡੈਂਟ ਕਹਾਉਣ ਵਾਲੇ, ਐਡੀ ਕੀ ਗੱਲ ਤੁਹਾਡੇ ਕੋਲ? ਤੁਹਾਡੀ ਵਿਦਵਤਾ ਮੁੱਕ ਗਈ ਯਾਰ। ਉਹ ਇੰਨਾ ਘਰਾਂ ਦੇ ਤੁਸੀਂ, ਮੈਂ ਫੇਰ ਵਾਰ-ਵਾਰ ਕਹਿੰਦਾ, ਲੋਕਾਂ ਦੀਆਂ ਧੀਆਂ ਭੈਣਾਂ ਬਚਾਉਣ ਵਾਲੇ ਉਹ ਬਾਬਾ ਜਰਨੈਲ ਸਿੰਘ ਤਾਂ ਦੂਜਿਆਂ ਦੀਆਂ ਧੀਆਂ ਵਸਾਉਣ ਵਾਲੇ, ਉਹਨਾਂ ਦੇ ਵਾਰਸਿਆਂ ਤੁਸੀਂ ਹੋਏ। ਉਹਨਾਂ ਦਾ ਨਾਮ ਲੈ ਕੇ ਤੁਸੀਂ ਅੱਜ ਤਾਈਂ ਇੱਥੇ ਤਾਈਂ ਆਏ ਆ, ਤੁਹਾਡੀ ਜਾਣ ਪਛਾਣ ਬਣੀ ਆ, ਤੁਸੀਂ ਉਹਨਾਂ ਦੇ ਵਾਰਸ ਆ ਯਾਰ।
ਵੀ ਤੁਹਾਡੀ ਵਿਦਵਤਾ, ਬੰਦੇ ਦੀ ਜਦੋਂ ਵਿਦਵਤਾ ਮੁੱਕ ਜਾਂਦੀ ਆ ਉਦੋਂ ਬੰਦਾ ਗਾਲਾਂ ਤੇ ਆਉਂਦਾ। ਵੀ ਮੇਰੇ ਕੋਲ ਗੱਲ ਕਰਨ ਦੀ ਜਦੋਂ ਮੁੱਕ ਜਾਂਦਾ ਨਾ, ਵੀ ਮੇਰੇ ਕੋਲ ਹੁਣ ਬਸ ਕੁਝ ਨਹੀਂ ਹੈਗਾ ਮੇਰੇ ਪੱਲੇ, ਫੇਰ ਬੰਦਾ ਗਾਲਾਂ ਤੇ ਆਉਂਦਾ। ਗੱਲ ਤਾਂ ਕੁਝ ਵੀ ਨਹੀਂ, ਬਾਤ ਦਾ ਬਤੰਗੜ ਬਣਾਉਨੇ ਆ। ਬਾਕੀ ਸਾਰੇ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਸਿੱਖ ਵਸਦੇ ਨੇ, ਆਹ ਦੇਖੋ, ਹੱਥ ਜੋੜ ਕੇ ਮੈਂ ਬੇਨਤੀ ਕਰਦਾ ਜੀ, ਦਮਦਮੀ ਟਕਸਾਲ ਜਦੋਂ ਤੋਂ ਇਹ ਗੁਰੂ ਸਾਹਿਬ ਜੀਆਂ ਨੇ ਵਰਸਾਈ ਆ, ਉਦੋਂ ਤੋਂ ਲੈ ਕੇ ਸਾਰੇ ਹੀ ਸਿੱਖਾਂ ਨੂੰ, ਦਲ ਪੰਥ ਨੂੰ ਨਾਲ ਲੈ ਕੇ ਚੱਲਦੀ ਆ। ਭਾਵੇਂ ਤੁਸੀਂ ਵੇਖ ਲਿਓ ਬਾਬਾ ਜਰਨੈਲ ਸਿੰਘ ਹੁਣਾਂ ਦਾ ਸੰਘਰਸ਼ ਸੀ, ਉਹਨਾਂ ਮਹਾਂਪੁਰਖਾਂ ਦਾ, ਉਹਦੇ ਵਿੱਚ ਤੁਹਾਨੂੰ ਫਰਲੇ ਵਾਲੇ ਵੀ ਮਿਲਣਗੇ, ਉਹਦੇ ਵਿੱਚ ਤੁਹਾਨੂੰ ਟਕਸਾਲ ਦੇ ਵਿਦਿਆਰਥੀ ਤਾਂ ਹੈਗੇ ਸੀ, ਉਹਦੇ ਵਿੱਚ ਜਥੇ, ਤੁਹਾਨੂੰ ਅਖੰਡ ਕੀਰਤਨੀ ਜਥੇ ਦੇ ਵੀ ਸਿੰਘ ਮਿਲਣਗੇ। ਹਾਂਜੀ, ਉਹਦੇ ਵਿੱਚ ਸਾਰਿਆਂ ਨੂੰ, ਕਿਉਂਕਿ ਜਿੱਥੇ ਇਹ ਕੋਈ ਪਰਿਵਾਰਕ ਜਥੇਬੰਦੀ ਨਹੀਂ ਹੈਗੀ, ਜਿੱਦਾਂ ਬਾਕੀ ਕਈ ਸਾਡੀਆਂ ਜਥੇਬੰਦੀਆਂ ਉਹ ਵੀ ਸਤਿਕਾਰਯੋਗ ਨੇ, ਉਹਨਾਂ ਦੇ ਪਿਤਾ ਤੋਂ ਅੱਗੇ ਚੱਲਦੀਆਂ ਆਉਂਦੀਆਂ ਹਨਾ। ਇਹ ਜਿਹੜੀ ਦਮਦਮੀ ਟਕਸਾਲ ਆ, ਇਹ ਇਦਾਂ ਨਹੀਂ ਚੱਲੀ ਵੀ ਜਿਹੜੇ ਇੱਕੋ ਹੀ ਗਾਹਾਂ ਪਿਤਾ ਤੋਂ ਅਗਲੇ ਪੁੱਤ ਨੂੰ, ਅਗਲੇ ਪੋਤਰੇ ਨੂੰ, ਗਾਹਾਂ ਤੋਂ ਗਾਹਾਂ ਇਦਾਂ ਨਹੀਂ ਚੱਲਦੀ ਆਈ। ਇਹ ਗੁਰੂ ਸਾਹਿਬ ਜੀਆਂ ਨੇ ਉਹਨਾਂ ਦੇ ਸਿਰਾਂ ਤੇ ਹੀ ਦਸਤਾਰ ਮੁਖੀ ਦੀ ਬਣਾਈ ਆ, ਜਿਨ੍ਹਾਂ ਤੋਂ ਸੇਵਾ ਲੈਣੀ ਆ। ਹਾਂਜੀ, ਤੇ ਬਾਕੀ ਇਸ ਵੇਲੇ ਸਮੇਂ ਜੋ ਅਸੀਂ ਹਾਲਾਤ ਬਣਾਏ ਹੋਏ ਆ, ਇਸ ਵੇਲੇ ਉਸ ਹਾਲਾਤਾਂ ਦੇ ਹਿਸਾਬ ਨਾਲ ਅੱਜ ਤਾਂ ਸਾਰੇ ਸੰਸਾਰ ਨੂੰ ਪਤਾ ਲੱਗ ਗਿਆ ਵੀ ਦਮਦਮੀ ਟਕਸਾਲ ਮਹਿਤਾ ਹੈੱਡਕੁਆਟਰ ਕੀ ਸੇਵਾ ਕਰਦਾ ਤਾਂ ਕੀ ਨਹੀਂ ਕਰਦਾ। ਮੁਸ਼ਕਲ ਕੀ ਆਨ ਬਣੀ ਸੀ, ਤੁਹਾਨੂੰ ਮੈਂ ਪਿਛਲੀਆਂ ਵੀਡੀਓ ਵਿੱਚ ਵੀ ਕਿਹਾ ਸੀ। ਜਿਹੜਾ ਪਿਛਲੇ ਸਾਲ ਦੇ ਵਿੱਚ ਜੋ 6 ਜੂਨ ਦਾ ਘੱਲੂ ਘਰ ਦੇ ਵਿੱਚ ਇਹ ਮਹਾਂਪੁਰਖਾਂ ਬਾਬਾ ਹਰਨਾਮ ਸਿੰਘ ਹੁਣੀ, ਇਹ ਸਾਰੇ ਜਿਹੜੇ ਉੱਥੇ ਸਾਰੇ ਦਲ ਪੰਥ, ਸਾਰੀਆਂ ਸੰਪਰਦਾਵਾਂ ਨੂੰ ਇੱਕ ਸਟੇਜ ਤੇ ਇਕੱਠੇ ਕਰ ਲਿਆ ਸੀ। ਉਹਨਾਂ ਦੇ ਨਾਲ ਇਹ ਸਾਰੇ ਪੰਥ ਦੋਖੀਆਂ ਦਾ, ਜੋ ਏਜੰਸੀਆਂ ਦਾ, ਸਾਰਿਆਂ ਦਾ ਨਾ ਢੂਆ ਪਾਟ ਗਿਆ ਸੀ ਵੀ ਇਹ ਕੀ ਹੋਣ ਲੱਗ ਗਿਆ। ਹਾਂਜੀ, ਤੇ ਜਿਹੜਾ ਇੱਕੋ ਕਿਸੇ ਦੇ ਮਗਰ RSS ਜਾਂ ਫਲਾਨੀ ਲਾ ਕੇ, ਫਲਾਨਾ ਲਾ ਕੇ ਐਵੇਂ ਗੱਲ ਨਾ ਕਰੋ। ਸਾਨੂੰ ਬਾਬਾ ਜਰਨੈਲ ਸਿੰਘ ਜੀ ਇਹੀ ਕਹਿੰਦੇ ਹੁੰਦੇ ਸੀ ਆਪਣੀ, ਇਹਨਾਂ ਨੇ ਸਪੀਚਾਂ ਵਿੱਚ ਸੁਣ ਲਓ, ਕਹਿੰਦੇ ਖਤਰਾ ਸਿੱਖ ਪੰਥ ਨੂੰ ਕਿਹਦੇ ਤੋਂ, ਇਹਨਾਂ ਤੋਂ ਆਪਣਿਆਂ ਤੋਂ ਹੀ ਖਤਰਾ ਆ, ਦੂਸਰੇ ਤੀਜਿਆਂ ਤੋਂ ਖਤਰਾ ਕਾਹਦਾ ਹੋਣਾ। ਹਾਂਜੀ, ਤੇ ਬਾਕੀ ਦੱਸ ਦਿੰਦੇ ਆ, ਜਿਹੜਾ ਸ਼੍ਰੀ ਦਸਮ ਦਾ ਪਾਠ ਬੋਧ ਕਰਾਇਆ ਇਹ ਮਹਾਂਪੁਰਖਾਂ ਨੇ, ਮੇਰਾ ਖਿਆਲ 2008, ਮੈਨੂੰ ਪੱਕੀ ਤਰ੍ਹਾਂ ਯਾਦ ਨਹੀਂ ਡੇਟ ਕਿਹੜੀ ਸੀ, ਮਾਤਾ ਸਾਹਿਬ ਕੌਰ ਜੀ ਦੇ ਹੁਣਾਂ ਦੇ ਅਸਥਾਨ ਤੇ ਜੋ ਹਜੂਰ ਸਾਹਿਬ ਦੇ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਦਸਮ ਦਾ ਜੋ ਇਹ ਪਾਠ ਬੋਧ ਸਮਾਗਮ ਹੋਇਆ, ਉਹ ਇਹਨਾਂ ਬਾਬਾ ਹਰਨਾਮ ਸਿੰਘ ਜੀ ਹੁਣਾਂ ਵੱਲੋਂ ਕਰਾਇਆ ਗਿਆ। ਹਾਂਜੀ, ਤੇ ਜਿਹੜੇ ਮੇਰਾ ਖਿਆਲ ਨਹੀਂ, ਮੈਨੂੰ ਲੱਗਦਾ ਪੰਥ ਦੇ ਵਿੱਚ ਇਹ ਪਾਠ ਬੋਧ ਸਮਾਗਮ ਕਦੇ ਜਾਂ ਹੋਰ ਸੰਪਰਦਾਵਾਂ ਦੇ ਵੱਲੋਂ ਕਰਾਇਆ ਗਿਆ ਹੋਵੇ, ਜਿੱਥੇ ਤੱਕ ਮੈਨੂੰ ਪਤਾ, ਸ਼ਾਇਦ ਹੋਵੇ ਵੀ, ਮੈਨੂੰ ਲੱਗਦਾ ਨਹੀਂ। ਪਰ ਹਾਂਜੀ, ਤੇ ਉਸ ਤੋਂ ਬਾਅਦ ਪਟਿਆਲੇ ਦੇ ਵਿੱਚ ਮੇਰਾ ਖਿਆਲ ਉਹ 2000 ਕੁਛ ਸਾਹਮਣੇ, ਜਿਹਦੇ ਵਿੱਚ ਬਾਬਾ ਸੁਰਜੀਤ ਸਿੰਘ ਮਹਿਰੋ ਵਾਲੇ, ਹੋਰ ਵੀ ਸਾਰੇ ਜਿਹੜੇ ਸੰਪਰਦਾਵਾਂ ਦੇ ਸੀਗੇ ਵਿਦਵਾਨ ਸੀ, ਉਹਨਾਂ ਰਲ ਮਿਲ ਕੇ ਪਟਿਆਲੇ ਕਰਵਾਇਆ। ਹਾਂਜੀ, ਉਸ ਤੋਂ ਬਾਅਦ ਸਾਰੇ ਇਹ ਸੈਮੀਨਾਰ ਕਰਵਾਏ ਗਏ ਹਨਾ। ਉਸ ਤੋਂ ਬਾਅਦ ਹੁਣ ਜਦੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲ ਆਇਆ, ਤੇ ਉਦੋਂ ਵੀ ਉੱਥੇ ਸੁਲਤਾਨਪੁਰ ਦੇ ਵਿੱਚ ਕਰਵਾਇਆ ਗਿਆ ਹਨਾ। ਤੇ ਜਿਹੜੇ ਅੱਜ ਵੀ ਦੁਨਿਆਵੀ ਵਿੱਦਿਆ ਦੇ ਰਹੇ ਆ, ਜਾਂ ਗੁਰਮਤਿ ਦੀ ਵਿੱਦਿਆ ਵੀ ਦੇ ਰਹੇ ਆ, ਤੇ ਉਹਦੇ ਵੀ ਤੁਸੀਂ ਵੇਖ ਲਓ ਕੌਣ ਦੇ ਰਿਹਾ। ਹਾਂਜੀ, ਤੇ ਹੋਰ ਟਕਸਾਲ ਤੋਂ ਤੁਸੀਂ ਕਰਾਉਣਾ ਕੀ ਆ ਦੱਸੋ। ਸ਼ਾਸਤਰ ਤੇ ਪਹਿਰਾ ਦਿੰਦੀ ਆਈ ਆ ਟਕਸਾਲ, ਤੇ ਅੱਜ ਵੀ ਦੇ ਰਹੀ ਆ। ਪਰ ਲਾਸਟ ਦੇ ਵਿੱਚ ਮੈਂ ਇਹੋ ਹੀ, ਜੋ ਭਾਈ ਅਮਰੀਕ ਸਿੰਘ ਜੀ ਹੋਣਾ ਨੇ ਇਹ ਆਪਣੇ ਬਾਬਾ ਹਰਨਾਮ ਸਿੰਘ ਜੀ ਹੋਣਾ ਬਾਬਤ ਜੋ ਸ਼ਬਦਾਵਲੀ ਲਾਈਵ ਹੋ ਕੇ ਬੋਲੀ ਆ, ਅਸੀਂ ਇਹਦੀ ਬਹੁਤ ਵੀ ਜਿੰਨੀ ਵੀ ਅਸੀਂ ਕਹਿ ਲਓ ਜੀ, ਸਾਡੀ ਔਕਾਤ ਤੋਂ ਵੀ ਜ਼ਿਆਦਾ ਮੈਂ ਤਾਂ ਕਹਿ ਸਕਦਾ। ਇਹ ਕਹਿ ਦੇਣਗੇ ਜੀ ਤੁਹਾਡੀ ਕੀ ਦੇਣ ਆ, ਤੁਹਾਡਾ ਕੀ ਕੀਤਾ, ਭਾਈ ਸਾਹਿਬ ਤਾਂ ਆਹ ਕਰਦੇ ਆ, ਭਾਈ ਸਾਹਿਬ ਤਾਂ ਉਹ ਕਰਦੇ ਆ ਹਨਾ। ਠੀਕ ਆ, ਕਰਦੇ ਆ, ਉਹ ਕਰਦਿਆਂ ਦਾ ਵੀ ਕੀ ਫਾਇਦਾ ਜੇ ਐਡੀ ਉਹ ਕੁੰਚੇ ਦਾ ਇਸ਼ਨਾਨ ਵਾਲਾ ਹੀ ਕੰਮ ਕਰ ਲੈਣਾ। ਹਾਂਜੀ, ਉਹ ਕਰਦਿਆਂ ਦਾ ਵੀ ਕੀ ਫਾਇਦਾ, ਕਿਉਂਕਿ ਅੱਜ ਇਹ ਮਜਬੂਰੀ ਬਣ ਗਈ ਆ। ਕਈਆਂ ਨੂੰ ਲੱਗਦਾ ਹੋਣਾ ਜੀ ਇਹ ਨਹੀਂ ਜੀ, ਇਹ ਇੱਕ ਪੱਖ ਦੀ ਗੱਲ ਕਰਦੇ ਆ, ਬਿਲਕੁਲ ਨਹੀਂ। ਫੇਰ ਲਾਸਟ ਵਿੱਚ ਇਹ ਕਹਿੰਦੇ ਆ ਬ੍ਰਹਮ ਕਵਚ ਦੀ ਗੱਲ ਹੋਈ ਸੀ, ਉਹ ਉੱਥੇ ਜੇ ਕਹਿੰਦੇ ਜੀ ਜਿਹੜੇ ਗ੍ਰੰਥਾਂ 'ਚ ਹੈਗਾ, ਜਿਹੜਿਆਂ 'ਚ ਨਹੀਂ ਹੈਗਾ, ਉੱਥੇ ਸਾਰੇ ਗ੍ਰੰਥ ਲੈ ਜਾਓ। ਉਹ ਤਾਂ ਬੈਠ ਕੇ ਗੱਲ ਕਰਨ ਨੂੰ ਹੀ ਕਹਿੰਦੇ, ਉਹਨਾਂ ਨਾਲ ਗੱਲ ਕਰ ਲਓ, ਫਿਰ ਫੈਸਲਾ ਹੋ ਜਾਊ। ਜੇ ਐਡੀ ਭੱਦੀ ਸ਼ਬਦਾਵਲੀ, ਜਾਂ ਇਹ ਗੁਰਪ੍ਰੀਤ ਸਿੰਘ ਵਰਗੇ, ਜਾਂ ਇਹ ਭਾਈ ਸਾਹਿਬ ਅਜਨਾਲਾ ਜੀ ਵਰਗੇ, ਹਾਂਜੀ ਅਮਰੀਕ ਸਿੰਘ ਅਜਨਾਲਾ ਜੀ ਵਰਗੇ, ਜਾਂ ਹੋਰ ਵੀ ਬੋਲਣਗੇ, ਇਹਨਾਂ ਨਾਲ ਤਾਂ ਆਪਣਾ ਝੱਗਾ ਤੁਸੀਂ ਚੱਕੋਗੇ, ਕਿਸੇ ਦਾ ਕੀ ਵਿਗੜਨਾ।
ਹਾਂਜੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਆਪਾਂ ਇਹ ਚੀਜ਼ ਦੀ ਘੋਰ ਨਿੰਦਾ ਕਰਦੇ ਹਾਂ ਜਿਹੜੇ ਇਹ ਭਾਈ ਅਮਰੀਕ ਸਿੰਘ ਜੀ ਹੁਣਾਂ ਨੇ ਬਾਬਾ ਹਰਨਾਮ ਸਿੰਘ ਜੀ ਹੁਣਾਂ ਬਾਬਤ ਜੋ ਇਹ ਭਾਸ਼ਾ ਵਰਤੀ ਆ, ਬਹੁਤ ਹੀ ਨਿੰਦਣਯੋਗ ਆ। ਬਾਕੀ ਕੋਸ਼ਿਸ਼ ਕਰਦੇ ਹਾਂ, ਪਤਾ ਨਹੀਂ ਅੱਜ ਸ਼ਾਮ ਨੂੰ ਆਪਾਂ ਪ੍ਰੋਗਰਾਮ ਕਰਾਂਗੇ, ਉਸ ਵਿੱਚ ਵੀ ਗੱਲਬਾਤ ਆਪਾਂ ਕਰਾਂਗੇ ਜੀ। ਤੇ ਪਰ ਇਹ ਜਿਹੜੀ ਵੀਡੀਓ ਜੇ ਤਾਂ ਤੁਹਾਨੂੰ ਚੰਗੀ ਲੱਗਦੀ ਜ਼ਰੂਰ ਸ਼ੇਅਰ ਕਰੋ। ਪਰ ਲਾਸਟ ਦੇ ਵਿੱਚ ਮੈਂ ਜਿਹੜੇ ਵਿਦਵਾਨ ਅੱਗੇ ਇੰਨੇ ਸਾਡੇ ਫੇਸਬੁੱਕ ਤੇ ਰੋਜ਼ ਲਾਈਵ ਹੋਣ ਵਾਲੇ ਸੀ, ਅੱਜ ਜੇ ਉਹ ਚੁੱਪ ਕਰਕੇ ਬੈਠੇ ਆ ਤੇ ਇਹ ਫਿਰ ਆਪਾਂ ਵੀ ਕੋਈ, ਮੇਰਾ ਨਹੀਂ ਖਿਆਲ ਵੀ ਪੰਥਕ ਹੋਵਾਂਗੇ। ਤੇ ਇਹਦੀ ਚਿੰਤਾ ਨਾ ਕਰੋ ਵੀ ਜਿਹੜੇ ਪੰਥ ਨਿੰਦਕ ਜਿਹੜੇ ਪਹਿਲੇ ਸੱਚ ਦੇ ਪ੍ਰਚਾਰ ਵਾਲੇ ਜਾਂ ਭੇਡਾਂ ਵੀ ਚੱਕ ਇਹਨਾਂ ਦੀਆਂ ਵੀਡੀਓ ਆਪਣੇ ਪੇਜਾਂ ਤੇ ਪਾ ਕੇ ਉਹ ਵੱਡੇ ਸੂਰਮੇ ਬਣ ਜਾਣੇ ਆ। ਕੋਈ ਗੱਲ ਨਹੀਂ, ਤੁਹਾਡੀ ਤਾਂ ਰੇਲ ਉਦਾਂ ਹੀ ਬਣਨੀ ਆ ਜਿੱਦਾਂ ਪਹਿਲਾਂ ਬਣਦੀ ਸੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਵੱਸਦੀ ਸਿੱਖ ਕੌਮ ਨੂੰ ਜਾਗੋ ਵਾਲੇ ਜਥੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ, ਦਾਸ ਆਪਣੀ ਆਪ ਦੀ ਸੇਵਾ ਵਿੱਚ ਹਾਜ਼ਰ ਹੋਇਆ ਹੈ, ਕਿਉਂਕਿ ਆਪਾਂ ਨੂੰ ਪਤਾ ਕਿ ਜੂਨ ਦੇ ਮਹੀਨੇ ਵਿੱਚ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਤੋਂ ਬਾਬਾ ਹਰਨਾਮ ਸਿੰਘ ਜੀ ਨੇ ਇਹ ਬ੍ਰਹਮ ਕਵਚ ਬਾਰੇ ਕੋਈ ਵਿਚਾਰ ਦਿੱਤੇ ਸੀ ਅਤੇ ਉਸ ਨੂੰ ਲੈ ਕੇ ਮੇਰਾ ਖਿਆਲ 1-2 ਦਿਨਾਂ ਦੇ ਵਿੱਚ ਭਾਈ ਅਮਰੀਕ ਸਿੰਘ ਜੀ ਅਜਨਾਲਾ ਉਹਨਾਂ ਨੇ ਬਿਆਨ ਦਿੱਤਾ ਕਿ ਇਹ ਤੋਂ ਮੇਰੇ ਨਿੱਜੀ ਵਿਚਾਰ ਹਨ। ਇਸ ਨੂੰ ਲੈ ਕੇ ਉਹਨੇ ਕਾਫੀ ਜ਼ਹਿਰ ਉਗਲੀ ਅਤੇ ਉਹਨਾਂ ਨੇ ਜਦੋਂ ਸਬੂਤ ਪੇਸ਼ ਕੀਤੇ ਆਪ ਦੇ ਹਿਸਾਬ ਦੇ ਨਾਲ ਜਿੰਨੇ ਕੁ ਉਹਨਾਂ ਦੇ ਕੋਲ ਸਨ, ਅਤੇ ਉਦੋਂ ਬਾਅਦ ਦੇ ਵਿੱਚ ਭਾਈ ਅਮਰੀਕ ਸਿੰਘ ਅਜਨਾਲਾ ਨੇ ਕੱਲ੍ਹ ਜਿਹੜੀ ਵੀਡੀਓ ਫਿਲਮ ਪਾਈ ਆ, ਉਹਦੇ ਵਿੱਚ ਜੋ ਕਠੋਰ ਸ਼ਬਦ ਜਾਂ ਆਪ ਉਧਰੇ ਸ਼ਬਦ ਕਹਿ ਲਓ ਜਾਂ ਕਹਿ ਲਓ ਵੀ ਜਿਹੜੇ ਇੱਕ ਗੁਰਸਿੱਖ ਨੂੰ ਸ਼ੋਭਦੇ ਨਹੀਂ, ਉਹ ਸ਼ਬਦ ਬੋਲੇ। ਅਜੇ ਕਿ 5 ਪਿਆਰਿਆਂ ਦੀ ਆਪਣੇ ਸਿੰਘਾਂ ਦੇ ਵਿੱਚ ਵੀ ਅੰਮ੍ਰਿਤ ਛਕਾਉਣ ਦੀ ਡਿਊਟੀ ਵੀ ਕਰਦੇ ਆ, ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ 5 ਪਿਆਰਿਆਂ ਦੇ ਜਿਹੜੇ ਵਿਚਾਰ ਹੁੰਦੇ ਹਨ ਉਹ ਇਸ ਤਰ੍ਹਾਂ ਦੇ ਹੋ ਸਕਦੇ ਹਨ ਕਿ ਨਹੀਂ, ਜਿਨ੍ਹਾਂ ਨੂੰ ਆਪਾਂ ਗੁਰਬਾਣੀ ਪਾਠ ਦਰਸ਼ਨ ਵਿੱਚ, ਗੁਰਬਾਣੀ ਪਾਠ ਦਰਪਣ ਵਿੱਚ ਅਤੇ ਹੋਰ ਵੀ ਗੁਰਸਿੱਖਾਂ ਨੂੰ ਪੁੱਛ ਸਕਦੇ ਹਾਂ ਕਿ 5 ਪਿਆਰਿਆਂ ਦੀ ਕੀ ਅਸੂਲ ਹੁੰਦੇ ਹਨ। ਅਤੇ ਸਭ ਤੋਂ ਵੱਡਾ ਇਹਨੇ ਆਪਣੇ ਆਪ ਨੂੰ ਗੁਰਸਿੱਖ ਦੱਸਿਆ ਕਿ ਮੈਂ ਕਦੀ ਕਹਿੰਦਾ ਇਹੋ ਜਿਹੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ। ਦਾਸ ਬੇਨਤੀ ਕਰਦਾ ਕਿ ਇਹੋ ਜਿਹੇ ਵਿਚਾਰ ਰੱਖਣ ਵਾਲਿਆਂ ਨੂੰ ਦਾਸ ਵੱਲੋਂ ਬੇਨਤੀਆਂ ਕੀਤੀਆਂ ਜਾਂਦੀਆਂ। ਕਿਉਂ ਕੀਤੀਆਂ ਜਾਂਦੀਆਂ ਹਨ? ਕਿਉਂਕਿ ਦਾਸ ਨੂੰ ਭਾਈ ਬਲਦੇਵ ਸਿੰਘ ਜੀ ਜੋ ਇੰਗਲੈਂਡ ਵਿੱਚ 5 ਪਿਆਰਿਆਂ ਵਿੱਚ ਅੰਮ੍ਰਿਤ ਛਕਾਉਣ ਦੀ ਸੇਵਾ ਕਰਦੇ ਹਨ, ਅਤੇ ਭਾਈ ਰੇਸ਼ਮ ਸਿੰਘ ਜੀ ਮਹੰਤ ਜੀ ਕਰਕੇ ਵੀ ਅਸੀਂ ਉਹਨੂੰ ਪ੍ਰੇਮ ਨਾਲ ਕਹਿ ਲੈਂਦੇ ਹਾਂ। ਅਸੀਂ ਤਕਰੀਬਨ 86 ਦੇ ਇਕੱਠੇ ਵਿਚਰਦੇ ਹਾਂ। ਉਹਨਾਂ ਨੇ ਵੀ ਕਿਹਾ ਵੀ ਆਪਾਂ ਰਲ ਮਿਲ ਕੇ ਇਸ ਚੀਜ਼ ਦਾ ਜ਼ਰੂਰ ਅਮਰੀਕ ਸਿੰਘ ਅਜਨਾਲੇ ਨੂੰ ਜਵਾਬ ਦਿੱਤਾ ਜਾਵੇ ਵੀ ਜਿਹੜੇ ਇੰਨੇ ਆਪ ਸ਼ਬਦ ਬੋਲਣੇ ਠੀਕ ਨਹੀਂ, ਕਿਉਂਕਿ ਉਹ ਆਪ ਹੀ 5 ਪਿਆਰਿਆਂ ਦੀ ਸੇਵਾ ਵਿੱਚ ਸ਼ਾਮਿਲ ਹੁੰਦੇ ਹਨ। ਅਤੇ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਦਾਸ ਨੇ ਕਿਹਾ, ਕਿਉਂਕਿ ਅੱਜ ਕੱਲ੍ਹ ਵੀ ਮੈਨੂੰ ਉਹਨਾਂ ਦਾ ਫੋਨ ਆਇਆ ਸੀਗਾ ਭਾਈ ਬਲਦੇਵ ਸਿੰਘ ਜੀ ਹੁਣਾਂ ਦਾ, ਅਤੇ ਸ਼ਾਮੀ ਫਿਰ 8 ਵਜੇ ਆ ਗਿਆ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਬੇਨਤੀ ਕਰ ਦਿੰਦਾ ਕਿ ਆਪਾਂ ਤਾਂ ਮੈਸੇਜ ਹੀ ਪਹੁੰਚਾਉਣਾ ਹੁੰਦਾ ਹੈ, ਕੋਈ ਗੱਲ ਨਹੀਂ ਜੇ ਨਹੀਂ ਬੈਠੇ, ਕਿਉਂਕਿ ਮੈਂ ਦਿਨੇ ਭਾਈ ਚਰਨ ਸਿੰਘ ਜੀ ਜਥੇਦਾਰ ਸਾਹਿਬ ਨਾਲ ਵੀ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਵੀ ਥੋੜ੍ਹੇ ਬਿਜੀ ਸੀ। ਉਹਨਾਂ ਦਾ ਵੀ ਮੈਨੂੰ ਹੁਣ ਅੱਧਾ ਘੰਟਾ ਹੋਇਆ ਫੋਨ ਆਇਆ ਸੀ, ਅਤੇ ਦਾਸ ਨੇ ਉਹਨੂੰ ਬੇਨਤੀ ਕੀਤੀ ਵੀ ਮੈਨੂੰ ਵਿਚਾਰ ਚੰਗੇ ਨਹੀਂ ਲੱਗੇ। ਕਿਉਂ ਮੈਨੂੰ ਨਹੀਂ ਚੰਗੇ ਲੱਗੇ? ਕਿਉਂਕਿ ਭਾਈ ਬਲਦੇਵ ਸਿੰਘ ਉਹਨਾਂ ਨੇ ਵੀ ਕਿਹਾ, ਹੋਰ ਸੰਗਤਾਂ ਨੇ ਵੀ ਕਿਹਾ, ਅਤੇ ਅਸੀਂ ਆਪਣੇ ਆਪ ਸਾਡਾ ਫਰਜ਼ ਬਣਦਾ ਕਿ ਗੁਰਸਿੱਖਾਂ ਇੱਕੋ ਪਿਆਰ, ਮਿੱਤਾਂ ਪੁੱਤਾਂ ਭਾਈਆਂ, ਸਾਡਾ ਸਾਰਿਆਂ ਨਾਲ ਪਿਆਰ ਹੈ। ਭਾਈ ਅਮਰੀਕ ਸਿੰਘ ਨੂੰ ਜਿੱਥੇ ਵੀ ਕੋਈ ਵੱਧ ਘੱਟ ਬੋਲਦਾ ਸੀ, ਅਤੇ ਦਾਸਾਂ ਵੱਲੋਂ ਪਿਛਲੇ ਸਮਿਆਂ ਦੇ ਵਿੱਚ ਅਸੀਂ ਆਪਣੇ ਵੱਲੋਂ ਬੋਲ ਕੇ ਜਿੰਨੀ ਕੋਸ਼ਿਸ਼ ਕਰ ਸਕਦੇ ਅਸੀਂ, ਭਾਈ ਚਰਨ ਸਿੰਘ ਜੀ ਹੋਣੀ, ਦਾਸ ਵੀ ਤਾਂ ਆਪਣੇ ਭਾਈ ਬਲਦੇਵ ਸਿੰਘ ਜੀ ਹੋਣੀ ਆਪਣੀ
ਕਮਾਈ ਦੇ ਵਿੱਚੋਂ, ਆਪਣੇ ਦਸਵੰਧ ਵਿੱਚੋਂ ਬਹੁਤ ਵਾਰੀ ਉਹਨਾਂ ਨੂੰ ਮਾਇਆ ਭੇਜਦੇ ਰਹਿੰਦੇ ਹਨ। ਦਾਸ ਵੀ ਸਿੱਧੇ ਤੌਰ 'ਤੇ ਮੈਂ ਕਦੀ ਉਹਨਾਂ ਨੂੰ ਮਾਇਆ ਨਹੀਂ ਭੇਜੀ, ਕਿਉਂਕਿ ਸਾਨੂੰ ਇਸ ਤਰ੍ਹਾਂ ਦਾ ਕੋਈ ਨੰਬਰ ਬਣਾਉਣ ਦਾ ਜਾਂ ਇੱਦਾਂ ਦੀ ਕੋਈ ਵਡਿਆਈ ਨਹੀਂ ਦੀ। ਜਦੋਂ ਕਿਤੇ ਗਰਾਈ ਹੋਵੇ ਦਾਸ ਜ਼ਰੂਰ ਤਿਲ ਫੁੱਲ ਦਿੰਦਾ ਰਹਿੰਦਾ ਹੈ। ਅਤੇ ਇੱਕ ਹੋਰ ਮੈਂ ਇੱਥੇ ਬੇਨਤੀ ਕਰਜਵਾਂ ਦੁਨੀਆ ਭਰ ਦੇ ਸਿੱਖਾਂ ਨੂੰ ਜਾਂ ਸਿੱਖ ਕੌਮ ਨੂੰ ਕਿ ਜੋ ਗੁਰੂ ਘਰ 6ਵੇਂ ਪਾਤਸ਼ਾਹ ਦੇ ਨਾਂ 'ਤੇ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਦੁਆਰਾ ਟੀਵੀ ਡੇਲ ਵਿਖੇ ਜੋ ਸਥਾਪਿਤ ਕੀਤਾ ਗਿਆ ਹੈ, ਉਹ ਬੜੀ ਜੱਦੋ-ਜਹਿਦ 86 ਤੋਂ ਲੈ ਕੇ ਸਿੰਘਾਂ ਨੇ ਮਿਹਨਤ ਕਰਕੇ ਜਦੋਂ ਥਾਵਾਂ ਤੇ ਜਾਂਦੇ ਸੀ ਤਾਂ ਕਿਸ ਤਰ੍ਹਾਂ ਗੁਰੂ ਘਰਾਂ ਵਾਲੇ ਪ੍ਰਬੰਧਕ ਜਿਹੜੇ ਸੀ ਨਫ਼ਰਤ ਕਰਦੇ ਸੀ, ਅਤੇ ਉਹ ਗੁਰੂ ਘਰ ਸਿੰਘਾਂ ਨੇ ਆਪ ਦੇ ਕੋਲੋਂ 100 ਪਾਉਂਡ, 50 ਪਾਉਂਡ, 1000 ਪਾਉਂਡ, 5-5000, 10-10,000 ਪਾਉਂਡ ਵੀ ਕਈਆਂ ਸਿੰਘਾਂ ਨੇ ਉੱਥੇ ਪਾ ਕੇ ਗੁਰੂ ਘਰ ਬਣਾਇਆ। ਸਿਰਫ ਸਿੰਘਾਂ ਦੀ ਸੇਵਾ ਕਰਨੀ ਹੈ। ਅਤੇ ਉਸ ਵਾਸਤੇ ਦਾਸ ਬੇਨਤੀ ਕਰਨੀ ਚਾਹੁੰਦਾ ਹੈ ਕਿ ਕੇਵਲ ਅਤੇ ਕੇਵਲ ਭਾਈ ਅਮਰੀਕ ਸਿੰਘ ਜੀ ਅਜਨਾਲਾ ਦੀ ਖੁੱਲ੍ਹ ਦਿਲੀ ਨਾਲ ਉੱਥੋਂ ਗੁਰੂ ਘਰੋਂ ਸੇਵਾ ਵੀ ਕਰਦੇ ਰਹੇ ਸਾਰੇ। ਅਤੇ ਤਕਰੀਬਨ ਸਿੰਘ ਜਿੰਨੇ ਵੀ ਆਏ ਹਨ ਅਜਨਾਲੇ ਤੋਂ ਆ ਕੇ ਅਤੇ ਗੁਰੂ ਘਰ ਸੇਵਾ ਵੀ ਕਰਦੇ ਰਹਿੰਦੇ ਸੀਗੇ। ਭਾਵੇਂ ਕੋਈ ਸਾਲ ਰਹਿ ਲਵੇ, ਭਾਵੇਂ 6 ਮਹੀਨੇ ਰਹਿ ਲਵੇ, ਜਾਣੀ ਕਿ ਤਾਂ ਦੱਸਿਆ ਵੀ ਦੁਖੀ ਹਿਰਦੇ ਨਾਲ ਇਹ ਗੱਲਾਂ ਕਰ ਰਹੇ ਹਾਂ ਅਤੇ ਸੇਵਾ ਕਰਦੇ ਰਹੇ ਹਾਂ, ਹੁਣ ਵੀ ਕਰਦੇ ਹਾਂ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੀਆਂ ਬੋਲੀਆਂ ਬੋਲੇ, ਉਸ ਵਾਸਤੇ ਗੁਰੂ ਪਿਆਰੇ ਖਾਲਸਾ ਜੀ ਸਾਡੇ ਆਪਸ ਵਿੱਚ ਹੀ ਸਿੰਘਾਂ ਵਿੱਚ ਬਹੁਤ ਫਰਕ ਪੈਂਦਾ। ਭਾਈ ਆਪਣੇ ਬਲਦੇਵ ਸਿੰਘ ਜੀ ਉਹਨਾਂ ਨੇ ਹੁਣੇ ਮੇਰਾ ਖਿਆਲ ਜੇ ਲੱਖ ਰੁਪਈਆ ਭੇਜਿਆ। ਹੋਰ ਵੀ ਗੁਰਸਿੱਖ ਪਿਆਰੇ ਆ ਬਹੁਤ ਜ਼ਿਆਦਾ, ਅਸੀਂ ਜਿਤਾਉਂਦੇ ਨਹੀਂ ਪਰ ਅਸੀਂ ਇਸ ਕਰਕੇ ਦੱਸਦੇ ਕਿਉਂਕਿ ਆਮ ਤੌਰ 'ਤੇ ਸੰਗਤਾਂ ਨੂੰ ਜਾਂ ਜਿਹੜੇ ਕੁਛ ਤਰ੍ਹਾਂ ਦੇ ਲੋਕ ਹੁੰਦੇ ਉਹ ਕਹਿੰਦੇ ਹੁੰਦੇ ਲੈ ਐਵੇਂ ਬੋਲੀ ਜਾਂਦੇ ਆ, ਨਾ ਕੋਈ ਦੇਣਾ ਨਾ ਲੈਣਾ। ਨਹੀਂ ਭਾਈ, ਲੈਂਦੇ ਵੇ ਅਤੇ ਦਿੰਦੇ ਵੀ ਆ, ਐਸੀ ਗੱਲ ਨਹੀਂ। ਅਸੀਂ ਜੇ ਉਹ ਸੇਵਾ ਕੌਮ ਵਾਸਤੇ ਕਰਦੇ, ਸੇਵਾ ਕੌਮ ਨੂੰ ਦਿੰਦੇ ਆ ਅਤੇ ਅਸੀਂ ਉਹਨਾਂ ਦੀ ਸਹਾਇਤਾ ਕਰਦੇ ਹਾਂ। ਪਰ ਜੇ ਇਸ ਤਰ੍ਹਾਂ ਦੀਆਂ ਬੋਲੀਆਂ ਬੋਲਣੀਆਂ, ਹੰਕਾਰ ਦੀਆਂ ਬੋਲੀਆਂ ਬੋਲਣੀਆਂ, ਸਿੰਘਾਂ ਵਿੱਚ ਫਰਕ ਪਾਉਣਾ, ਉਸ ਚੀਜ਼ ਤੋਂ ਥੋੜ੍ਹਾ ਜਿਹਾ ਸਾਨੂੰ ਦੁੱਖ ਲੱਗਦਾ। ਜੇ ਟਕਸਾਲ ਦਮਦਮੀ ਟਕਸਾਲ ਦੇ ਵਿਦਿਆਰਥੀ ਜਾਂ ਮੋਹਤਬਾਰ ਸੱਜਣ ਬਿਨਾਂ ਮਤਲਬ ਤੋਂ ਇੰਨੀ ਭੈੜੀ ਅਤੇ ਭੱਦੀ ਸ਼ਬਦਾਵਲੀ ਵਰਤਦੇ ਆ ਨਾ, ਅਤੇ ਫਿਰ ਅਸੀਂ ਇਹ ਸਮਝਦੇ ਹੁੰਦੇ ਵੀ ਇਹ ਬਹੁਤ ਘਿਨਾਉਣੀ ਗੱਲ ਹੈ। ਅਤੇ ਇਹਦੀ ਰੋਕਥਾਮ ਵਾਸਤੇ ਅਸੀਂ ਅਜੇ ਤਾਈਂ ਕਦੀ ਅਜਨਾਲਾ ਸਾਹਿਬ ਨੂੰ ਕਦੀ ਕੋਈ ਗੱਲਬਾਤ ਨਹੀਂ ਕੀਤੀ। ਭਾਵੇਂ ਕਿ ਏਜੰਸੀਆਂ ਦੇ ਹੱਥਾਂ ਵਿੱਚ ਸਿੰਘ ਖੇਲਦੇ ਰਹਿੰਦੇ, ਉੱਥੇ ਕਦੀ ਸਰਬੱਤ ਖਾਲਸਾ ਕਰ ਲਿਆ, ਜਥੇਦਾਰ ਬਣਾ ਲਏ, ਕਦੀ ਉੱਥੇ ਜਾ ਕੇ ਕਾਂਗਰਸ ਨਾਲ ਮੀਟਿੰਗ ਕਰਕੇ ਮੋਰਚਾ ਲਾ ਲਿਆ, ਕਾਂਗਰਸ ਨਾਲ ਮੀਟਿੰਗ ਕਰਕੇ ਮੋਰਚਾ ਉਠਾ ਲਿਆ। ਅਤੇ ਉੱਦਾਂ ਕਹਿਣਾ ਮੈਂ ਮੋਰਚੇ ਵਿੱਚ ਜਾਂਦਾ ਨਹੀਂ। ਅਤੇ ਜੇ ਭਾਈ ਜਿੰਦਾ ਸੁੱਖਾ ਦੇ ਪਰਿਵਾਰ ਨੂੰ ਗਾਲਾਂ ਕੱਢਣੀਆਂ ਹੋਣ ਅਜਨਾਲਾ ਸਾਹਿਬ ਵੱਲੋਂ, ਜਾਂ ਭਾਈ ਜਗਵੀਰ ਸਿੰਘ ਰੋਡੇ ਨੂੰ ਗਾਲਾਂ ਕੱਢਣੀਆਂ ਹੋਣ, ਜਦੋਂ ਇਹ ਉੱਥੇ ਚੱਲ ਜਾਂਦੇ ਆ, ਅਤੇ ਭਾਈ ਅਮਰੀਕ ਸਿੰਘ ਸ਼ਹੀਦ ਦੇ ਪਰਿਵਾਰ ਨੂੰ ਵੀ ਵੱਧ ਘੱਟ ਬੋਲਣਾ ਹੋਵੇ, ਅਤੇ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਵੀ ਕਹਿ ਕੇ ਜਾਂ ਹੋਰ ਪੁੱਠੀਆਂ ਗੱਲਾਂ ਕਰਕੇ ਬੋਲਣਾ ਹੋਵੇ, ਫਿਰ ਉਦੋਂ ਮੋਰਚੇ ਵਿੱਚ ਇਹਨਾਂ ਦੀ ਸ਼ਮੂਲੀਅਤ ਹੈਗੀ ਆ। ਪਰ ਉੱਦਾਂ ਕਹਿਣਗੇ ਵੀ ਅਸੀਂ ਮੋਰਚਾ ਜੀ ਮੈਂ ਵਿੱਚੋਂ ਹੀ ਛੱਡ ਕੇ ਆ ਗਿਆ ਸੀ। ਇਹ ਚੀਜ਼ਾਂ ਗੁਰੂ ਪਿਆਰਿਓ, ਗੁਰਸਿੱਖ ਆਪਣੇ ਆਪ ਨੂੰ ਦੱਸਣਾ ਵੀ ਮੈਂ ਹੀ ਬਹੁਤ ਵੱਡਾ ਗੁਰਸਿੱਖ ਹਾਂ। ਪਰ ਜੇ ਆਪਾਂ ਗੁਰਸਿੱਖੀ ਦਾ ਗੁਰੂ ਪਿਆਰੇ ਖਾਲਸਾ ਜੀ ਹਿਸਾਬ ਲਾਉਣਾ ਹੋਵੇ, ਜਿਹੜੀ ਹਰਕਤ ਭਾਈ ਅਮਰੀਕ ਸਿੰਘ ਅਜਨਾਲੇ ਨੇ ਕੀਤੀ ਆ ਨਾ ਹੁਣ, ਅਤੇ ਆਪਣੇ ਆਪ ਨੂੰ ਬਹੁਤ ਵਧੀਆ ਗੁਰਸਿੱਖ ਸਮਝਦਾ, ਕਹਿੰਦਾ ਮੈਂ ਮਾੜੇ ਮੋਟੇ ਨਾਲ ਤਾਂ ਗੱਲ ਹੀ ਨਹੀਂ ਕਰਦਾ, ਅਤੇ ਸਾਰਿਆਂ ਨੂੰ ਤਕਰੀਬਨ ਇੱਕੋ ਰਸੇ ਨਿਗਾਈ ਚਲਿਆ ਜਾਂਦਾ ਹੁੰਦਾ, ਅਤੇ ਹੰਕਾਰ ਦੇ ਵਿੱਚ ਬੋਲਦਾ, ਈਰਖਾ ਨਾਲ ਭਰਿਆ ਰਹਿੰਦਾ। ਇਹਨੂੰ ਪੁੱਛੋ ਜਿਹੜਾ ਮੀਡੀਆ ਹਰਿਆਣਾ ਸਪੋਕਸਮੈਨ ਦੇ ਵਿੱਚ ਤੂੰ ਇਹ ਬਿਆਨ ਦਿੱਤਾ ਨਾ, ਵੀਡੀਓ ਬਣਾਈ ਆ, ਉਹ ਬੰਦੇ ਜਿਹੜੇ ਆ ਉਹ ਗੁਰੂ ਨਾਨਕ ਦੇਵ ਜੀ ਨੂੰ ਭੱਦੀ ਸ਼ਬਦਾਵਲੀ ਬੋਲਦੇ ਆ। ਉਹ ਨਵਾਂ ਗੁਰੂਆਂ ਨੂੰ ਗੁਰੂ ਨਹੀਂ ਮੰਨਦੇ। ਸਾਰਿਆਂ ਨੂੰ ਪਤਾ ਵੀ ਉਹਦੀ ਸਥਿਤੀ ਕਿੱਥੇ ਆ, ਕਿਉਂਕਿ ਉਹਨੇ ਉਸ ਘਟੀਆ ਕਿਸਮ ਦੇ ਖੋਤੇ ਮੀਡੀਏ ਨੇ ਇਹਨਾਂ ਦੀ ਸਵਾਰੀ ਕਰਾਈ ਆ। ਇਹ ਬਹੁਤ ਮਾੜੀ ਗੱਲ ਆ ਅਤੇ ਇਹਨਾਂ ਨੇ ਕੀਤੀ ਆ, ਅਤੇ ਇਹਨਾਂ ਵਾਸਤੇ ਵੀ ਬਹੁਤ ਘਟੀਆ ਗੱਲ ਆ, ਕਿਉਂਕਿ ਉਹ ਸਪੋਕਸਮੈਨ ਵਾਲਾ ਉਹਦੇ ਬਾਰੇ ਆਪਾਂ ਨੂੰ ਸਾਰਿਆਂ ਨੂੰ ਪਤਾ, ਮੈਨੂੰ ਦੱਸਣ ਦੀ ਲੋੜ ਨਹੀਂ। ਹੋ ਸਕਦਾ ਵੀ ਅਜਨਾਲਾ ਸਾਹਿਬ ਵੀ ਜਿੱਦਾਂ ਉਹਨੇ ਸਰਨੇ ਹੋਣਾ ਕੋਲ ਜਾ ਕੇ ਕਹਿੰਦੇ ਮੈਨੂੰ ਪਤਾ ਨਹੀਂ ਦਮ ਦਾ ਵਿਰੋਧੀ ਆ, ਜਦੋਂ ਕਿ ਉਹਨੇ ਬਿਆਨ ਦਿੱਤਾ ਇੰਨਾ ਕੁਛ ਹੋਇਆ ਅਤੇ ਤੁਸੀਂ ਜਥੇਦਾਰ ਬਣੇ ਆ, ਤੁਸੀਂ ਉਹਨਾਂ ਦੇ ਘਰੇ ਜਾ ਕੇ ਉਹਨਾਂ ਲਿਫਾਫੇ ਦਿੱਤੇ। ਉਹਨਾਂ ਨੇ ਬਾਅਦ 'ਚ ਤੁਹਾਨੂੰ ਇਹ ਵੀ ਕਿਹਾ ਵੀ ਲਿਫਾਫੇ ਲੈਣ ਬਾਰੇ ਤੁਹਾਨੂੰ ਸਾਡਾ ਪਤਾ ਸੀ, ਹੁਣ ਤੁਹਾਨੂੰ ਪਤਾ ਨਹੀਂ ਤੁਸੀਂ ਕੌਣ ਆ। ਇਸ ਕਰਕੇ ਇਹਨਾਂ ਨੂੰ ਆਦਤ ਆ ਵੀ ਬਿਆਨ ਦੇ ਲੈਣਾ। ਢੱਡਰੀਆਂ ਵਾਲੇ ਦੇ ਹੱਕ ਦੇ ਵਿੱਚ ਬਿਆਨ ਦੇ, ਆਪਣੇ ਪਹਿਲੋਂ ਹੱਕ ਦੇ ਵਿੱਚ ਰਹੇ, ਜਦੋਂ ਹੱਕ ਦੇ ਵਿੱਚ ਰਹੇ ਅਤੇ ਬਾਅਦ ਦੇ ਵਿੱਚ ਦੇਖਿਆ ਵੀ ਇੱਦਾਂ ਦਾ ਕੰਮ ਸੂਤ ਨਹੀਂ ਆਉਣਾ, ਅਤੇ ਫਿਰ ਥੋੜ੍ਹੇ ਵਿਰੋਧ ਵੀ ਕਰਨ ਲੱਗ ਗਏ।
ਵਿਰੋਧ ਕਰਦੇ ਆ ਕਿ ਐਸਾ ਸ਼ਬਦ ਜਾਂ ਐਸਾ ਬਿਆਨ ਉਹਨਾਂ ਦੇ ਖਿਲਾਫ ਦੇ ਦਿੱਤਾ। ਤੇ ਜੇ ਬਿਆਨ ਦੇ ਦਿੱਤਾ ਤੇ ਜਦੋਂ ਦੂਜੇ ਪਾਸੇ ਉਹਨਾਂ ਨੇ ਕਿਹਾ ਤੈਨੂੰ ਅਸੀਂ ਜਥੇਦਾਰ ਨਹੀਂ ਮੰਨਣਾ, ਤੂੰ ਬਿਆਨ ਵਾਪਸ ਲੈ, ਬੜਾ ਸੋਹਣਾ ਵਾਪਸ ਲੈ ਲਿਆ। ਇਹ ਖਾਲਸਾ ਜੀ ਤੁਹਾਡੀ ਗੁਰਸਿੱਖੀ ਦੀ ਨਿਸ਼ਾਨੀ ਆ। ਗੁਰਸਿੱਖ ਦਾ ਕੀ ਕੰਮ ਹੈ ਐਵੇਂ ਫਾਲਤੂ ਬੋਲੀ ਜਾਣਾ, ਜਿੱਦਾਂ ਤੁਸੀਂ ਹੁਣ ਬੋਲੇ ਆ, ਅੱਗੇ ਵੀ ਬੋਲਦੇ ਰਹਿੰਦੇ ਆ। ਗੁਰਸਿੱਖਾਂ ਨਾਲ ਪਿਆਰ ਕਰੀਦਾ ਹੁੰਦਾ। ਅਸੀਂ ਤਾਂ ਵਿਦੇਸ਼ਾਂ ਵਿੱਚ ਬੈਠੇ ਤੁਹਾਨੂੰ ਬੇਨਤੀਆਂ ਕਰਦੇ ਹਾਂ ਵੀ ਤੁਹਾਨੂੰ ਬਹੁਤ ਵਾਰੀ ਸੁਣਿਆ, ਹੁਣ ਸਿੰਘਾਂ ਦਾ ਬਹੁਤ ਹਿਰਦਾ ਬਲੂੰਦਰਿਆ ਜਾਂਦਾ, ਕਿਉਂਕਿ ਤੁਸੀਂ ਆਪਣੀ ਬੋਲੀ ਦੇ ਵਿੱਚ ਇੰਨੀ ਜ਼ਿਆਦਾ ਘਟੀਆ ਨੀਚ ਬੋਲੀ ਬੋਲਦੇ ਆ, ਜਿਸ ਨੂੰ ਕਦੀ ਵੀ ਪੰਜਾਂ ਪੈਰਾਂ 'ਚ ਲੱਗਣ ਵਾਲੇ ਸਿੰਘ ਤੋਂ ਕਦੀ ਇਹ ਆਸ ਨਹੀਂ ਰੱਖੀ ਜਾ ਸਕਦੀ। ਤੇ ਫਿਰ ਤੁਸੀਂ ਉਲਟਾ ਸਮਝਦੇ ਵੀ ਅਸੀਂ ਗੁਰਸਿੱਖ ਵੱਡੇ ਆ, ਬਹੁਤ ਜ਼ਿਆਦਾ ਵੱਡੇ ਗੁਰਸਿੱਖ ਆ। ਦਾਸ ਬੇਨਤੀ ਕਰਦਾ ਕਿ ਸਤਿਗੁਰੂ ਜੀ ਦਾ ਫਰਮਾਨ ਹੈ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਪਰਮਾਤਮਾ ਨੇ ਜੋਤ ਰੱਖੀ ਆ, ਦੁਨੀਆ ਬਣਾਈ ਆ, ਪਰ ਇਹ ਉਹ ਰੂਹਾਂ ਮੁੜ ਮੁੜ ਕੇ ਆ ਰਹੀਆਂ ਆ। ਤੇ ਦਾਸ ਕਈ ਵਾਰੀ ਇਤਿਹਾਸ ਸੁਣਦਾ ਹੁੰਦਾ ਕਿ ਪੜ੍ਹਦਾ ਹੁੰਦਾ, ਕਥਾ ਵੀ ਸੁਣਦੇ ਆ ਵੀ ਮਾਤਾ ਗੰਗਾ ਜੀ ਨੂੰ ਵਿਆਹੁਣ ਜਿਹੜੇ ਪੰਜਵੇਂ ਪਾਤਸ਼ਾਹ ਗਏ ਤੇ ਉਹ ਕਿਹੋ ਜਿਹੇ ਲੋਕ ਹੋਣਗੇ ਜਿਹੜੇ ਗੁਰੂ ਅਕਾਲ ਪੁਰਖ ਦੀ ਮੂਰਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਮਾਤਾ ਗੰਗਾ ਜੀ ਦੇ ਭਰਾ ਭਤੀਜੇ ਪਿੰਡ ਦੇ ਪਤਵੰਤੇ ਪਿਤਾ ਕਿਸ਼ਨ ਚੰਦ ਜੀ, ਉਹ ਕਿਸ ਤਰ੍ਹਾਂ ਦੇ ਹੋਣਗੇ ਜਿਨ੍ਹਾਂ ਨੇ ਕਿਹਾ ਵੀ ਇਹ ਜਨੇਤ ਚੰਗੀ ਨਹੀਂ ਲੈ ਕੇ ਆਇਆ ਤੇ ਅਸੀਂ ਇਹਨਾਂ ਨੂੰ ਇੱਦਾਂ ਖਾਲੀ ਮੋੜ ਦੇਣਾ ਤੇ ਕਿੱਲਾ ਪਟਾਉਣ ਲੱਗ ਪਏ। ਈਰਖਾ ਦੇ ਵਿੱਚ ਆ ਕੇ ਸਿੱਧਾ ਜਵਾਬ ਵੀ ਨਹੀਂ ਦਿੰਦੇ। ਤੇ ਪਰ ਮਾਤਾ ਗੰਗਾ ਜੀ ਨੇ ਸਾਰਿਆਂ ਨੂੰ ਬਖਸ਼ਾਇਆ ਤੇ ਉਹਨਾਂ ਨੂੰ, ਪਰ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਪੰਜਵੇਂ ਵਾਰਸ ਨੇ ਕਿਹਾ ਵੀ ਤੁਸੀਂ ਕਿੱਲਾ ਪਟਾਇਆ, ਕਿੱਲੇ ਪੱਟ ਕਰਨੀ ਚੰਗੀ ਨਹੀਂ ਹੁੰਦੀ, ਇਸ ਕਰਕੇ ਇਹ ਉੱਜੜ ਕੇ ਪਿੰਡ ਦੁਆਰਾ ਵਸੂਗਾ। ਉਹ ਬਿਲਗਾ ਪਿੰਡ ਵਸਿਆ, ਆਪਾਂ ਨੂੰ ਸਾਰਿਆਂ ਨੂੰ ਪਤਾ ਗੁਰੂ ਪਿਆਰੇ ਖਾਲਸਾ ਜੀ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਾਤਾ ਸੁਲੱਖਣੀ ਦਾ ਪਰਿਵਾਰ, ਉਹ ਕਿਸ ਤਰ੍ਹਾਂ ਦਾ ਪਰਿਵਾਰ ਜੋ ਇਤਿਹਾਸ ਦੇ ਵਿੱਚ ਵੀ ਆਉਂਦਾ, ਜਿਹੜੀ ਚੰਦੋ ਰਾਣੀ ਅਤੇ ਮੂਲ ਚੰਦ ਖੱਤਰੀ, ਉਹਨਾਂ ਨੇ ਗੁਰੂ ਸਾਹਿਬ ਨੂੰ ਕੰਧ ਦੇ ਥੱਲੇ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰਮਾਤਮਾ ਦੇ ਰੂਪ ਨੂੰ। ਇਹ ਮੈਂ 2-3 ਸਾਖੀਆਂ ਤੁਹਾਨੂੰ ਦਾਤੂ ਦੱਸ ਵੀ ਹੁਣ ਲੱਤ ਮਾਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਡਿਆਈ ਨਾ ਜਰਦਿਆਂ ਹੋਇਆਂ। ਮੈਂ ਇਸ ਕਰਕੇ ਨਹੀਂ ਕਹਿੰਦਾ ਵੀ ਕੋਈ ਈਰਖਾ ਨਾਲ ਜਾਂ ਐਸੇ ਤਰੀਕੇ ਨਾਲ, ਮੈਂ ਕਹਿੰਦਾ ਵੀ ਗੁਰੂਆਂ ਜਿਨ੍ਹਾਂ 'ਚ ਕੋਈ ਵੀ ਨੁਕਸ ਨਹੀਂ ਹੋ ਸਕਦਾ, ਜਿਨ੍ਹਾਂ ਨੇ ਕਦੀ ਗਲਤੀ ਕੀਤੀ ਨਹੀਂ, ਭੁੱਲ ਗੁਰੂ ਕਰਤਾਰ, ਤੇ ਗੁਰੂਆਂ ਨਾਲ ਇਹੋ ਜਿਹਾ ਵਤੀਰਾ ਲੋਕ ਕਰਦੇ ਰਹੇ ਆ ਜਿਹੜੇ ਦੁਨੀਆ ਤੇ ਆਏ ਆ। ਤੇ ਇਹੋ ਜਿਹਾ ਮਨੁੱਖਾਂ ਨੇ ਤੇ ਆਪ ਦੇ ਨਾਲ ਦੇ ਸਿੰਘਾਂ ਦੇ ਨਾਲ ਇਹੋ ਜਿਹੀ ਬੋਲੀ ਬੋਲਣੀ ਕੋਈ ਵੱਡੀ ਗੱਲ ਨਹੀਂ। ਇਹ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਵੀ ਇਹ ਤੋਂ ਥੋੜ੍ਹਾ ਜਿਹਾ ਆਪਾਂ ਨੂੰ ਇੰਨਾ ਫਿਕਰ ਨਹੀਂ ਕਰਨਾ ਚਾਹੀਦਾ। ਇਹ ਆਪ ਦਾ ਨੁਕਸਾਨ ਆਪ ਕਰ ਰਹੇ, ਆਪ ਰਸਾਤਲ ਵੱਲ ਨੂੰ ਜਾ ਰਹੇ ਆ। ਦਾਸ ਇੱਥੇ ਬੇਨਤੀ ਕਰਦੇ, ਪੰਥ ਦੇ ਵਿੱਚ ਅਸੀਂ ਹਾਥੀਆਂ ਤੇ ਚੜ੍ਹਨ ਵਾਲੇ ਦੇਖੇ, ਹਾਥੀਆਂ ਤੇ ਚੜ੍ਹ ਕੇ ਆਏ, ਪਰ ਕੱਟੇ ਨੂੰ ਤਰਸਦੇ ਅਸੀਂ ਦੇਖੇ ਬੰਦੇ ਜਿਹੜੇ ਕਹਿੰਦੇ ਸਾਨੂੰ ਕੱਟਾ ਹੀ ਦੇ ਦਿਓ, ਹਨੇਰੇ 'ਚ ਚੱਲ ਜਿਆ ਕਰਕੇ ਪਤਾ ਲੱਗੇ ਕਰੇ ਹਾਥੀ ਦਾ ਬੱਚਾ ਲਈ ਫਿਰਦੇ ਆ। ਇਸ ਕਰਕੇ ਗੁਰੂ ਪਿਆਰੇ ਖਾਲਸਾ ਜੀ, ਮੈਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਤੇ ਅਜਨਾਲਾ ਸਾਹਿਬ ਨੂੰ ਬੇਨਤੀ ਕਰਦਾ ਵੀ ਤੁਸੀਂ ਵਡਿਆਈ ਦੀ ਖਾਤਰ ਬਹੁਤ ਗਲਤ ਰਾਹ ਤੇ ਤੁਰ ਪਏ। ਇਹ ਵਡਿਆਈ ਇੱਦਾਂ ਨਹੀਂ ਮਿਲਦੀ ਹੁੰਦੀ ਜਿੱਦਾਂ ਤੁਸੀਂ ਲੈਣੀ ਚਾਹੁੰਦੇ ਆ। ਈਰਖਾ ਕਰਕੇ, ਵਿਰੋਧ ਕਰਕੇ, ਹਰੇਕ ਵੇਲੇ ਮਤਲਬ ਮਹਿਤੇ ਦੇ ਖਿਲਾਫ ਇੰਨਾ ਜ਼ਿਆਦਾ ਤੁਸੀਂ ਜ਼ਹਿਰ ਗੁਲਛਦੇ ਆ। ਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਤੁਹਾਡੀ ਹੁਣ ਅਰਦਾਸ ਵੀ ਉੱਥੇ ਅਗਲਿਆਂ ਨੇ ਆਪਣੇ ਨਾਲ ਹੀ ਆਈ ਜਾਂਦੀ ਆ ਵੀ ਤੁਸੀਂ ਉੱਥੇ ਕਿੰਨੇ ਬਚਨ ਕੀਤੇ ਜੀ, ਅਰਦਾਸ ਕਰਤੀ, ਇੱਥੇ ਗੋਲੀਆਂ ਚੱਲਣੀਆਂ, ਪਰ ਉਹਨਾਂ ਬੰਦਿਆਂ ਨੂੰ ਮੂੰਹ ਦੀ ਖਾਣੀ ਪਊ ਜਿਹੜੇ ਕਹਿੰਦੇ ਗੋਲੀਆਂ ਚੱਲਣਗੀਆਂ। ਆਪਣੀ ਜ਼ੁਬਾਨ ਤੇ ਬੰਦਿਆਂ ਨੂੰ ਰਹਿਣਾ ਚਾਹੀਦਾ ਗੁਰਸਿੱਖ ਨੂੰ, ਤੇ ਜੇ ਨਹੀਂ ਰਹਿੰਦੇ ਤੇ ਫਿਰ ਐਡੇ ਵੱਡੇ ਗੁਰਸਿੱਖ ਕਹਾਉਣ ਦੀ ਮੇਰਾ ਖਿਆਲ ਕੋਈ ਬਾਹਲੀ ਐਡੀ ਗੱਲ ਨਹੀਂ ਗੀ। ਤੇ ਦਾਮਬੀ ਟਕਸਾਲ ਜਥਾ ਭਿੰਡਰਾਂ ਵਾਲਿਆਂ ਦੇ ਨਾਲ ਇਹ ਤੂੰ ਹੀ ਨਹੀਂ ਅਜਨਾਲਾ ਸਾਹਿਬ ਈਰ ਕਰਦਾ, ਪਤਾ ਨਹੀਂ ਕੀ ਗੱਲ ਹੈ। ਉੱਥੇ ਦੋਵਾਂ ਮਹਾਂਪੁਰਖਾਂ ਦੇ ਅੰਗੀਠੇ ਆ, ਬਾਬਾ ਠਾਕਰ ਸਿੰਘ ਜੀ ਉਹਨਾਂ ਦਾ, ਸੰਤ ਬਾਬਾ ਕਰਤਾਰ ਸਿੰਘ ਜੀ ਉਹਨਾਂ ਦਾ। ਤੇ ਮਹਾਰਾਜ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਹੈਗੀ ਆ, ਉੱਥੇ ਸਿੰਘ ਪੜ੍ਹਦੇ ਆ, ਸਾਰਾ ਕੁਝ ਚੜ੍ਹਦੀ ਕਲਾ ਵਿੱਚ ਹੋ ਰਿਹਾ ਆ। ਪਰ ਜੇ ਆਪਾਂ ਨੂੰ ਨਹੀਂ ਪਾਉਂਦਾ ਤਾਂ ਵੱਖਰੀ ਗੱਲ ਆ। ਇੱਥੇ ਗੁਰੂ ਪਿਆਰੇ ਇੰਗਲੈਂਡ ਦੇ ਇੱਕ ਆਪਣੇ ਰੇਡੀਓ ਦੇ ਉੱਤੇ 2 ਸਾਲ ਦੀ ਗੱਲ ਆ, ਭਾਈ ਗੁਰਪ੍ਰੀਤ ਸਿੰਘ ਉਹਦਾ ਨਾਂ ਆ, ਤੇ ਰੰਧਾਵੇ ਸਾਹਿਬ ਦਾ ਮੁੰਡਾ ਉਹ, ਮੇਰਾ ਖਿਆਲ ਭਾਈ ਹਰੀ ਸਿੰਘ ਰੰਧਾਵੇ ਹੋਣਾ ਦਾ, ਸੰਤ ਹਰੀ ਸਿੰਘ ਰੰਧਾਵਾ ਕਹਿ ਲਓ। ਉਹਨਾਂ ਦੇ ਮੁੰਡੇ ਨੇ ਟੈਲੀਵਿਜ਼ਨ ਨਰਕਧਾਰੀ ਆ ਚਲਾਉਂਦਾ ਆ, ਤੇ ਉਹਦੇ ਤੇ ਇੰਟਰਵਿਊ ਦਿੱਤੀ, ਕਹਿੰਦਾ ਮਹਿਤੇ ਜੀ ਜਿੰਦਾ ਲੱਗ ਗਿਆ, ਮਹਿਤੇ ਤੇ ਜੀ ਲੰਗਰ ਵੀ ਬੰਦ ਆ, ਉੱਥੇ ਤਾਂ ਕੋਈ ਵਿਦਿਆਰਥੀ ਨਹੀਂ ਪੜ੍ਹਦਾ,
ਤੇ ਜਿਨ੍ਹਾਂ ਸਿੰਘਾਂ ਨੇ ਸੁਣ ਲਿਆ ਤੇ ਉਹਨਾਂ ਨੇ ਅਗਲੇ ਦਿਨ ਜਾ ਕੇ ਦੇਖਿਆ ਉਹ ਟੀਵੀ ਡੇਲ ਗੁਰਦੁਆਰੇ ਮੱਥਾ ਟੇਕਣ ਆਉਂਦਾ ਹੁੰਦਾ ਸੀ। ਤੇ ਉਹ ਕਿਤੇ ਉਹਨਾਂ ਨੇ ਜਾ ਕੇ ਸਿੰਘ ਨੇ ਕਿਤੇ ਗੱਲ ਕੀਤੀ, ਕਹਿੰਦੇ ਇੱਥੇ ਆਇਆ ਫਲਾਨਾ ਸੋ, ਕਹਿੰਦੇ ਆਇਆ ਨੀਗਾ। ਤੇ ਉਹ ਕਹਿੰਦੇ ਚਲੋ ਕੋਈ ਨਹੀਂ ਕੱਲ੍ਹ ਨੂੰ ਮਿਲ ਲਵਾਂਗੇ। ਉਹ ਕਿਤੇ ਗਿਆਨੀ ਜੀ ਨੂੰ ਪਤਾ ਨਹੀਂ ਸੀਗਾ ਵੀ ਕਾਹਤੋਂ ਲੱਭਦੇ ਫਿਰਦੇ ਆ ਸਿੰਘ ਮੱਥਾ ਟੇਕਣ ਆਉਣ ਵਾਲੇ ਬੰਦੇ ਨੂੰ। ਤੇ ਉਹ ਕਿਤੇ ਅਗਲੇ ਦਿਨ ਆਇਆ ਤੇ ਉਹ ਫੇਰ ਥੋੜ੍ਹਾ ਜਿਹਾ ਅੱਗੋਂ ਪਿੱਛੋਂ ਆ ਗਿਆ, ਲੇਟ ਹੋ ਗਿਆ। ਤੇ ਉਹ ਕਹਿਣ ਲੱਗਾ ਤੈਨੂੰ ਅਖੇ ਫਲਾਣੇ ਸਿੰਘ ਲੱਭਦੇ ਫਿਰਦੇ ਸੀ। ਉਹਨੂੰ ਤਾਂ ਪਤਾ ਲੱਗ ਗਿਆ ਵੀ ਕਰਕੇ ਮੈਂ ਮਹਿਤੇ ਦੇ ਖਿਲਾਫ ਉਹਨਾਂ ਨੂੰ ਬੁਲਾਇਆ ਆ, ਇਸ ਕਰਕੇ ਵੀ ਸਿੰਘ ਮੈਨੂੰ ਲੱਭਦੇ ਆ। ਤੇ ਉਹ ਮੁੜ ਕੇ ਕਦੀ ਮੱਥਾ ਟੇਕਣ ਨਹੀਂ ਆਇਆ। ਮਹਿਤੇ ਦੇ ਨਾਲ ਇੰਨੀ ਜ਼ਿਆਦਾ ਨਫ਼ਰਤ ਕਰਦੇ। ਇਹ ਅਜਨਾਲਾ ਸਾਹਿਬ ਤੁਸੀਂ ਨਹੀਂ ਹੁਣ ਤੋਂ ਕਰਦੇ, ਪਹਿਲੋਂ ਤੋਂ ਕਰਦੇ ਆਏ ਬਹੁਤ। ਕਿਸੇ ਇਸ਼ੂ 'ਤੇ ਗੱਲ ਕਰੀਦੀ ਹੁੰਦੀ ਆ, ਗੁਰਸਿੱਖ ਤੁਸੀਂ ਸਾਰੇ ਇਕੱਠੇ ਰਹੇ ਆ, ਤੁਹਾਡਾ ਕਿਸੇ ਦਾ ਥਾਂ ਕੋਈ ਮੱਲਣ ਨਹੀਂ ਲੱਗਾ। ਤੁਸੀਂ ਜੋ ਮਰਜ਼ੀ ਆਪਣੇ ਆਪ ਨੂੰ ਕਹਾਈ ਜਾਓ। ਜਦੋਂ ਟੈਲੀਵਿਜ਼ਨ ਵਾਲੇ ਜਾਂਦੇ ਉਦੋਂ ਤੁਹਾਨੂੰ ਵੀ ਮੁਖੀ ਕਹਿੰਦੇ ਆ, ਦਮਦਮੀ ਟਕਸਾਲ ਅਜਨਾਲਾ ਦੇ ਮੁਖੀ। ਇੱਕ ਵਾਰੀ ਨਹੀਂ ਬਹੁਤ ਵਾਰੀ ਅਪਰੂਫ ਆ ਸਾਰਿਆਂ ਕੋਲ। ਤੇ ਤੁਹਾਡੇ 'ਤੇ ਕੋਈ ਇਤਰਾਜ਼ ਕਰਦਾ ਤੁਸੀਂ ਜਾਓ, ਸੇਵਾ ਵੀ ਤੁਹਾਡੀ ਕਰਦੇ ਸਿੰਘ, ਅਸੀਂ ਵੀ ਕਰਦੇ ਹਾਂ। ਪਰ ਅਸੀਂ ਇੱਦਾਂ ਦੀ ਬੋਲੀ ਵਾਸਤੇ ਥੋੜ੍ਹਾ ਤੁਹਾਨੂੰ ਕਰਦੇ ਆ ਵੀ ਤੁਸੀਂ ਜੋ ਮਰਜ਼ੀ ਬੋਲੀ ਜਾਓ। ਤੇ ਤੁਸੀਂ ਸੁਨੇਹਾ ਦਿੱਤਾ ਸਾਰੇ ਵਰਲਡ ਦੇ ਸਿੱਖਾਂ ਨੂੰ। ਵਰਲਡ ਦੇ ਸਿੱਖਾਂ ਵਿੱਚ ਅਸੀਂ ਵੀ ਦੇਸ਼ਾਂ ਵਿਦੇਸ਼ਾਂ 'ਚ ਆਉਣੇ। ਅਸੀਂ ਆਪਣੀ ਤੁਹਾਨੂੰ ਬੇਨਤੀ ਜਿਹੜੀ ਆ ਉਹ ਸਿੰਘਾਂ ਨੇ ਕਰਕੇ ਬਚਨ ਕੀਤਾ, ਬੇਨਤੀ ਕੀਤੀ ਜਾਂ ਹੁਕਮ ਕੀਤਾ, ਤੇ ਉਹਨਾਂ ਚੀਜ਼ਾਂ ਨੂੰ ਲੈ ਕੇ ਚੱਲਦੇ ਹਾਂ ਅਸੀਂ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਿਸ ਵੇਲੇ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਹਜ਼ੂਰ ਆਪਣੇ ਪਟਨਾ ਸਾਹਿਬ ਸੇਵਾ ਦੇ ਦਿੱਤੀ। ਤੇ ਸੇਵਾ ਤੋਂ ਉਪਰੰਤ ਭਿੰਡਰ ਕਲਾਂ ਵਾਲੇ ਨੇ ਚਿੱਠੀ ਪਾਈ ਸੰਤ ਬਾਬਾ ਗੁਰਬਚਨ ਸਿੰਘ ਜੀ ਹੋਣਾ ਨੂੰ। ਕਹਿਣ ਲੱਗੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਓ, ਤੁਹਾਡੇ ਦਰਸ਼ਨਾਂ ਨੂੰ ਸਾਡੀਆਂ ਸਦਾ ਹੀ ਅੱਖਾਂ ਉਡੀਕਦੀਆਂ ਰਹਿਣਗੀਆਂ। ਇਸ ਕਰਕੇ ਪਰ ਤੁਸੀਂ ਆਓ ਜੀ ਸਦਕੇ, ਪਰ ਬਾਬਾ ਕਰਤਾਰ ਸਿੰਘ ਨੂੰ, ਸੰਤ ਕਰਤਾਰ ਸਿੰਘ ਜੀ ਨੂੰ ਇੱਥੇ ਲੈ ਕੇ ਕਦੀ ਨਾ ਆਇਓ। ਇਹ ਇਸ ਰਸਤੇ ਨਾ ਆਵੇ, ਜਾਂ ਇੱਦਾਂ ਕਹਿ ਲਓ। ਜਾਂ ਉਹ ਚਿੱਠੀ ਲਿਖੀ ਗਿਆਨੀ ਪ੍ਰੀਤਮ ਸਿੰਘ ਜੀ ਉਹਨਾਂ ਦੇ ਕੋਲ ਹੈਗੀ ਚਿੱਠੀ। ਉਹ ਅਸੀਂ ਦਰਸ਼ਨ ਨਹੀਂ ਕੀਤੇ ਸੌਰੀ, ਉਹਨਾਂ ਨੇ ਸਾਨੂੰ ਦੱਸਿਆ ਸੀ ਐਵੇਂ ਵਾਹਿਗੁਰੂ। ਉਹ ਚਿੱਠੀ ਦੇ ਵਿੱਚ ਕਿਹਾ ਵੀ ਉਹ ਇਹਦਾ ਇਸ ਰਸਤੇ ਨਾ ਆਵੇ, ਕਦੀ ਇੱਧਰ ਆਵੇ ਨਾ ਭਿੰਡਰ ਕਲਾਂ। ਤੇ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਨੇ ਚਿੱਠੀ ਲਿਖੀ, ਕਹਿਣ ਲੱਗੇ ਗੁਰਮੁਖੋ, ਜੇ ਤੁਹਾਡਾ ਇਹ ਵਿਚਾਰ ਆ ਨਾ ਵੀ ਸੰਤ ਕਰਤਾਰ ਸੋ ਇੱਧਰ ਨੂੰ ਨਾ ਆਵੇ, ਤੇ ਕਹਿਣ ਲੱਗੇ ਵੀ ਫਿਕਰ ਨਾ ਕਰੋ, ਤੇ ਦਾਸ ਵੀ ਨਹੀਂ ਆਉਂਦਾ, ਤੁਸੀਂ ਰਹੋ। ਉਸ ਸਾਲ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੀ ਬਰਸੀ ਨਹੀਂ ਮਨਾਈ ਗਈ। ਇਹ ਸੀ ਕੁਛ ਬੰਦਿਆਂ ਦਾ, ਤੇਰੇ ਵਰਗਿਆਂ ਦਾ ਅਜਨਾਲਾ ਸਾਹਿਬ ਵਿਚਾਰ। ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਤੁਸੀਂ ਆਪ ਦੇ ਨਾਲੋਂ ਬੰਦਿਆਂ ਨੂੰ ਤੋੜ ਰਹੇ, ਆਪ ਦਾ ਆਪ ਨੁਕਸਾਨ ਕਰ ਰਹੇ। ਕਿਹੜੀ ਇਹ ਗੁਰਸਿੱਖੀ ਆ? ਜਦੋਂ ਸਾਰਿਆਂ ਨੂੰ ਪਤਾ ਲੱਗਾ ਵੀ ਇਹਨਾਂ ਨੇ ਆਹ ਬੋਲੀ ਆ, ਇਸ ਤਰ੍ਹਾਂ ਇਹੋ ਵਿਹਾਰ ਕਰਦੇ ਆ, ਉਸ ਇਲਾਕੇ ਦੀਆਂ ਪੰਚਾਇਤਾਂ ਦੇ ਪਤਵੰਤੇ ਸੱਜਣ ਪਿੰਡ ਦੇ ਤੇ ਭਿੰਡਰਾਂ ਕਲਾਂ ਤੋਂ ਸਿੰਘ ਇਕੱਠੇ ਹੋ ਕੇ ਆਏ। ਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਅਗਲੀ ਬਰਸੀ ਉੱਥੇ ਮਨਾਈ। ਸੰਤ ਕਰਤਾਰ ਸਿੰਘ ਨਾਲ ਗਏ। ਇਸ ਕਰਕੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਾਹਤੋਂ ਆਪਾਂ ਇੰਨਾ ਮਤਲਬ ਜਿਹੜਾ ਵੀ ਮਹਿਤੇ ਨੂੰ ਗਾਲਾਂ ਕੱਢਦਾ। ਇਹ ਸੰਤ ਜਰਨੈਲ ਸਿੰਘ ਜੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੇਲੇ ਵੀ, ਸੰਤ ਕਰਤਾਰ ਸੋਹਣਾ ਵੇਲੇ ਵੀ, ਤੇ ਸੰਤ ਜਰਨੈਲ ਸੋਹਣਾ ਵਾਲੇ ਵੇਲੇ ਵੀ ਉਹਨਾਂ ਦੀਆਂ ਸਪੀਚਾਂ ਸੁਣ ਲਓ। ਕਹਿੰਦੇ ਜੀ ਮਹਿਤੇ ਮੋੜ ਤੋਂ ਫਲਾਣੇ ਨੂੰ ਫੜ ਲਿਆ, ਫਲਾਣਾ ਮਹਿਤੇ ਨੂੰ ਆਉਂਦਾ ਸੀ, ਫਲਾਣਾ ਜਾਂਦਾ ਸੀ, ਫਲਾਣਾ ਇੱਦਾਂ ਕਰਦਾ ਸੀ। ਭਾਵੇਂ ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵਾਲਾ ਸਮਾਂ ਨਹੀਂ ਹੋਣਾ, ਪਰ ਯਾਰ ਤੁਸੀਂ ਫੇਰ ਉਹ ਕੰਮ ਕਰੀ ਚਲੇ ਜਾਂਦੇ ਬਿਨਾਂ ਮਤਲਬ ਤੋਂ। ਸਿੱਖਾਂ 'ਚ ਦੁਬਦਾ ਦਫਾੜ ਪਾਈ ਚੱਲਦੇ ਆ। ਕਿੰਨੇ ਕੁ ਆਪਾਂ ਸਿੰਘ ਆ ਦਮਦਮੀ ਟਕਸਾਲ ਦੇ ਵਿਦਿਆਰਥੀ, ਕੋਈ ਆਪਾਂ ਨੂੰ ਸਿਆਣਪ ਤੋਂ ਕੰਮ ਕਰ ਲੈਣਾ ਚਾਹੀਦਾ। ਫਿਰ ਦੂਜੇ ਨੰਬਰ 'ਤੇ ਜੇ ਤੁਸੀਂ ਆਪਣੀ ਗੁਰਸਿੱਖੀ ਨੂੰ ਬਾਹਲਾ ਮੋਹਰੇ ਰੱਖਦੇ ਵੀ ਅਸੀਂ ਖਰੇ ਬਾਹਲੇ ਵੱਡੇ ਗੁਰਸਿੱਖ ਹਾਂ, ਤੇ ਦੂਜਿਆਂ ਨੂੰ ਤੁਸੀਂ ਇੰਨਾ ਜ਼ਿਆਦਾ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ, ਇੱਦਾਂ ਗੱਲ ਬਣਨੀ ਨਹੀਂ। ਗੱਲ ਚੱਲੀ ਸੀ ਬ੍ਰਹਮ ਕਵਚ ਦੀ, ਤੇ ਬ੍ਰਹਮ ਕਵਚ ਦੀ ਜੇ ਉਹਨਾਂ ਨੇ ਗੱਲ ਕੀਤੀ ਸੀ ਮਹਿਤੇ ਤੋਂ, ਤੇ ਤੁਹਾਨੂੰ ਇਹੋ ਹੀ ਦੁੱਖ ਹੋ ਜਾਂਦਾ ਵੀ ਕਿਉਂ ਕੀਤੀ। ਉਹਨਾਂ ਨੇ ਕਰਤੀ ਆ, ਤੁਸੀਂ ਕਰਤੀ ਆ, ਉੱਥੇ ਜਾਓ। ਜੇ ਜਾਣਾ ਨਹੀਂ ਤੇ ਤੁਸੀਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਹ ਕੋਈ ਬਹੁਤ ਵਧੀਆ ਗੱਲ ਨਹੀਂ ਹੁੰਦੀ। ਤੇ ਇੱਦਾਂ ਨਾ ਤੁਸੀਂ ਸਮਝੋ ਖਰੇ ਕੋਈ ਜਵਾਬ ਦੇਣ ਜੋਗਾ ਨਹੀਂ। ਸਤਿਕਾਰ ਕਰਦੇ ਸਿੱਖਾਂ ਦਾ ਬਹੁਤ ਜ਼ਿਆਦਾ, ਤੇ ਸਮਾਂ ਉਡੀਕੀਦਾ ਆ ਵੀ ਕਦੋਂ ਕਿਸੇ ਨੂੰ ਸਮਝ ਆ ਜਾਵੇ। ਪਰ ਜੇ ਨਾ ਸਮਝ ਆਵੇ ਫਿਰ ਸੰਗਤਾਂ ਤੁਹਾਨੂੰ ਪਤਾ ਮਜਬੂਰ ਹੋ ਜਾਂਦੀਆਂ ਗੱਲਾਂ ਤੁਹਾਨੂੰ ਵੀ ਪੁੱਛਣ ਵਾਸਤੇ ਵੀ ਤੁਸੀਂ ਕੀ ਕਰਦੇ ਰਹੇ, ਕਿਹੜੀ ਗੱਲ ਤੇ ਤੁਸੀਂ ਪੂਰੇ ਰਹੇ ਆ। ਭਾਈ ਸਾਹਿਬ ਜੀ ਤੁਸੀਂ ਪਾਠੀ ਕੁੱਟਣੇ ਸ਼ੁਰੂ ਕੀਤੇ, ਹੁਣ ਪਾਠ ਸਾਰਿਆਂ ਦਾ ਸ਼ੁੱਧ ਹੋ ਗਿਆ। ਹੁਣ ਕਦੀ ਕੁੱਟਿਆ ਪਾਠੀ? ਕਦੀ? ਇਸ ਚੀਜ਼ ਦਾ ਜਵਾਬ ਦੇਣਾ ਚਾਹੀਦਾ ਤੁਹਾਨੂੰ। ਹੁਣ ਪਾਠ ਸਾਰੇ ਸ਼ੁੱਧ ਤਾਂ ਨਹੀਂ ਕਰਨ ਲੱਗ ਪਏ? ਹੁਣ ਕਿਤੇ ਉਹ ਕੰਮ ਹੁੰਦੇ ਤਾਂ ਨਹੀਂ? ਸਿਰਫ ਬੰਦੇ ਤੁਹਾਡੇ ਵਿੱਚ ਇਹੋ ਜਿਹੇ ਵੜ ਜਾਂਦੇ ਆ ਕਿ
ਏਜੰਸੀਆਂ ਦੇ ਤੁਹਾਤੋਂ ਉੱਦਾਂ ਦੇ ਕੰਮ ਕਰਾ ਕੇ ਮੁੜ ਕੇ ਤੁਹਾਡੇ ਤੇ ਕੇਸ ਪੈ ਜਾਂਦੇ ਇੱਕ ਦੋ ਤੇ ਮੁੜ ਕੇ ਜਦੋਂ ਫਿਰ ਤੰਗੀ ਹੁੰਦੀ ਆ ਤੇ ਫਿਰ ਤੁਸੀਂ ਪ੍ਰਸ਼ਾਸਨ ਨੂੰ ਬਈ ਉਹ ਧੰਨਵਾਦ ਕਰਦੇ ਨਹੀਂ ਥੱਕਦੇ ਹੁੰਦੇ। ਤੁਹਾਡੇ ਵੀਡੀਓ ਬਣੀਆਂ ਤੁਹਾਡੀ ਸਾਰਿਆਂ ਦੀਆਂ, ਕਿੰਨੇ ਸਿੰਘ ਟੁੱਟ ਚੁੱਕੇ ਇਹਨਾਂ ਗੱਲਾਂ ਦਾ ਕਰਕੇ ਜਦੋਂ ਤੁਸੀਂ ਆਪ ਉਦਰੀਆਂ ਕਰਦੇ ਆ। ਫਿਰ ਕਦੀ ਤੁਸੀਂ ਕਰਦੇ ਰਹੇ ਆ ਗੁਰੂ ਘਰਾਂ ਦੇ ਵਿੱਚ ਸਾਡੀ ਅਸੀਂ ਜਾਇਆ ਕਰਾਂਗੇ, ਦੇਖਾਂਗੇ ਸਤਿਕਾਰ ਕਿੱਦਾਂ ਹੁੰਦਾ, ਏਸੀ ਲੱਗਾ ਕਿ ਨਹੀਂ ਲੱਗਾ। ਫਿਰ ਤੁਸੀਂ ਥੋੜ੍ਹੇ ਚਿਰਾਂ ਬਾਅਦ ਦੇ ਵਿੱਚ ਜਿੱਦਣ ਏਸੀ ਦਾ ਕਹਿ ਦਿੱਤਾ ਸੀ ਨਾ ਵੀ ਸਾਨੂੰ ਇੱਥੇ ਏਸੀ ਲਾਉਣੇ ਬੰਦ ਕਰੋ, ਤੇ ਅਗਲੇ ਕਹਿੰਦੇ ਆਹ ਦੇਖ ਲਓ ਜੀ ਆਹ ਸੇਵਾ ਕਰਦੇ ਆ। ਹੁਣ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਭੁੱਲ ਗਿਆ, ਏਸੀ ਬੰਦ ਕਰ ਦਿਓ ਜੀ, ਤੁਹਾਨੂੰ ਕੀ ਲੋੜ ਇਹਨਾਂ ਇੱਦਾਂ ਦੀਆਂ ਗੱਲਾਂ ਕਰਨ ਦੀ, ਇਹ ਗੁਰਸਿੱਖੀ ਵਾਲੇ ਕੰਮ ਆ ਕਿਤੇ। ਫਿਰ ਇੱਕ ਵਾਰੀ ਕੈਲੰਡਰ ਦੀ ਗੱਲ ਆਈ ਤੇ ਦਮਦਮੀ ਟਕਸਾਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕੇ ਪਹਿਲੇ ਮਹਾਂਪੁਰਖਾਂ ਦੇ ਲਿਆ ਕੇ ਪੁਰਾਤਨ ਕੈਲੰਡਰ ਮੰਨਦੇ ਆਏ ਆ, ਤੇ ਤੁਸੀਂ ਭੇਡਾਂ ਜੀ ਨਾਲ ਜਾ ਕੇ ਖੜੇ ਹੋ ਗਏ ਉੱਥੇ ਜਾ ਕੇ। ਜਦੋਂ ਕੈਲੰਡਰ ਆਪਣੇ ਪੁਰਾਤਨ ਕੈਲੰਡਰ ਲਾਗੂ ਹੋ ਗਿਆ ਤੇ ਉਹਦੇ ਵਿੱਚ ਮਹਿਤੇ ਵਾਲੇ ਦਮਦਮੀ ਟਕਸਾਲ ਸ਼ਾਮਲ ਹੋ ਗਈ ਤੇ ਤੁਸੀਂ ਉਲਟ ਪਾਸੇ ਚੱਲਣ ਲੱਗ ਪਏ। ਸਾਨੂੰ ਤਾਂ ਉਸ ਦਿਨ ਇੰਨੀ ਸ਼ਰਮ ਆਈ ਸੀ ਵੀ ਇੱਕ ਕਹਿ ਲਓ ਵੀ ਸ਼ੇਰਾਂ ਦੇ ਝੁੰਡ ਵਿੱਚ ਇੱਕ ਭੇਡੂ ਬੰਦਾ ਕਹਿ ਲਓ ਸਟੇਜ ਸਕੱਤਰ ਬਣਾਇਆ, ਉਹ ਕਿਹੜਾ ਪੰਥ ਪ੍ਰੀਤ, ਉਹ ਤੁਹਾਡੀ ਬਾਂਹ ਫੜ ਕੇ ਜਿੱਦਾਂ ਭਲਵਾਨ ਘੁਲਣ ਲੱਗੇ ਹੁੰਦੇ ਕਿ ਨਹੀਂ ਆਹ ਹੁਣ ਫਲਾਨਾ ਭਲਵਾਨ ਘੜੂਗਾ, ਉਹ ਕਹਿੰਦੇ ਜੀ ਦਮਦਮੀ ਟਕਸਾਲ ਦੇ ਅਜਨਾਲਾ ਸਾਹਿਬ ਆਏ ਆ ਤੇ ਤੁਹਾਨੂੰ ਅਜਨਾਲਾ ਖਰੇ ਨਿਕਲ ਗਿਆ, ਸਾਹਿਬ ਵੀ ਨਹੀਂ ਲਾਇਆ, ਤੇ ਉਹ ਕਹਿੰਦੇ ਆਏ ਆ YouTube ਤੇ ਚੜਿਆ ਭਾਈ ਸਾਹਿਬ ਜੀ, ਤੇ ਤੁਸੀਂ ਉੱਥੇ ਜਾ ਕੇ ਸਾਡੇ ਹੱਕ ਆ ਅਸੀਂ ਲੈਣੇ, ਅਸੀਂ ਲੈ ਕੇ ਰਵਾਂਗੇ। ਕਿਹੜਾ ਹੱਕ ਆ ਵੀ ਪੁਰਾਤਨ ਕੈਲੰਡਰ ਨੂੰ ਰੱਦ ਕਰਨ ਵਾਲਿਆਂ ਦੇ ਨਾਲ ਤੁਸੀਂ ਉਹ ਭੇਡਾਂ ਨਾਲ ਖੜੇ ਹੋ ਗਏ ਜਾ ਕੇ ਬਿਨਾਂ ਮਤਲਬ ਤੋਂ। ਇੱਥੇ ਸਾਡੇ ਉਧਰ ਭਾਈ ਅਮਰੀਕ ਆਪਣੇ ਭਾਈ ਮਨਜੀਤ ਸਿੰਘ ਜੀ ਦਰਸ਼ਨਦਾਸ ਕੇਸ ਦੇ ਵਿੱਚ ਉਹਨਾਂ ਦੀ ਮਾਤਾ ਦਾ ਸੰਸਕਾਰ ਸੀ, ਟੀਵੀ ਡੇਲ ਬੈਠੇ ਜਾ ਕੇ ਤੁਹਾਨੂੰ ਫੋਨ ਕਰ ਲਿਆ। ਉਦੋਂ ਵੀ ਤੁਸੀਂ ਇੰਨੀ ਭੱਦੀ ਸ਼ਬਦਾਵਲੀ ਬੋਲੀ, ਸਾਰੇ ਸਿੰਘ ਸੁਣ ਕੇ ਹੈਰਾਨ ਹੋ ਗਿਆ ਵੀ ਤੁਸੀਂ ਇੰਨਾ। ਉਦੋਂ ਅਸੀਂ ਕੋਈ ਨੋਟਿਸ ਨਹੀਂ ਲਿਆ, ਸ਼ਾਇਦ 3-4 ਸਾਲ ਦੀ ਗੱਲ ਹੋਣੀ, ਜਾਂ ਜਦੋਂ ਤੁਹਾਨੂੰ ਪਤਾ ਕੈਲੰਡਰ ਦੇ ਵਿੱਚ ਹੀ ਜਾ ਕੇ ਨਾ ਭੇਡਾਂ ਨਾਲ ਜਾ ਕੇ ਖਲੋਂਦੇ ਸੀ। ਯਾਰ ਧੁੰਦੇ ਉਹਨਾਂ ਨਾਲ ਜਾ ਕੇ ਖਲੋਣਾ ਉਹ ਤਾਂ ਆਪਣੀ ਖੁਰਾਕ ਆ ਸ਼ੇਰੋ, ਤੇ ਤੁਸੀਂ ਉਹਨਾਂ ਨਾਲ ਭੇਡਾਂ ਤੋਂ ਜਾ ਕੇ ਤੁਸੀਂ ਉਹ ਸਟੇਜ ਸਕੱਤਰ ਭੇਡ ਬਣੀ ਆ ਤਾਂ ਤੁਹਾਡਾ ਨਾਮ ਅਨਾਉਂਸ ਕਰਦੇ ਤੇ ਕਾਲਤਾ ਸਾਹਿਬ ਤੇ ਜਾ ਕੇ। ਤੇ ਉੱਦਾਂ ਆਪਾਂ ਕਹਿੰਦੇ ਨੇ ਅਸੀਂ ਬਾਹਲੇ ਵੱਡੇ ਸਿੱਖ ਆ ਤੇ ਦੂਜਿਆਂ ਨੂੰ ਅਸੀਂ ਮੰਨਦੇ ਕੱਖ ਨਹੀਂ, ਦੂਜਿਆਂ ਨੂੰ ਕਹਿੰਦੇ ਨੇ ਅਸੀਂ ਬੱਜਰ ਕਰਿਆ ਤਾਂ ਕਰਦੇ ਆ, ਤੇ ਤੁਸੀਂ ਪੰਜਾਂ ਪੈਰਾਂ 'ਚ ਲੱਗਣ ਵਾਲੇ ਆ, ਤੁਹਾਨੂੰ ਇਹ ਬੋਲੀਆਂ ਸ਼ੋਭਦੀਆਂ। ਗੁਰੂ ਪਿਆਰੋ ਜਿੱਦਣ ਤੁਸੀਂ ਮਹਿਤੇ ਵਿੱਚ ਇਕੱਠ ਹੋਇਆ ਸੀਗਾ ਤੇ ਉਦੋਂ ਤੁਸੀਂ ਉੱਥੇ ਹੁਣ ਤੁਹਾਨੂੰ ਸਿੰਘਾਂ ਨੇ ਆਪਣੇ ਕਹਿੰਦੇ ਵੀ ਹੋਣੇ ਆ ਵੀ ਤੁਸੀਂ ਉਦੋਂ ਸਾਰਾ ਸਦਾਈ ਕਰ ਲਿਆ, ਤੁਸੀਂ ਪੰਜਾਂ ਪਿਆਰਿਆਂ ਦੇ ਮੁਖੀ ਮਤਲਬ ਸੇਵਾਦਾਰ ਕਹਾਉਣੇ ਆਪਣੇ ਆਪ ਨੂੰ, ਤੇ ਦਮਦਮੀ ਟਕਸਾਲ ਅਜਨਾਲਾ ਦੇ ਵੀ ਮੁਖੀ ਕਹਾਈ ਜਾਂਦੇ ਆ। ਤੇ ਉੱਦਾਂ ਤੁਸੀਂ ਕਹਿੰਦੇ ਅਸੀਂ ਬਾਬਾ ਠਾਕਰ ਸਿੰਘ ਜੀ ਦੇ ਬਚਨ ਮੰਨਦੇ ਹਾਂ, ਅਸੀਂ ਬਾਬਾ ਠਾਕਰ ਸਿੰਘ ਦੇ ਬਚਨ ਮੰਨਦੇ ਹਾਂ, ਦਾਸ ਵੀ ਬਾਬਾ ਠਾਕਰ ਸਿੰਘ ਜੀ ਦੇ ਬਚਨ ਮੰਨਦਾ, ਪਰ ਤੁਸੀਂ ਬਚਨ ਮੰਨਦੇ ਨਹੀਂ। ਪਰ ਤੁਹਾਡੇ ਵਾਲੀ ਪੱਧਰ ਤੇ ਆ ਕੇ ਅਸੀਂ ਦੱਸਣਾ ਨਹੀਂ ਚਾਹੁੰਦੇ, ਤੇ ਆਉਣ ਵਾਲੇ ਸਮੇਂ 'ਚ ਤੁਹਾਡੇ ਨਜ਼ਦੀਕੀ ਨੂੰ ਜਾਂ ਕਿਤੇ ਰੱਬ ਨੇ ਸਬੱਬ ਬਣਾਇਆ, ਫਿਰ ਕਿਤੇ ਗੱਲਬਾਤ ਹੋਈ ਤੇ ਫਿਰ ਤੁਹਾਨੂੰ ਦੱਸਾਂਗੇ ਤੁਸੀਂ ਕਿੰਨੇ ਕੁ ਬਚਨ ਮੰਨਦੇ ਆ। ਸਬੂਤ ਹੈ ਇਹਨਾਂ ਚੀਜ਼ਾਂ ਦੇ। ਤੇ ਜਿਹੜੀਆਂ ਤੁਸੀਂ ਬੱਜਰ ਕਹਿਤਾਂ ਦੀ ਗੱਲ ਕਰਦੇ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਆ ਉਹ ਮੈਂ ਦਾਸ ਇੱਥੋਂ ਦੱਸਣੀ ਯੋਗ ਨਹੀਂ ਸਮਝਦਾ। ਤੁਹਾਡੇ ਕਿਸੇ ਨਜ਼ਦੀਕੀ ਨੂੰ ਜਾਂ ਕਿਤੇ ਸਮਾਂ ਬਣਿਆ ਜ਼ਰੂਰ ਦੱਸਾਂਗੇ, ਜਾਂ ਕਿਤੇ ਹੁਣ ਵੀ ਸਮਾਂ ਜ਼ਿਆਦਾ ਬਣ ਗਿਆ ਤਾਂ ਤੁਹਾਨੂੰ ਇੱਕਦਮ ਦੱਸ ਦਵਾਂਗੇ, ਜੇ ਤੁਹਾਨੂੰ ਸਿੱਧੀ ਵੀ ਦੱਸ ਸਕਦੇ ਆ ਵੀ ਜਿਹੜਾ ਹੁਣ ਤੁਸੀਂ ਕੰਮ ਕਰ ਰਹੇ ਆ ਉਹਦੇ ਵਿੱਚ ਤੁਸੀਂ ਕਿੱਡੀ ਵੱਡੀ ਗਲਤੀ ਕਰ ਰਹੇ ਭਾਈ ਸਾਹਿਬ ਜੀ। ਤੁਹਾਨੂੰ ਪਤਾ ਨਹੀਂ, ਆਪਣੇ ਆਪ ਨੂੰ ਪਤਾ ਨਹੀਂ ਹੁੰਦਾ, ਦੀਵੇ ਥੱਲੇ ਹਨੇਰਾ ਹੁੰਦਾ ਵੀ ਤੁਸੀਂ ਕਿਹੜੀਆਂ ਗਲਤੀਆਂ ਕਰ ਰਹੇ ਆ, ਤੁਹਾਡੇ ਕਰਾਈਆਂ ਜਾ ਰਹੀਆਂ ਤੁਹਾਡੇ ਕੋਲੋਂ। ਉਹਨਾਂ ਚੀਜ਼ਾਂ ਦੇ ਸਬੂਤ ਆ ਤੇ ਤੁਹਾਡੇ ਕੋਲ ਵੀ ਆ ਸਬੂਤ, ਤੇ ਉਹਦੇ ਵਿੱਚ ਫਸਦੇ ਵੀ ਤੁਸੀਂ ਪੂਰੇ ਆ। ਇਹ ਬੜੇ ਦੁਖੀ ਹਿਰਦੇ ਨਾਲ ਸਾਨੂੰ ਬੇਨਤੀਆਂ ਕਰਨੀਆਂ ਪੈਂਦੀਆਂ, ਤੇ ਕਰਨੀਆਂ ਨਹੀਂ ਦਾਸ ਚਾਹੁੰਦਾ ਸੀ, ਪਰ ਸਿੰਘਾਂ ਨੇ ਬਹੁਤ ਜ਼ਿਆਦਾ ਮਜਬੂਰ ਕੀਤਾ। ਕਹਿੰਦੇ ਵੀ ਹੁਣ ਨਹੀਂ, ਦਾਸ ਨੂੰ 8:30 ਵਜੇ ਜਾ ਕੇ ਮੈਂ ਰਾਤ ਨੂੰ 11 ਵਜੇ ਬੇਨਤੀਆਂ ਕਰ ਰਿਹਾ, ਸਿਰਫ ਇਸ ਕਰਕੇ ਕਿਉਂਕਿ ਸਿੰਘਾਂ ਨੇ ਕਿਹਾ ਸੀ ਨਹੀਂ ਹੁਣ ਨਹੀਂ, ਬਈ ਜਿੱਦਾਂ ਦੇਖੀ ਜਾਊ ਵੀ ਮੌਕਾ ਲੰਘ ਗਿਆ, ਵੀ ਇੰਨਾ ਜ਼ਿਆਦਾ ਸਿੱਖਾਂ 'ਚ ਦਫਾੜ ਪਾਉਣ ਵਾਲੇ ਬੰਦੇ ਨੂੰ ਵੀ ਜ਼ਰੂਰ ਪੁੱਛਗਿੱਛ ਹੋਣੀ ਚਾਹੀਦੀ ਆ, ਜੇ ਆਪਣਾ ਏਡਾ ਗੁਰਸਿੱਖ ਸਮਝਦਾ ਆਪਣੇ ਆਪ ਨੂੰ। ਕਦੀ ਤੁਸੀਂ ਰਾਧਾ ਸਵਾਮੀਆਂ ਦੇ ਜਾ ਕੇ ਉੱਥੇ ਲੁਕਣ ਵਿੱਚੀ ਖੇਲਦੇ ਆ, ਕਦੀ ਨਾਮਧਾਰੀਆਂ ਦੇ ਜਾ ਕੇ, ਹਾਂਜੀ, ਤੇ ਉਹਨਾਂ ਦੇ ਨਾਲ ਜਾ ਕਦੀ ਕਿਤੇ ਤੁਸੀਂ ਮੋਰਚਾ ਲਾ ਲੈਂਦੇ ਕਾਂਗਰਸ ਨਾਲ ਰਲ ਕੇ, ਕਦੀ ਕਿਤੇ ਜਾ ਕੇ, ਕਦੀ ਕਿਤੇ ਬਹਿ ਗਏ, ਕਿਸੇ ਨੂੰ ਬਹਾਲ ਦਿੱਤਾ ਭੁੱਖ ਹੜਤਾਲ ਤੇ ਮੁੜ ਕੇ ਕਹਿ ਦਿੱਤਾ ਨਹੀਂ ਜੀ ਉਹ ਅਸੀਂ ਤਾਂ ਉੱਦਾਂ ਹੀ ਗਏ ਸੀ, ਅਸੀਂ ਜਾਣਾ ਨਹੀਂ ਚਾਹੁੰਦੇ, ਅਸੀਂ ਲਾਈਕ ਨਹੀਂ ਕਰਦੇ। ਇਹ ਜਥੇਦਾਰਾਂ ਦੇ ਕੰਮ ਹੁੰਦੇ, ਗੁਰਸਿੱਖਾਂ ਦੇ ਕੰਮ ਹੁੰਦੇ ਆ। ਗੁਰਸਿੱਖਾਂ ਨੂੰ ਅਵੇਅਰ ਕਰਨਾ ਹੁੰਦਾ ਆ ਕਿ ਤੁਸੀਂ ਜਾ ਕੇ ਪਹਿਲੋਂ ਜਾ ਕੇ ਉਹਨੂੰ ਤਿਆਰੀ ਕਰਾ ਦੇਣੀ, ਲੋਕਾਂ ਨੂੰ ਲੁੱਟਣ ਲਾ ਦੇਣਾ,
ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਦੀਆਂ ਟੇਪਾਂ ਸੰਤ ਜਰਨੈਲ ਸਿੰਘ ਦੀਆਂ ਵੀ ਨਾਲ ਹੀ ਹੈ ਇਹਦੀ ਟੇਪਾਂ ਪਾ ਦੀਆਂ। ਤੁਸੀਂ ਦੇਖਿਓ ਵੀ ਕਿੱਦਾਂ ਲੋਕ ਠੱਗੀਆਂ ਮਾਰਦੇ ਰਹੇ ਆ ਤੇ ਜਿਹੜੇ ਇਦਾਂ ਕਰਨ ਵਾਲੇ ਉਹ ਕੌਣ ਹੁੰਦੇ ਆ, ਤੇ ਤੁਸੀਂ ਆਪਣਾ ਹਿਸਾਬ ਆਪੇ ਹੀ ਲਾ ਲਿਓ ਕਿ ਕੀ ਕਰਦੇ ਆ। ਫਿਰ ਤੁਸੀਂ ਸਰਨੇ ਭਰਾਵਾਂ ਕੋਲ ਜਾ ਕੇ ਤੇ ਉਹਨਾਂ ਦੇ ਕੋਲੋਂ ਮਾਇਆ ਵੀ ਲੈ ਲਈ ਦਿੱਲੀ ਦੇ ਵਿੱਚ। ਤੇ ਜਦੋਂ ਫਿਰ ਜਾ ਕੇ ਇੱਥੇ ਆ ਕੇ ਤੁਸੀਂ ਬਿਆਨ ਪੁੱਠਾ ਸਿੱਧਾ ਦਿੱਤਾ, ਉਹਨਾਂ ਨੇ ਵੀ ਤੁਹਾਨੂੰ ਬੜੀ ਨਿਮਰਤਾ ਨਾਲ ਕਿਹਾ ਸੀ। ਉਦੋਂ ਤੋਂ ਬਾਅਦ 'ਚ ਤੁਸੀਂ ਚੁੱਪ ਕਰਕੇ ਕਹਿਣ ਲੱਗੇ ਭਾਈ ਸਾਹਿਬ ਜੀ ਲਿਫਾਫਾ ਤਾਂ ਬੜੀ ਛੇਤੀ ਲੈ ਲਿਆ ਸੀ ਤੇ ਉਦੋਂ ਨਹੀਂ ਤੁਹਾਨੂੰ ਪਤਾ ਸੀ ਵੀ ਅਸੀਂ ਆਏ ਆ। ਤੇ ਤੁਸੀਂ ਕਹਿਤਾ ਜੀ ਨਹੀਂ ਇਹ ਜੀ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਇਹ ਦਸਮ ਗ੍ਰੰਥ ਦੇ ਵਿਰੋਧੀ ਆ। ਗੁਰਮੁਖ ਪਿਆਰਿਓ, ਤੁਸੀਂ ਜਥੇਦਾਰ ਆ, ਅਜਨਾਲੇ ਦੇ ਵੀ ਜਥੇਦਾਰ ਕਹਾਈ ਜਾਂਦੇ ਆ ਤੇ ਪੰਜਾਂ ਪਿਆਰਿਆਂ ਦੇ ਵੀ, ਤੇ ਪਤਾ ਹੀ ਕਹਿੰਦੇ ਸਾਨੂੰ ਸਾਰਾ। ਤੇ ਤੁਹਾਨੂੰ ਇਹ ਨਹੀਂ ਪਤਾ ਵੀ ਸਰ ਇਹ ਕਿਹੜੇ ਕੰਮ 'ਚ ਚੱਲਦਾ। ਤੁਹਾਨੂੰ ਸਪੋਕਸਮੈਨ ਦਾ ਵੀ ਨਹੀਂ ਪਤਾ ਹੋਣਾ ਵੀ ਇਹ ਨਵਾਂ ਗੁਰੂਆਂ ਨੂੰ ਇਹ ਕਹਿੰਦਾ ਹੁੰਦਾ ਵੀ ਨਵਾਂ ਗੁਰੂਆਂ ਦਾ ਪਤਾ ਕਰੋ ਕਿੱਥੋਂ ਦਾਅਵੇਦਾਰ ਬਣ ਗਏ ਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਦਾ ਨਾਂ ਕਿੱਦਾਂ ਆ ਗਿਆ, ਜਦ ਕਿ ਸ਼ਬਦ ਧੁਨ ਚੇਲਾ ਗੁਰੂ ਨਾਨਕ ਦੇਵ ਜੀ ਗੁਰੂ ਹੋਏ ਆ ਤੇ ਮੰਨਦੇ ਤੋਂ ਗੁਰੂ ਨਾਨਕ ਦੇਵ ਜੀ ਨਹੀਂ। ਤੇ ਤੁਸੀਂ ਉਹਨਾਂ ਨੂੰ ਉਹ ਖੋਤਾ ਮੀਡੀਆ ਦੇ ਉੱਤੇ ਸਵਾਰੀ ਕਰਨ ਡਏ ਆ। ਐਡਾ ਨਕੰਮਾ ਮੀਡੀਆ ਜਿਹਨੂੰ ਬਾਈਕਾਟ ਕੀਤਾ ਸਿੱਖਾਂ ਨੇ ਜਾਂ ਕਰਨਾ ਚਾਹੀਦਾ। ਇਸ ਕਰਕੇ ਤੁਹਾਨੂੰ ਬੇਨਤੀ ਆ ਵੀ ਤੁਸੀਂ ਇੰਨੇ ਨੀਵੇਂ ਪੱਧਰ ਤੇ ਨਾ ਆਇਆ ਕਰੋ। ਤੇ ਜੇ ਤੁਸੀਂ ਆਉਣਾ ਆ, ਅਸੀਂ ਸੇਵਾ ਕਰਦੇ ਰਹੇ ਆ। ਤੇ ਆ ਹੁਣ ਥੋੜਾ ਚਿਰ ਹੋਇਆ ਜੇ ਭਾਈ ਬਲਦੇਵ ਸਿੰਘ ਹੋਣਾ ਦੇ ਨਾਲ, ਉਹਨਾਂ ਨੂੰ ਪਤਾ ਵੀ ਸੇਵਾ ਕੀਤੀ। ਅਸੀਂ ਕੋਈ ਬਾਹਲਾ ਤੁਹਾਨੂੰ ਇੱਦਾਂ ਨਹੀਂ ਕਹਿੰਦੇ ਵੀ ਅਸੀਂ ਤੁਹਾਨੂੰ ਸਿੱਧੀ ਸੇਵਾ ਭੇਜਦੇ, ਅਸੀਂ ਨਹੀਂ ਭੇਜਦੇ ਤੁਹਾਨੂੰ, ਕਿਉਂਕਿ ਸਾਨੂੰ ਪਤਾ ਤੁਹਾਡੀ ਬੋਲਬਾਣੀ ਦਾ। ਉਦੋਂ ਅਸੀਂ 3-4 ਸਾਲ ਹੋ ਗਏ ਤੁਹਾਨੂੰ ਮੈਂ ਬੇਨਤੀ ਕਰਕੇ ਦੇਖ ਲਈ ਸੀ, ਪਰ ਤੁਸੀਂ ਇੰਨੀ ਜ਼ਿਆਦਾ ਈਰਖਾ ਕਰਦੇ ਆ। ਪਰ ਇਹਨਾਂ ਇਸ ਈਰਖਾ ਦੇ ਵਿੱਚੋਂ ਗੁਰੂ ਪਿਆਰੇ ਖਾਲਸਾ ਜੀ ਬਹੁਤ ਕੁਛ ਜਿਹੜਾ ਘਾਟੇ ਵਾਲੀਆਂ ਚੀਜ਼ਾਂ ਕਰਨੀਆਂ ਪੈਂਦੀਆਂ। ਪਰ ਅਸੀਂ ਕਹਿੰਦੇ ਆ ਵੀ ਤੁਸੀਂ ਅਜੇ ਵੀ ਚਲੋ ਮੇਰਾ ਖਿਆਲ ਨਹੀਂ ਉਹ ਤੁਸੀਂ ਸਮਝ ਸਕੋ, ਕਿਉਂਕਿ ਜਿਹੜਾ ਤੁਹਾਡਾ ਸੁਭਾਅ ਆ ਨਾ ਹੰਕਾਰ ਦਾ। ਪਰ ਅਸੀਂ ਬੇਨਤੀ ਕਰਦੇ ਜਿੱਥੇ ਅਸੀਂ ਇਹ ਇਤਿਹਾਸ ਪੜ੍ਹਦੇ ਹਾਂ ਈਰਖਾਲੂਆਂ ਦਾ, ਗੁਰੂ ਸਾਹਿਬਾਂ ਦੇ ਨਾਲ ਜਾਂ ਗੁਰੂ ਸਾਹਿਬਾਂ ਦੇ ਵੇਲੇ ਤੇ ਇੰਨੀਆਂ ਭੈੜੀਆਂ ਹਰਕਤਾਂ ਕਰਦੇ ਰਹੇ ਬੰਦੇ, ਉਹ ਹੁਣ ਵੀ ਕਰਨਗੇ ਤੇ ਕਰਦੇ ਰਹੇ ਆ। ਪਰ ਨਾਲ ਦਾਸ ਨੂੰ ਇਹ ਵੀ ਪਤਾ ਲੱਗ ਜਾਂਦਾ ਵੀ ਪਹਿੰਦੇ ਖਾਂ ਨਾਲ ਕਿਵੇਂ ਬੀਤੀ। ਅਤੇ ਧੀਰਮਲ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਦੇ ਵਿੱਚੋਂ ਭਾਈ ਭਾਨਾ ਜੀ ਸੀ, ਉਹਨਾਂ ਨੇ ਉਹਦੇ ਨਾਲ ਕੀ ਵਰਤਾਰਾ ਕੀਤਾ। ਗੁਰੂ ਹਰਰਾਏ 6ਵੇਂ ਪਾਤਸ਼ਾਹ ਦੇ ਜਿਸ ਵੇਲੇ 6ਵੇਂ ਪਾਤਸ਼ਾਹ ਆਪਣੇ ਸਰੀਰ ਛੱਡਣ ਲੱਗੇ ਆ, ਸੱਚਖੰਡ ਜਾਣ ਲੱਗੇ, ਉੱਥੋਂ ਥੋੜ੍ਹੇ ਕੁ ਦਿਨ ਪਹਿਲੋਂ ਇਹਨੇ ਗੱਦੀ ਲਾਉਣੀ ਸ਼ੁਰੂ ਕੀਤੀ। ਉਹਦੇ ਨਾਲ ਕੀ ਹੋਇਆ। ਤੇ ਫਿਰ ਦਾਸ ਨੂੰ ਇਹ ਵੀ ਪਤਾ ਆ ਵੀ ਜਿਹੜਾ ਭੰਗਾਣੀ ਦਾ ਯੁੱਧ ਲੜਨ ਵਾਲਾ ਭਾਈ ਨੰਦ ਚੰਦ ਜੀ, ਭਾਈ ਨੰਦ ਚੰਦ ਸਿੰਘ ਬਣੇ, ਉਹਨਾਂ ਨਾਲ ਵੀ ਗੁਰੂ ਪਿਆਰੇ ਖਾਲਸਾ ਜੀ ਇਹੋ ਹੀ ਵਿਚਾਰ ਹੋਈ ਸੀ। ਉਹਨਾਂ ਕੋਲ ਕੋਈ ਬੀੜ ਲੈ ਕੇ ਆਇਆ ਸੀ ਮਹਾਂਪੁਰਖ, ਤੇ ਉਹ ਕਹਿਣ ਲੱਗਾ ਵੀ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਦਸਤਖਤ ਕਰਵਾ ਦਿਓ। ਉਹ ਕਹਿਣ ਲੱਗਾ ਮੈਂ ਕਰਵਾ ਦਿਆਂਗਾ। ਤੇ ਉਹਦਾ ਸੁਭਾਅ ਵੀ ਜ਼ਰੂਰ ਤੁਹਾਡੇ ਵਰਗਾ ਹੋਊਗਾ, ਜਿੰਨੇ ਕਿ 6 ਮਹੀਨੇ ਕਰੇ ਕਿੰਨੇ ਸਮਾਂ ਨਿਘਾਤਾ ਉਹ ਆਇਆ ਕਰੇ ਤੇ ਗਾਂ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਇਹ ਲੈ ਕੇ ਨਾ ਜਾਇਆ ਕਰੇ ਆਪਣੀ ਹੰਕਾਰ ਦੇ ਵਿੱਚ, ਕਿਉਂਕਿ ਬੇਈਮਾਨੀ ਹੋ ਗਿਆ ਸੀ ਨਾ ਵੀ ਮੇਰੀ ਪੂਜਾ ਨਹੀਂ ਹੋਣੀ ਮੈਂ ਰੱਖ ਲੈਣਾ। ਤੇ ਇਤਿਹਾਸ ਤੋਂ ਆਪਾਂ ਸਾਰੇ ਜਾਣੂ ਆ। ਤੇ ਫਿਰ ਜਦੋਂ 10ਵੇਂ ਪਾਤਸ਼ਾਹ ਨੂੰ ਜਾ ਕੇ ਉਹਨੇ ਸਿੱਖ ਨੇ ਬੇਨਤੀ ਕੀਤੀ, ਸਿੱਧੀ ਜਾ ਕੇ ਬੇਨਤੀ ਕਰ ਲਈ ਮਹਾਂਪੁਰਸ਼ ਨੇ, ਤੇ ਗੁਰੂ ਸਾਹਿਬ ਨੇ ਕਿਹਾ ਵੀ ਆ ਜਾਓ। ਇੰਨਾ ਆਕੜਿਆ ਤੇ ਉਹ ਇੰਨਾ ਹੰਕਾਰੀ ਸੀ ਤੁਹਾਡੇ ਅੰਗ, ਤੇ ਉਹ ਗਿਆ ਹੀ ਨਹੀਂ ਗੁਰੂ ਸਾਹਿਬ ਕੋਲ ਗਿਆ ਹੀ ਨਹੀਂ। ਤੇ ਜਦੋਂ ਨਹੀਂ ਗਿਆ ਤੇ ਗੁਰੂ ਸਾਹਿਬ ਕਹਿਣ ਲੱਗੇ ਅਸੀਂ ਆਪ ਜਾਂਦੇ। ਜਦੋਂ ਪਤਾ ਲੱਗਾ ਵੀ ਹੁਣ ਮੇਰੀ ਕਲਾਸ ਲੱਗੂਗੀ, ਤੇ ਉਹ ਗੁਰੂ ਪਿਆਰਿਓ ਜਾ ਕੇ ਧੀਰਮਲ ਦੀ ਗੋਲੀ ਖਾ ਕੇ ਮਰਿਆ। ਧੀਰਮਲ ਕੋਲ ਚਲ ਗਿਆ, ਕਹਿੰਦਾ ਮੈਂ ਉਹਨੂੰ ਗੁਰੂ ਬਣਾ ਦੂੰਗਾ। ਇਹ ਕਈ ਗੱਲਾਂ ਜੇ ਤੁਹਾਨੂੰ ਭੁਲੇਖਾ ਹੁੰਦਾ ਗੁਰੂ ਕੋਈ ਬਾਰੇ ਵੀ ਅਸੀਂ ਖਰੇ ਗਾਲਾਂ ਕਿਸੇ ਨੂੰ ਕੱਢ ਕੇ ਜਾਂ 4 ਬੰਦਿਆਂ ਨੂੰ ਭੜਕਾ ਕੇ ਜਾਂ ਦੂਜੇ ਕਦੀ ਢੱਡਰੀਆਂ ਵਾਲੇ ਦੀ ਟਰਾਲੀ ਦੇ ਮਗਰ ਭੱਜ ਕੇ, ਕਦੀ ਕਿਸੇ ਦੇ ਮਗਰ ਭੱਜ ਕੇ, ਕਦੀ ਕਿਸੇ ਦੇ ਮਗਰ ਕਰ ਲਓਗੇ, ਇੱਦਾਂ ਕਾਮਯਾਬੀਆਂ ਨਹੀਂ ਹੁੰਦੀਆਂ। ਤੇ ਬੇਨਤੀ ਆ ਵੀ ਇੱਕ ਪਾਸੇ ਦੇ ਹੋ ਕੇ ਡਟ ਕੇ ਡੰਬੀ ਟਕਸਾਲ ਦਾ ਜਿਹੜਾ ਪ੍ਰਚਾਰ ਕਰੋ, ਨਾ ਕੈਲੰਡਰ ਦੇ ਉਲਟ ਚੱਲਿਆ ਕਰੋ, ਨਾ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿੱਚ ਏਸੀਆਂ ਦੇ ਖਿਲਾਫ ਬੋਲਿਆ ਕਰੋ, ਨਾ ਰਾਧਾ ਸਵਾਮੀਆਂ ਤੇ ਨਾਮ ਧਾਰੀਆਂ ਦੇ ਜਾ ਕੇ ਤੇ ਜਾਂ ਸਰਨੇ ਵਰਗਿਆਂ ਦੇ ਜਾ ਕੇ ਬਹੁਤ ਸਸਤੇ ਜਿਹੜੇ ਸੌਦੇ ਆ ਇਹਨਾਂ ਦੇ ਵਿੱਚ ਨਾ ਪਵੋ। ਤਕੜੇ ਹੋ ਕੇ ਸੇਵਾ ਕਰੋ। ਇਹ ਅਸੀਂ ਤਾਂ ਤੁਹਾਨੂੰ ਬੇਨਤੀਆਂ ਕਰਦੇ ਵੀ ਸੇਵਾ ਕਰਦੇ ਰਹੇ। ਮੈਂ ਬਾਰ-ਬਾਰ, ਕਿਉਂਕਿ ਇਹ ਅਸੀਂ ਕੋਈ ਸਾਡਾ ਦਿਮਾਗ ਨਹੀਂ ਫਿਰਿਆ ਹੈਗਾ।
ਤੇ ਤੁਹਾਨੂੰ ਜ਼ਰੂਰ ਬੇਨਤੀ ਆ ਵੀ ਹੁਣ ਆਪਣੀ ਥੋੜ੍ਹਾ ਜਿਹਾ ਇੱਦਾਂ ਨਾ ਕਿ ਉਹ ਤੁਹਾਨੂੰ ਕਦੀ ਕਿਸੇ ਨੇ ਜਵਾਬ ਦਿੱਤਾ ਨਹੀਂ ਤਾਂ ਅਸੀਂ ਵੀ ਦੇਣਾ ਨਹੀਂ ਚਾਹੁੰਦੇ ਸੀ, ਪਰ ਹੁਣ ਜ਼ਰੂਰ ਦਿਆ ਕਰਾਂਗੇ, ਦੇਣਾ ਚਾਹੁੰਦੇ ਆ। ਇਸ ਕਰਕੇ ਤੁਹਾਨੂੰ ਬੇਨਤੀ ਆ ਵੀ ਆਪਣੇ ਆਪ ਟਿਕਾ ਦੇ ਵਿੱਚ ਰਹੋ ਮਹਾਰਾਜ ਦੀ ਕਿਰਪਾ ਦੇ ਨਾਲ। ਕਿਉਂਕਿ ਸਾਨੂੰ ਦਾਸ ਨੂੰ ਇਹ ਪਤਾ ਜ਼ਰੂਰ ਆ ਵੀ ਤੁਸੀਂ ਹਿੱਲ ਚੁੱਕੇ ਆ, ਤੁਸੀਂ ਮੈਤੇ ਦਾ ਕੁਛ ਨਹੀਂ ਵਿਗਾੜ ਸਕਦੇ। ਉਹ ਉੱਪਰ ਨੂੰ ਜਾ ਰਿਹਾ ਤੇ ਤੁਸੀਂ ਥੱਲੇ ਨੂੰ ਜਾ ਰਹੇ। ਇਹਦਾ ਤੀਰ ਦਾ ਸ਼ਾਇਦ ਤੁਹਾਨੂੰ ਨਹੀਂ ਪਤਾ, ਆਮ ਸੰਗਤਾਂ ਨੂੰ ਪਤਾ। ਤੁਸੀਂ ਜ਼ੋਰ ਲਾ ਕੇ ਦੇਖ ਲਿਆ, ਦੇਖੀ ਜਾਓ ਜਿੱਦਾਂ ਮਰਜ਼ੀ। ਲੜਾਈਆਂ ਝਗੜਿਆਂ ਵਿੱਚ ਕੋਈ ਫਾਇਦਾ ਨਹੀਂ ਹੁੰਦਾ। ਜਿਹੜੀ ਬੋਲੀ ਬੋਲਦੇ ਇਹਨੂੰ ਤੁਹਾਨੂੰ ਸੁਧਾਰ ਲੈਣਾ ਚਾਹੀਦਾ, ਨਹੀਂ ਤੇ ਜਿੱਦਾਂ ਐਡਰੈਸ ਤੋਂ ਬਿਨਾਂ ਹੈ ਨਾ, ਚਿੱਠੀ ਤੇ ਐਡਰੈਸ ਨਾ ਹੋਵੇ ਤੇ ਬੁਕਸੇ ਸਿੱਟੀ ਜਾਈਏ ਤੇ ਉਹ ਗਾਂਹ ਤੋਂ ਗਾਂਹ ਤੁਰੀ ਜਾਂਦੀ, ਰੁਲਦੀ ਰਹਿੰਦੀ ਆ। ਇੱਦਾਂ ਤੁਸੀਂ ਵੀ ਪਹਿਲੋਂ ਵੀ ਕਦੀ ਕਿਤੇ ਜਾ ਕੇ ਬਹਿੰਦੇ ਰਹੇ, ਕਦੀ ਕਿਤੇ, ਠੀਕ ਹੈ। ਥੋੜ੍ਹੇ ਚਿਰ ਤੋਂ ਇੱਥੇ ਤੁਸੀਂ ਬੈਠੇ ਟਿਕ ਕੇ, ਪਰ ਟਿਕ ਕੇ ਬੈਠੇ ਆ, ਪਰ ਸੁਰਤ ਨੂੰ ਵੀ ਟਿਕਾ ਕੇ ਆਪਣਾ ਜਿਹੜਾ ਸੰਤੁਲਨ ਆ ਉਹਨੂੰ ਬਣਾ ਕੇ ਰੱਖੋ। ਮੈਨੂੰ ਪਤਾ ਵੀ ਤੁਹਾਨੂੰ ਦੁੱਖ ਜ਼ਰੂਰ ਲੱਗੂਗਾ, ਤੁਹਾਨੂੰ ਦੁੱਖ ਜ਼ਰੂਰ ਲਾਉਣਗੇ ਹੋਰ ਵੀ, ਪਰ ਜੀ ਸਦਕੇ ਦੁੱਖ ਲਾਉਣ ਵਾਸਤੇ ਇਹ ਗੱਲਾਂ ਕਰ ਰਹੇ, ਐਵੇਂ ਨਹੀਂ ਕਰ ਰਹੇ। ਜੀ ਸਦਕੇ ਲੱਗੇ, ਪਰ ਆਪਣੀ ਤੁਹਾਨੂੰ ਬੋਲੀ ਜ਼ਰੂਰ ਸੁਧਾਰਨੀ ਚਾਹੀਦੀ ਹੈ। ਕਿਉਂਕਿ ਇੱਦਾਂ ਸਾਡੇ ਸਿੱਖਾਂ ਦੇ ਵਿੱਚ, ਸਾਡੇ ਭਾਈਚਾਰੇ ਵਿੱਚ, ਸਾਡੇ ਭਰਾਵਾਂ ਵਿੱਚ ਵਰਲਡ ਵਾਈਡ ਬਹੁਤ ਫਰਕ ਪੈਂਦਾ। ਇਸ ਕਰਕੇ ਦਾਸ ਵੱਲੋਂ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕਿਆ ਤੇ ਆਪਣੀ ਈਰਖਾ ਨੂੰ ਕੱਢ ਕੇ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਇਹ ਦਾਸਾਂ ਦੀਆਂ ਬੇਨਤੀਆਂ ਮੇਰੀਆਂ ਇਕੱਲੇ ਦੀਆਂ ਨਿਗੀਆਂ। ਇਹ ਤੁਸੀਂ ਵਿਦੇਸ਼ੀ ਸਿੱਖਾਂ ਦੇ ਨਾਂ 'ਤੇ ਇੱਕ ਕਹਿ ਲਓ ਸੁਨੇਹਾ ਦਿੱਤਾ ਸੀ, ਤੇ ਵਿਦੇਸ਼ੀ ਸਿੱਖ ਜਿਹੜੇ ਆ ਬਹੁਤ ਸਾਰੇ ਉਹ ਇਹਨਾਂ ਗੱਲਾਂ ਤੋਂ ਖੁਸ਼ ਨਹੀਂਗੇ, ਕਿਉਂਕਿ ਤੁਸੀਂ ਆਪ ਦਾ ਵੀ ਨੁਕਸਾਨ ਕਰਦੇ ਤੇ ਨਾਲ ਦੇ ਸਿੰਘਾਂ ਦਾ ਵੀ ਕਰ ਰਹੇ ਆ। ਬਹੁਤ ਸਿੰਘ ਤੁਹਾਡੇ ਨਾਲੋਂ ਟੁੱਟ ਚੁੱਕੇ ਆ, ਗਰੰਟੀ ਕਰਦਾ। ਇੱਥੋਂ ਤੱਕ ਮੈਂ ਬਚਨ ਕਹਿਣ ਨੂੰ ਤਿਆਰ ਨਹੀਂ, ਮੇਰੇ ਤੋਂ ਬੋਲ ਨਹੀਂ ਹੁੰਦੇ ਉਹ, ਜਿੰਨਾ ਤੁਹਾਡਾ ਸਤਿਕਾਰ ਕਰਦੇ ਸੀ, ਜਿਹੜੀਆਂ ਰੂਹਾਂ ਦੇ ਨਾਲ ਤੁਹਾਡੀ ਤੁਲਨਾ ਦਿੰਦੇ ਸੀ ਨਾ, ਉਹ ਅੱਜ ਕੱਲ੍ਹ ਸਿੰਘ ਗੁਰੂ ਪਿਆਰੇ ਖਾਲਸਾ ਭਾਈ ਅਮਰੀਕ ਸਿੰਘ ਜੀ ਉਹ ਦਰਸ਼ਨ ਕਰਨੇ ਤੁਹਾਡੇ ਪਸੰਦ ਨਹੀਂ ਕਰਦੇ, ਤੁਹਾਡੀ ਬੋਲੀ ਦਾ ਕਰਕੇ, ਤੁਹਾਡੇ ਸੁਭਾਅ ਦਾ ਕਰਕੇ। ਤੇ ਤੁਸੀਂ ਕਹੋਗੇ ਪ੍ਰਵਾਹ ਕੋਈ ਨਹੀਂ, ਪਰ ਪ੍ਰਵਾਹ ਹੋ ਜਾਂਦੀ ਉਹਦੀ। ਮੈਂ ਦਾਸ ਨੇ ਅੱਗੇ ਵੀ ਬੇਨਤੀ ਕੀਤੀ ਆ, ਮੈਂ ਹਾਥੀ 'ਤੇ ਚੜ੍ਹਨ ਵਾਲੇ ਕੱਟਿਆਂ ਨੂੰ ਤਰਸਦੇ ਦੇਖੇ ਆ, ਜਿਨ੍ਹਾਂ ਦੇ ਲੱਖਾਂ ਲੱਖਾਂ ਦੇ ਇਕੱਠ ਹੁੰਦੇ ਸੀ ਨਾ, ਜਿਹੜੇ ਪਾਰਲੀਮੈਂਟ 'ਚ 12-12 ਸੀਟਾਂ ਲੈਂਦੇ ਸੀ ਤੇ ਕਿਰਪਾਨ ਨਾਲ ਗਿੱਟਿਆਂ ਦੇ ਖੁਰ ਕਰਦੇ ਬੈਠੇ ਹੁੰਦੇ ਸਟੇਜਾਂ ਦੇ, ਤੇ ਕੋਈ ਪੁੱਛਦਾ ਨਹੀਂ। ਇਸ ਕਰਕੇ ਦਾਸ ਵੱਲੋਂ ਬੇਨਤੀ ਆ, ਭੁੱਲਾਂ ਚੁੱਕਾਂ ਦੀ ਖਿਮਾ ਮੰਗਦਾ ਤੇ ਮਹਾਰਾਜ ਸਮੱਤ ਬਖਸ਼ੇ ਸਾਰਿਆਂ ਨੂੰ। ਤੇ ਇੰਨੀਆਂ ਕੁ ਬੇਨਤੀਆਂ ਦਾਸਾਂ ਨੇ ਜੋ ਕੀਤੀਆਂ ਉਹਨਾਂ ਨੂੰ ਜ਼ਰੂਰ ਪ੍ਰਵਾਨ ਕਰਿਓ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਦਾ ਤੁਸੀਂ ਕਰੋਗੇ, ਮੈਂ ਦੋ ਗੱਲਾਂ ਫੇਰ ਬੇਨਤੀਆਂ ਅਖੀਰ ਵਿੱਚ ਕਹਿ ਦਿੰਦਾ ਵੀ ਦੋ ਗੱਲਾਂ ਅਸੀਂ ਸੰਭਾਲ ਕੇ ਰੱਖੀਆਂ ਜਿਹੜੀਆਂ ਬਹੁਤ ਭਾਰੀਆਂ ਆ, ਤੇ ਉਹਨਾਂ ਦਾ ਤੂੰ ਜ਼ਿੰਮੇਵਾਰ ਆ ਭਾਈ ਅਮਰੀਕ ਸਿੰਘ ਜੀ। ਇਸ ਕਰਕੇ ਤੁਹਾਨੂੰ ਬੇਨਤੀ ਕੀਤੀ ਜਾਂਦੀ ਆ ਵੀ ਉਹ ਗਲਤੀਆਂ ਤੁਸੀਂ ਕਰ ਰਹੇ ਆ ਔਰ ਉਹਨਾਂ ਦੇ ਵਿੱਚੋਂ ਤੁਸੀਂ ਨਿਕਲ ਨਹੀਂ ਸਕਦੇ। ਇਸ ਕਰਕੇ ਪਰ ਤੁਹਾਡੀ ਪੱਧਰ ਹਿਸਾਬ ਨਾਲ ਹੀ ਇਹ ਗੱਲਾਂ ਕਰਨ ਨੂੰ ਤਿਆਰ ਨਹੀਂ, ਤੁਹਾਡੇ ਕਿਸੇ ਸਪੋਰਟਰ ਨੂੰ ਜਾਂ ਤੁਹਾਨੂੰ ਸਿੱਧੀਆਂ ਦੱਸ ਸਕਦੇ ਕੋ ਇਹੋ ਜਿਹੇ ਨਾ ਕਦੀ ਗਲਤ ਆਈਡੀ ਬਣਾਈ ਆ। ਤੇ ਮੈਂ ਸਿੰਘਾਂ ਨੂੰ ਵੀ ਕਹਾਂ, ਜਿਹਨੇ ਮਤਲਬ ਗਲਤ ਆਈਡੀ 'ਤੇ ਗੱਲਾਂ ਕਰਨੀਆਂ ਸਾਨੂੰ ਪਰਵਾਹ ਕੋਈ ਨਹੀਂ ਹੁੰਦੀ, ਕਿਉਂਕਿ ਜਿੱਦਾਂ ਇਹਨੂੰ ਆਦਤ ਆ ਭਾਈ ਅਮਰੀਕ ਸਿੰਘ ਜਨਾਲੇ ਸਾਹਿਬ ਨੂੰ, ਇਹਨਾਂ ਨੇ ਕਹੀ ਜਾਣਾ ਜੀ ਰਾਮ ਸੋ ਪਰਿਵਾਰ ਦਾ, ਧੁੰਮਾਂ ਸਰਕਾਰ ਦਾ, ਤੇ ਤੁਸੀਂ ਭਾਈ ਸਾਹਿਬ ਕਿਹਦੇ ਆ? ਨਾ ਤੁਸੀਂ ਸਾਰਨੇ ਕੋ ਟਿਕ ਕੇ ਬਹਿ ਸਕਦੇ, ਨਾ ਨਾਮਧਾਰੀਆਂ ਦੇ, ਨਾ ਰਾਧਾ। ਗੁਰਪਿਆਰੇ ਗੁਰਬਾਣੀ ਦਾ ਫਰਮਾਨ ਹੈ, ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਈ। ਜੇਕਰ ਸਾਨੂੰ ਕਿਸੇ ਵੀ ਚੀਜ਼ ਨੂੰ ਲੈ ਕੇ ਸ਼ੰਕੇ ਹੈ ਨੇ, ਕਿੰਤੂ ਹੈ ਨੇ, ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇੱਕ ਮੰਚ ਉੱਤੇ ਇਕੱਤਰ ਹੋ ਕੇ ਉਹਨਾਂ ਸ਼ੰਕਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ, ਨਾ ਕਿ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਇਸ ਤਰੀਕੇ ਕੌਮ ਨੂੰ ਕੁਰਾਹੇ ਪਾਈਏ, ਕੌਮ ਨੂੰ ਗਲਤ ਸੰਦੇਸ਼ ਦਈਏ। ਫਿਰ ਗੱਲ ਚਾਹੇ ਬ੍ਰਹਮ ਕਵਚ ਦੀ ਹੋਵੇ ਜਾਂ ਚਰਿੱਤਰ ਪੱਖਿਆਂ ਦੀ, ਜੋ ਵੀ ਮਤਭੇਦ ਹੈ ਨੇ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਅਗਰ ਸਿੱਖ ਪ੍ਰਚਾਰਕ ਹਾਂ ਤਾਂ ਇੱਕ ਮੰਚ ਉੱਤੇ ਇਕੱਤਰ ਹੋ ਕੇ ਇਹਨਾਂ ਬਾਰੇ ਚਰਚਾ ਕਰੀਏ ਤੇ ਕੋਈ ਹੱਲ ਕੱਢੀਏ। ਇੱਦਾਂ ਲੜਾਈ ਕਰਕੇ ਜਗ ਹਸਾਈ ਦਾ ਕੇਂਦਰ ਨਾ ਬਣੀਏ। ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।